ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਧਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਦੋਹਰਾ ਸਰਬ ਰਸਨ ਤੇ ਰਸ ਭਲਾ ਸਾਧ ਲੈ ਜੋ ਕੋਏ ਸ੍ਰੀ ਗੁਰਮੁਖ ਤੇ ਨਾਮ ਸੁਨ ਜਪਹਿ ਸਦਾ ਸੁਖ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸਰਬ ਰਸਨ ਤੇ ਰਸ ਭਲਾ ਸਾਧ ਲੈ ਜੋ ਕੋਏ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ ਅਧਿਆਏ 34ਵਾਂ ਚੈਪਟਰ 34। ਕਵੀ ਸੰਤੋਖ ਸਿੰਘ ਜੀ ਇੱਥੇ ਹੁਣ ਇੱਕ ਮੰਗਲ ਕਰਦੇ ਹਨ ਇਸ ਅਧਿਆਏ ਦੇ ਆਰੰਭ ਦੇ ਵਿੱਚ ਕਿ ਮਨ ਨੂੰ ਰਸਨਾ ਨੂੰ ਇੱਕ ਉਪਦੇਸ਼ ਦਿੰਦੇ ਹਨ ਕਿ ਤੂੰ ਨਾਮ ਨੂੰ ਜਪਣਾ ਕਰ। ਉਹ ਪਰਮੇਸ਼ਰ ਦੇ ਨਾਮ ਨੂੰ ਹਮੇਸ਼ਾ ਚੇਤੇ ਰੱਖ ਤੇ ਉਸ ਦਾ ਫਲ ਦੱਸਦੇ ਹਨ। ਸਰਬ ਰਸਨ ਤੇ ਰਸ ਭਲਾ ਸਾਰੇ ਹੀ ਸਵਾਦਾਂ ਤੋਂ ਸਭ ਤੋਂ ਸਵਾਦ, ਸਭ ਤੋਂ ਜਿਹੜਾ ਹੈ ਰਸ ਵਾਲਾ, ਜੋ ਰਸਨਾ ਜੀਵ ਨੂੰ ਜਿਹੜਾ ਸਵਾਦ ਸਭ ਤੋਂ ਜ਼ਿਆਦਾ ਦੇਣ ਵਾਲਾ, ਜਿਹਦਾ ਸਵਾਦ ਦੇ ਬਰਾਬਰ ਹੋਰ ਕੋਈ ਵਸਤੂ ਐਸੇ ਸਵਾਦ ਨੂੰ ਜਿਹੜਾ ਹੈ ਬਰਾਬਰੀ ਨਹੀਂ ਕਰ ਸਕਦੀ। ਉਹ ਸਵਾਦ ਨੂੰ ਲੈਣ ਵਾਲੀ ਹੈ ਰਸਨਾ, ਤੂੰ ਸਾਰੇ ਹੀ ਰਸਾਂ ਦੇ ਰਸ ਜੋ ਹੈ ਸਾਧ ਲੈ ਜੋ ਕੋਏ। ਸਾਧ ਲੈ ਐਸਾ ਸਵਾਦ ਜੇ ਕੋਈ ਲੈਂਦਾ ਹੈ ਆਪਣੇ ਜੀਵਨ ਕਾਲ ਦੇ ਵਿੱਚ। ਸ੍ਰੀ ਗੁਰਮੁਖ ਤੇ ਨਾਮ ਸੁਨ। ਸ੍ਰੀ ਜੋ ਮਾਇਆ ਦਾ ਪਤੀ ਗੁਰ, ਜੋ ਗੁਰੂ ਪਾਤਸ਼ਾਹ ਜੀ ਆਪ ਹਨ, ਉਹਨਾਂ ਦੇ ਮੁਖ ਤੋਂ ਉਚਾਰਿਆ ਹੋਇਆ ਜੋ ਵਾਹਿਗੁਰੂ ਨਾਮ ਹੈ ਉਸ ਨੂੰ ਸਰਵਣ ਕਰ। ਜਪਹਿ ਸਦਾ ਸੁਖ ਹੋਏ। ਵਾਹਿਗੁਰੂ ਨਾਮ ਨੂੰ ਜਪਦਿਆਂ ਹੋਇਆਂ ਇਹ ਗੁਰੂ ਮੰਤਰ ਜੋ ਗੁਰੂ ਪਾਸੋਂ ਪ੍ਰਾਪਤ ਹੁੰਦਾ ਹੈ ਤੇ ਇਹ ਨਾਮ ਨੂੰ ਜਪਦਿਆਂ ਹੋਇਆਂ ਸਾਰੇ ਹੀ ਸੁਖ ਪ੍ਰਾਪਤ ਹੁੰਦੇ ਹਨ ਲੋਕ ਪਰਲੋਕ ਦੇ, ਜਿਹਦੇ ਕਰਕੇ ਸਾਰੇ ਹੀ ਸੁਖ ਝੋਲੀ ਆ ਪੈਂਦੇ ਹਨ। ਤੇ ਇਹੀ ਨਾਮ ਹੈ ਜੋ ਮੁਕਤੀ ਦਾ ਦਾਤਾ ਹੈ। ਸ੍ਰੀ ਬਾਲਾ ਸੁੰਦਰਵਾਚ ਚੌਪਈ ਸ੍ਰੀ ਅੰਗਦ ਸੁਨ ਕਥਾ ਰਸਾਲਾ। ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਹਨ, ਪਾਤਸ਼ਾਹ ਜੀ ਇਹ ਸੁੰਦਰ ਸਵਾਦਲੀ ਇਹ ਮਿੱਠੀ ਕਥਾ ਜੋ ਰਸ ਆਲਾ ਰਸ ਦਾ ਘਰ ਹੈ, ਇਹਨੂੰ ਆਪ ਜੀ ਸਰਵਣ ਕਰੋ। ਜਿਸ ਮਹਿ ਮਾਰਗ ਮੁਕਤ ਵਿਸਾਲਾ। ਇਹ ਜਿਹੜੀ ਹੈ ਕਥਾ ਇਹ ਸਿਰਫ ਇੱਕ ਕਥਾ ਹੀ ਨਹੀਂ ਹੈ। ਜਿਸਮੇ ਮਾਰਗ ਮੁਕਤ ਵਿਸਾਲਾ, ਇਹੀ ਕਥਾ ਦੇ ਵਿੱਚ ਮੁਕਤੀ ਦਾ ਮਾਰਗ, ਮੁਕਤੀ ਦਾ ਰਸਤਾ, ਦ ਪਾਥ ਟੂ ਲਿਬਰੇਸ਼ਨ ਜਿਹੜਾ ਹੈ ਉਹ ਇਹਦੇ ਵਿੱਚ ਦਰਸਾਇਆ ਹੈ। ਇਹ ਕਥਾ ਜਿਹੜੀ ਹੈ ਇਸ ਨੂੰ ਸਿਰਫ ਜਿਹੜੀ ਹੈ ਇੱਕ ਕਹਾਣੀ ਨਾ ਜਾਣਿਓ, ਇਹ ਇੱਕ ਮਾਰਗ ਮੁਕਤ ਵਿਸਾਲਾ ਹੈ। ਇਹ ਮਾਰਗ ਦਾ ਇੱਕ ਰਸਤਾ ਜੋ ਕਿ ਮੁਕਤੀ ਵੱਲ ਲੈ ਕੇ ਜਾਂਦਾ ਹੈ। ਇਸ ਕਥਾ ਦੇ ਵਿੱਚ ਹੀ ਗੁਰੂ ਦਾ ਉਪਦੇਸ਼ ਹੈ। ਇਸ ਕਥਾ ਵਿੱਚ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ। ਦੀਨ ਬੰਦ ਕੀਨੋ ਪ੍ਰਸਥਾਨਾ। ਦੀਨਾਂ ਦੇ ਬੰਧੂ, ਦੀਨਾਂ ਦੇ ਪਿਆਰੇ, ਜੋ ਕਿ ਲੋੜਵੰਦਾਂ ਦੇ ਪਾਤਸ਼ਾਹ ਜੀ ਪਿਆਰੇ ਹਨ, ਜੋ ਭਗਤਾਂ ਦੇ ਪਿਆਰੇ ਹਨ। ਸਤਿਗੁਰੂ ਜੀ ਮਹਾਰਾਜ ਨੇ ਪ੍ਰਸਥਾਨ ਕੀਤਾ। ਜਹਾਂ ਦੇਸ ਬਗਦਾਦ ਮਹਾਨਾ। ਸੋ ਪੱਟਨ ਤੋਂ ਸਤਿਗੁਰੂ ਜੀ ਨੇ ਅੱਗੇ ਪ੍ਰਸਥਾਨ ਕੀਤਾ। ਇਹ ਬਗਦਾਦ ਦੇਸ਼ ਜਿਹੜਾ ਹੈ ਵੱਡਾ, ਜਿਹੜਾ ਅੱਜ ਕੱਲ੍ਹ ਦੇ ਵਿੱਚ ਇਰਾਕ ਦੇ ਵਿੱਚ ਹੈ। ਸੋ ਇਹ ਬਗਦਾਦ ਸ਼ਹਿਰ ਜੋ ਵੱਡਾ ਸ਼ਹਿਰ ਸੀ ਇਰਾਕ ਦਾ। ਦਸਤਗੀਰ ਤਹਿ ਪੀਰ ਰਹੇ ਹੀ। ਉੱਥੇ ਇੱਕ ਪੀਰ ਰਿਹਾ ਕਰਦਾ ਸੀਗਾ ਜਿਹਦਾ ਨਾਂ ਸੀ ਦਸਤਗੀਰ। ਸੋ ਹੁਣ ਦਸਤਗੀਰ ਇੱਕ ਜਿਹੜੀ ਹੈ ਤਖੱਲੁਸ ਜਾਂ ਉਹ ਇੱਕ ਗੱਦੀ ਦਾ ਨਾਮ ਹੈ। ਇਹ ਦਸਤਗੀਰ ਜਿਹੜਾ ਸੀਗਾ ਇਹਦੀ ਗੱਦੀ ਚੱਲਦੀ ਆਉਂਦੀ ਹੈ ਤੇ ਜਿੰਨੇ ਵੀ ਉਹਦੇ ਉੱਤੇ ਪੀਰ ਬੈਠਦੇ ਨੇ ਉਹਨਾਂ ਨੂੰ ਦਸਤਗੀਰ ਹੀ ਕਿਹਾ ਜਾਂਦਾ ਹੈ। ਅਸਲ ਵਿੱਚ ਇਹ ਦਸਤਗੀਰ ਇੱਕ ਟਾਈਟਲ ਬਣ ਚੁੱਕਿਆ ਸੀਗਾ ਤੇ ਜਿਹੜਾ ਪੀਰ ਉਸ ਵੇਲੇ ਉੱਥੇ ਬੈਠਾ ਸੀਗਾ ਉਸ ਦਾ ਨਾਮ ਅਬਦੁਲ ਕਾਦਰ ਜਿਲਾਨੀ ਉਸ ਦਾ ਨਾਂ ਸੀਗਾ। ਅਬਦੁਲ ਕਾਦਰ ਜਿਲਾਨੀ ਉਹਦਾ ਨਾਂ ਹੈ ਤੇ ਦਸਤਗੀਰ ਉਹਦਾ ਟਾਈਟਲ ਹੈ। ਸੋ ਜਿਹੜਾ ਵੀ ਉਸ ਗੱਦੀ ਤੇ ਬਹਿੰਦਾ ਉਹਨੂੰ ਦਸਤਗੀਰ ਹੀ ਕਿਹਾ ਜਾਂਦਾ ਹੈ। ਸਭ ਨਰ ਤਿਹ ਕੀ ਸੇਵ ਕਰੇ ਹੀ। ਸਾਰਾ ਜਿਹੜਾ ਹੈ ਬਗਦਾਦ ਦਾ ਸ਼ਹਿਰ ਤੇ ਇਰਾਕ ਦਾ ਮੁਲਕ ਜਿਹੜਾ ਸੀਗਾ
ਤੇ ਈਰਾਨ ਨੂੰ ਪਾ ਕਰਕੇ ਸਾਰੇ ਹੀ ਆਲੇ ਦੁਆਲੇ ਦੇ ਜਿਹੜੇ ਮੁਸਲਮਾਨ ਮੁਲਕ ਸਨ ਉਹ ਸਾਰੇ ਇਹਦੀ ਸੇਵਾ ਕਰਦੇ ਸਨ, ਇਹਨੂੰ ਵੱਡਾ ਜਾਣਦੇ ਸਨ। ਆਇਸ ਬਿਖੈ ਰਹਿਤ ਦਿਨ ਰਾਤੀ। ਉਹ ਆਇਸ ਆਗਿਆ ਵਿੱਚ ਰਹਿੰਦੇ ਸਨ ਕਿ ਪੀਰ ਸਾਡਾ ਵੱਡਾ ਹੈ, ਜੋ ਇਹ ਕਹੇਗਾ ਅਸੀਂ ਇਹਦੀ ਹੀ ਆਗਿਆ ਵਿੱਚ ਰਹਿਣਾ ਹੈ। ਤਿਸ ਮਹਿ ਅਜਮਤ ਵੱਡ ਬਖਿਆਤੀ। ਤੇ ਦਸਤਗੀਰ ਪੀਰ ਜਿਹੜਾ ਅਬਦੁਲ ਕਦਰ ਜ਼ਿਲਾਨੀ ਹੈ, ਇਹਦੀ ਜਿਹੜੀ ਅਜਮਤ ਹੈ, ਇਹਦੀ ਸ਼ਕਤੀ ਜਿਹੜੀ ਹੈ ਬਹੁਤ ਵੱਡੀ ਸੀ। ਇਹ ਸ਼ਕਤੀਆਂ ਦਾ ਮਾਲਕ ਵੀ ਸੀਗਾ, ਬੜੀਆਂ ਸ਼ਕਤੀਆਂ ਇਹਦੇ ਅੰਦਰ ਸਨ ਜਿਨ੍ਹਾਂ ਨੂੰ ਦਿਖਾ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਸੀ। ਜਸ ਉਪਦੇਸ਼ ਦੇਤ ਤਿਸ ਦੇਸਾ। ਇਸ ਪ੍ਰਕਾਰ ਕਰਕੇ ਜਦੋਂ ਇਹ ਜਿਹੜਾ ਦਸਤਗੀਰ ਹੈ, ਜਦੋਂ ਵੀ ਇਹ ਉਪਦੇਸ਼ ਦਿੰਦਾ ਸੀ ਸਾਰਾ ਹੀ ਦੇਸ਼ ਉਹਨੂੰ ਮੰਨਦਾ ਸੀ। ਤਸ ਕਰ ਹੀ ਸਭ ਸਹਿਤ ਨਰੇਸਾ। ਤੇ ਜਿਸ ਤਰ੍ਹਾਂ ਇਹ ਕਹਿੰਦਾ ਸੀਗਾ ਲੋਕਾਂ ਨੇ ਤਾਂ ਕਰਨਾ ਹੀ ਹੈ, ਤੇ ਰਾਜਾ ਵੀ ਕਰਦਾ ਸੀ, ਰਾਜਾ ਵੀ ਇਹਦੇ ਅਧੀਨ ਵਿੱਚ ਰਹਿੰਦਾ ਸੀਗਾ। ਜੋ ਇਹ ਕਹਿੰਦਾ ਸੀਗਾ ਇਹ ਤਾਂ ਰਾਜੇ ਨਾਲੋਂ ਵੀ ਵੱਡਾ ਇਹਦਾ ਹੁਕਮ ਚੱਲਦਾ ਸੀਗਾ। ਇਸ ਪ੍ਰਕਾਰ ਕਰਕੇ ਇਹਦਾ ਜਿਹੜਾ ਸਤਕਾਰ ਸੀਗਾ ਬਹੁਤ ਵੱਡਾ ਸੀ। ਜਾ ਕੇ ਬਹੁਤ ਮੁਰੀਦ ਅਗਾਰੀ। ਤੇ ਇਹ ਪੀਰ ਦੇ ਜਿਹੜੇ ਮੁਰੀਦ ਸਨ, ਫੋਲੋਵਰ ਸਨ, ਉਹ ਵੀ ਬਹੁਤ ਜ਼ਿਆਦਾ ਸਨ। ਸੇਵਹਿ ਸਦ ਆਇਸ ਅਨੁਸਾਰੀ। ਤੇ ਇਹਦੀ ਸੇਵਨਾ ਕਰਦੇ ਸਨ, ਇਹਦੀ ਸੇਵਾ ਕਰਿਆ ਕਰਦੇ ਸਨ। ਤੇ ਇਹਦੀ ਸੇਵਾ ਕਰਨ ਵਾਸਤੇ ਹਿੰਦੁਸਤਾਨ ਤੋਂ ਵੀ ਬੜੇ ਜਿਹੜੇ ਹਨ ਚੇਲੇ ਬਣ ਕੇ ਜਾ ਕਰਕੇ ਦਸਤਗੀਰ ਨਾਲ ਰਿਹਾ ਕਰਦੇ ਸਨ। ਸੋ ਦਸਤਗੀਰ ਜਿਹੜਾ ਹੈ ਇਹਦੇ ਕੋਲ ਜਿਹੜਾ ਹੈ ਈਰਾਨ, ਇਰਾਕ ਜਾਂ ਅਫਗਾਨਿਸਤਾਨ ਜਿਹੜਾ ਹੈ ਤੇ ਹਿੰਦੁਸਤਾਨ ਨੂੰ ਵਿੱਚ ਪਾ ਕੇ, ਸੋ ਇਹ ਸਾਰੇ ਮੁਲਕਾਂ ਦੇ ਜਿਹੜੇ ਲੋਕ ਹਨ ਚੇਲੇ ਬਣ ਕੇ ਦਸਤਗੀਰ ਦੀ ਸੇਵਾ ਕਰਿਆ ਕਰਦੇ ਸਨ ਤੇ ਦੀ ਆਗਿਆ ਵਿੱਚ ਹੀ ਰਿਹਾ ਕਰਦੇ ਸਨ। ਤੇ ਕੋ ਮਾਨ ਹਰਨ ਗੁਣ ਖਾਨੀ। ਉਹਦਾ ਮਾਨ, ਉਹਦਾ ਹੰਕਾਰ ਦੂਰ ਕਰਨ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪ੍ਰਾਪਤ ਭਏ ਜਹਾਂ ਰਾਜਧਾਨੀ। ਮਹਾਰਾਜ ਜਿੱਥੇ ਇਹ ਬਗਦਾਦ ਰਾਜਧਾਨੀ ਸੀ ਤੇ ਇਰਾਕ ਦੀ, ਸਤਿਗੁਰੂ ਜੀ ਉੱਥੇ ਆਣ ਬੈਠੇ। ਪੁਰ ਤੇ ਵਹਿਰ ਰੁਚਿਰ ਜਲ ਰਹੇਰਾ। ਮਹਾਰਾਜ ਨੇ ਆਪਣਾ ਅਸਥਾਨ, ਆਪਣਾ ਡੇਰਾ ਜਿਹੜਾ ਹੈ ਸ਼ਹਿਰ ਤੋਂ ਬਾਹਰ ਕੀਤਾ। ਬੈਠ ਗਏ ਤਹ ਕਰਕੇ ਡੇਰਾ। ਤੇ ਬੈਠ ਗਏ ਉੱਥੇ ਆਪਣਾ ਡੇਰਾ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ, ਭਾਈ ਬਾਲੇ ਨੂੰ ਨਾਲ ਲੈ ਕਰਕੇ। ਜਬ ਇੱਕ ਰਜਨੀ ਸਕਲ ਬਿਤਾਈ। ਜਦੋਂ ਇੱਕ ਰਾਤ ਦਾ ਸਮਾਂ ਬੀਤ ਗਿਆ ਸਤਿਗੁਰੂ ਜੀ ਨੂੰ ਆਇਆ ਹੋਇਆਂ, ਸ਼ਹਿਰ ਤੋਂ ਬਾਹਰ ਰਹਿੰਦਿਆਂ ਹੋਇਆਂ ਬੈਠਿਆਂ, ਜਾਗੇ ਪ੍ਰਭੂ ਭੋਰ ਆਈ। ਜਦੋਂ ਅੰਮ੍ਰਿਤ ਵੇਲਾ ਹੋਇਆ ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣਾ ਆਸਨ ਛੱਡ ਕਰਕੇ ਉੱਠੇ। ਕਰ ਇਸ਼ਨਾਨ ਪੜੀ ਮੁਖਬਾਨੀ। ਮਹਾਰਾਜ ਨੇ ਸਭ ਤੋਂ ਪਹਿਲਾਂ ਇਸ਼ਨਾਨ ਕੀਤਾ ਤੇ ਆਪਣੇ ਮੁਖਾਰ ਬਿੰਦ ਤੋਂ ਗੁਰਬਾਣੀ ਦਾ ਉਚਾਰਨ ਕੀਤਾ। ਸ੍ਰੀ ਕਰਤਾਰ ਸਿਫਤ ਮਹਿਸਾਨੀ। ਜੋ ਮਹਾਰਾਜ ਦੇ ਬਚਨ ਹਨ, ਮਹਾਰਾਜ ਦੀ ਜੋ ਮੁਖਾਰ ਬਿੰਦ ਬਾਣੀ ਹੈ, ਉਹ ਸ੍ਰੀ ਮਾਇਆ ਦੇ ਪਤੀ, ਉਸ ਕ੍ਰੀਏਟਰ ਜਿਹੜਾ ਕਰਤਾਰ ਹੈ, ਉਸ ਦੀ ਸਿਫਤ ਪ੍ਰੇਸ ਦੇ ਵਿੱਚ ਉਹ ਬਾਣੀ ਸਤਿਗੁਰਾਂ ਨੇ ਕਹੀ। ਲੱਖ ਪਾਤਾਲ ਲੱਖ ਆਕਾਸ। ਮਹਾਰਾਜ ਨੇ ਉਸ ਵੇਲੇ ਬਾਣੀ ਕਿਹੜੀ ਪੜ੍ਹੀ? ਜੋ ਜਪਜੀ ਸਾਹਿਬ ਦੀ ਬਾਣੀ ਹੈ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਵਾਤ। ਸਹਿਸ 18 ਕਹਿਨ ਕਤੇਬਾ ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ਼। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਸੋ ਸਤਿਗੁਰਾਂ ਨੇ ਇਹ ਜਦੋਂ ਪੌੜੀ ਪੜ੍ਹੀ, ਇਹ ਜਬ ਸ਼ਬਦ ਪੜਿਓ ਸੁਖ ਰਾਸ। ਜਦੋਂ ਸੁੱਖਾਂ ਦੇ ਰਾਸ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ ਜਿਹੜੀ ਪੜ੍ਹੀ, ਤੇ ਇਹ ਬਾਣੀ ਜਿਹੜੀ ਜਪਜੀ ਸਾਹਿਬ ਦਾ 22ਵਾਂ ਸ਼ਲੋਕ ਸਤਿਗੁਰਾਂ ਨੇ ਪੜ੍ਹਿਆ। ਇੱਕ ਮੁਰੀਦ ਪੀਰ ਕੋ ਆਇੰ। ਇੱਕ ਮੁਰੀਦ ਸੀਗਾ ਉਸ ਦਸਤਗੀਰ ਪੀਰ ਦਾ, ਉਸ ਵੇਲੇ ਉਹ ਉੱਥੇ ਹੀ ਆ ਗਿਆ। ਹਿਤ ਮੱਜਨ ਕੇ ਜਲ ਜਿਹ ਥਾਇਨ। ਉਹ ਵੀ ਆਇਆ ਸੀ ਇਸ਼ਨਾਨ ਕਰਨ ਵਾਸਤੇ ਤੇ ਜਲ ਵਿੱਚ, ਪਾਣੀ ਦੇ ਵਿੱਚ ਜੋ ਉਹ ਵੀ ਨੇ, ਉਹ ਇਸ਼ਨਾਨ ਕਰਨ ਵਾਸਤੇ ਹੀ ਆਇਆ ਸੀ। ਪਰ ਮੁਸਲਮਾਨ ਲੋਕ ਜਿਹੜੇ ਹਨ, ਥੋੜੇ ਜਿਹੇ ਜਿਹੜੇ ਹਨ, ਉਹ ਜਿਹੜੇ ਹਨ ਥੋੜੀ ਜਿਹੀ ਲੇਟ ਉੱਠਦੇ ਹਨ। ਸੋ ਇਸ ਪ੍ਰਕਾਰ ਕਰਕੇ ਉਹ ਆਪਣੀ ਨਵਾਜ਼, ਸੁਬਾਹ ਦੀ ਨਵਾਜ਼ ਪੜਨ ਤੋਂ ਪਹਿਲਾਂ ਇਸ਼ਨਾਨ ਕਰਨ ਵਾਸਤੇ ਆਇਆ। ਸੁਨਿਓ ਸਰੋਣ ਮਹਿ ਇਹ ਪਦ ਤਾਹੀ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਪੜੀ ਜਾਂਦੀ ਬਾਣੀ ਇਹਦੇ ਕੰਨਾਂ ਵਿੱਚ ਪਈ, ਇਹਨੇ ਸੁਣੀ। ਬਿਸਮ ਰਹਿਓ ਆਪਣੇ ਮਨ ਮਾਹੀ। ਉਹ ਆਪਣੇ ਮਨ ਦੇ ਵਿੱਚ ਬੜਾ ਹੈਰਾਨ ਹੋਇਆ ਇਹ ਸੁਣ ਕਰਕੇ, ਕਿਉਂਕਿ ਇਹ ਜਿਹੜਾ ਚੇਲਾ ਸੀ ਇਹ ਵੀ ਹਿੰਦੁਸਤਾਨ ਤੋਂ ਹੀ ਆਇਆ ਹੋਇਆ ਸੀ ਤੇ ਹਿੰਦੁਸਤਾਨ ਤੋਂ ਆਉਣ ਕਰਕੇ ਇਹਨੂੰ ਉਹ ਬੋਲੀ ਦਾ ਕੋਈ ਪ੍ਰੋਬਲਮ ਨਹੀਂ ਸੀ। ਜੋ ਸਤਿਗੁਰਾਂ ਨੇ ਇਹ ਪੌੜੀ ਪੜ੍ਹੀ ਪਾਤਾਲਾਂ ਪਾਤਾਲ ਦੀ, ਇਹਨੂੰ ਸਮਝ ਪੈ ਗਈ।
ਇਹਨੂੰ ਇੱਕ ਇੱਕ ਅੱਖਰ ਦੀ ਸਮਝ ਪੈ ਰਹੀ ਸੀ ਵੀ ਬਾਣੀ ਕੀ ਕਹਿ ਰਹੀ ਹੈ। ਇਹੋ ਕਿਆ ਕੁਫਰ ਬਖਤ ਹੈ ਕੋਈ। ਉਹਨੇ ਇਹ ਜਿਹੜਾ ਫੈਸਲਾ ਕੀਤਾ ਆਪਣੇ ਮਨ ਦੇ ਨਾਲ, ਉਸ ਚੇਲੇ ਨੇ, ਕਹਿੰਦੇ ਇਹ ਤਾਂ ਵੱਡਾ ਝੂਠ ਬੋਲ ਰਿਹਾ ਹੈ। ਇਹ ਤਾਂ ਕਹਿੰਦਾ ਕੀ ਕੁਫਰ, ਜਿਹੜਾ ਇਹ ਝੂਠ ਤੂਫਾਨ ਕੀ ਬਕ ਰਹੇ ਹਨ। ਬਕਣਾ ਹੁੰਦਾ ਹੈ ਬੋਲਣਾ। ਕਹਿੰਦੇ ਇਹ ਕੀ ਝੂਠ ਬਕ ਰਿਹਾ ਹੈ। ਕਹਿਓ ਕੁਰਾਨ ਕਿਤਾਬ ਨਾ ਸੋਈ। ਦੇਖੋ ਕਹਿੰਦੇ ਕਹਿਓ ਕੁਰਾਨ, ਕਹਿੰਦੇ ਇਹ ਜਿਹੜੀ ਗੱਲ ਕਹਿ ਰਿਹਾ ਹੈ ਪਾਤਾਲਾਂ ਪਾਤਾਲ ਲੱਖ ਆਗਾਸਾ ਆਗਾਸ, ਕਹਿੰਦੇ ਕੁਰਾਨ ਜਿਹੜੀ ਸਾਡੀ ਕੁਰਾਨ ਹੈ ਜਾਂ ਜਿਹੜੀਆਂ ਸਾਡੀਆਂ ਕਿਤਾਬਾਂ ਹਨ, ਹਦੀਸ ਹਨ, ਉਹਨਾਂ ਦੇ ਵਿੱਚ ਤਾਂ ਐਸਾ ਨਹੀਂ ਲਿਖਿਆ। ਤਰਕ ਕਰਤ ਅਸ ਗਇਓ ਸਮੀਪਾ। ਕਿਉਂਕਿ ਮੁਸਲਮਾਨ ਮੰਨਦੇ ਹਨ ਕਿ 7 ਪਤਾਲ ਹਨ ਤੇ 7 ਹੀ ਆਕਾਸ਼ ਹਨ। ਸੋ 7 ਆਕਾਸ਼ ਤੇ 7 ਪਤਾਲ ਹਨ। ਸੋ ਇਹ ਉਹਨਾਂ ਦਾ ਮੰਨਣ ਹੈ। ਤੇ ਇੱਥੇ ਸਤਿਗੁਰਾਂ ਨੇ ਜੋ ਬਾਣੀ ਪੜ੍ਹੀ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਪਾਤਾਲ ਵੀ ਜੇ ਤੇ ਆਕਾਸ਼ ਵੀ ਜਿਹੜੇ ਹਨ ਉਹ ਲੱਖਾਂ ਹੀ ਹਨ। ਓੜਕ ਭਾਲ ਥੱਕੇ ਵੇਦ ਕਹਿਨ ਇੱਕ ਬਾਤ, ਕਹਿੰਦੇ ਫਿਰ ਉਹ ਤੋਂ ਵੀ ਅੱਗੇ ਜੇ ਲੱਖ ਕਹਿ ਵੀ ਦਿੱਤਾ, ਕਹਿੰਦੇ ਉਹ ਵੀ ਬਸ ਨਹੀਂ, ਉਹ ਤੋਂ ਅੱਗੇ ਵੀ ਜਿਹੜੇ ਹਨ ਕਿੰਨੇ ਹੀ ਹਨ। ਕਹਿੰਦੇ ਓੜਕ ਜਿਹੜਾ ਹਨ ਉਹ ਤੋਂ ਵੱਧ 10 ਗੁਣਾ 20 ਗੁਣਾ ਹੋਰ ਵਧਾ ਲਈਏ, ਵਧਾਉਂਦੇ ਜਾਈਏ, ਭਾਲ ਥੱਕੇ, ਲੋਕ ਭਾਲਦੇ ਥੱਕ ਜਾਣਗੇ ਤੇ ਜਿਹੜਾ ਹਨ ਉਹਦਾ ਅੰਤ ਨਹੀਂ ਪਾਇਆ ਜਾਣਾ। ਸੋ ਇਸ ਪ੍ਰਕਾਰ ਕਰਕੇ ਕਹਿੰਦੇ ਸਾਡੇ ਪ੍ਰੋਫਟ ਨੇ ਤਾਂ 7 ਦੱਸੇ ਹਨ, 7 ਆਕਾਸ਼ ਹਨ ਤੇ 7 ਹੀ ਪਤਾਲ ਹਨ, 7 ਹਨ। ਪਰ ਇਹ ਤਾਂ ਲੱਖਾਂ ਹੀ ਦੱਸੀ ਜਾਂਦੇ ਹਨ ਤੇ ਉਹ ਤੋਂ ਅੱਗੇ ਵੀ ਦੱਸੀ ਹੋਰ ਜਾਂਦੇ ਹਨ। ਇਸ ਕਰਕੇ ਇਹ ਕੁਫਰ ਹੈ, ਝੂਠ ਹੈ। ਤਰਕ ਕਰਤ ਅਸ ਗਇਓ ਸਮੀਪਾ। ਉਹ ਆਪਣੇ ਮਨ ਦੇ ਵਿੱਚ ਐਸੀ ਤਰਕ ਕਰਦਾ ਹੋਇਆ, ਐਸਾ ਜਿਹੜਾ ਆਰਗੂਮੈਂਟ ਕਰਦਾ ਹੋਇਆ ਮਨ ਦੇ ਵਿੱਚ, ਉਹ ਆਪਣੇ ਪੀਰ ਕੋਲ ਗਿਆ। ਜਹ ਬੈਠੇ ਬੇਦੀ ਕੁਲ ਦੀਪਾ। ਜਿੱਥੇ ਜਿਹੜਾ ਹਨ, ਦੇਖੋ ਉਹਨੇ ਇਹ ਜਿਹੜਾ ਹਨ ਸਲਾਹ ਕੀਤੀ ਕਿ ਮੈਂ ਆਪਣੇ ਦਸਤਗੀਰ ਪੀਰ ਨੂੰ ਜਾ ਕੇ ਦੱਸਾਂ। ਫਿਰ ਉਹ ਕਹਿੰਦਾ ਚਲੋ ਮੈਂ ਹੋਰ ਵੀ ਸੁਣ ਲਵਾਂ, ਕਿ ਪਤਾ ਹੋਰ ਕੋਈ ਗੱਲ ਨਾ ਹੋਵੇ। ਤੇ ਉਹਨੇ ਕੀ ਕੀਤਾ, ਜਾਣ ਤੋਂ ਪਹਿਲਾਂ ਉਹਨੇ ਜਿੱਥੋਂ ਆਵਾਜ਼ ਆ ਰਹੀ ਹੈ ਨਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਬੈਠੇ ਹਨ ਉਧਰ ਨੂੰ ਤੁਰ ਪਿਆ। ਤੇ ਛਿਨ ਗਾਣ ਲੱਗਿਓ ਮਰਦਾਨਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਭਾਈ ਮਰਦਾਨੇ ਨੂੰ ਇਸ਼ਾਰਾ ਕੀਤਾ ਤੇ ਭਾਈ ਮਰਦਾਨੇ ਨੇ ਉਸੇ ਵੇਲੇ ਜਿਹੜਾ ਹੈ ਕੀਰਤਨ ਸ਼ੁਰੂ ਕਰ ਲਿਆ। ਵਾਏ ਰਬਾਬ ਸਿਫਤ ਭਗਵਾਨਾ। ਦੇਖੋ ਜਿਹੜੀ ਰਬਾਬ ਹੈ ਉਸ ਨੂੰ ਵਜਾ ਕਰਕੇ ਪਰਮਾਤਮਾ ਦੀ ਸਿਫਤ ਨੂੰ ਗਾਉਣਾ ਕੀਤਾ। ਕਰੋ ਹੋਏ ਸੁਣ ਕੇ ਚਿਰਤਾਈ। ਤੇ ਇਹ ਜਿਹੜਾ ਸੀਗਾ ਚੇਲਾ ਦਸਤਗੀਰ ਦਾ, ਇਹ ਖੜਾ ਸੁਣੀ ਜਾਂਦਾ ਹੈ। ਇੱਕ ਤਾਂ ਜਿਹੜਾ ਹੈ ਚਾਹੇ ਮੰਨੇ ਚਾਹੇ ਨਾ ਇਹ ਮੰਨੇ, ਇਹਨੂੰ ਆਨੰਦ ਆ ਰਿਹਾ ਸੀ। ਇਹ ਖੜਾ ਸੁਣੀ ਜਾਂਦਾ ਹੈ ਧਿਆਨ ਦੇ ਨਾਲ ਵੀ ਇਸ ਤੋਂ ਬਾਅਦ ਇਹਨਾਂ ਨੇ ਕੀ ਕਰਨਾ ਹੈ। ਤੇ ਇਹ ਕਹਿੰਦਾ ਵੀ ਕੰਪਲੀਟ ਸਟੋਰੀ ਲੈ ਕੇ ਮੈਂ ਫੇਰ ਆਪਣੇ ਪੀਰ ਕੋਲ ਜਾਵਾਂਗਾ। ਗਮਨਿਓ ਬਹੁਰ ਪੀਰ ਨੇ ਜਥਾਈ। ਫੇਰ ਜਦੋਂ ਕੀਰਤਨ ਦੀ ਸਮਾਪਤੀ ਹੋਈ, ਇਹ ਚਲਿਆ ਗਿਆ ਆਪਣੇ ਪੀਰ ਦੇ ਕੋਲ, ਦਸਤਗੀਰ ਕੋਲ। ਅਵਸਰ ਪਾਏ ਸੋ ਬੂਝਨ ਕੀਨਾ। ਅਵਸਰ ਪਾ ਕੇ, ਮੌਕਾ ਪਾ ਕੇ ਇਹਨੇ ਦਸਤਗੀਰ ਪੀਰ ਨੂੰ ਜਾ ਪੁੱਛਿਆ, ਹਜ਼ਰਤ ਸੁਨੋ ਕੁਫਰ ਇੱਕ ਪੀਨਾ। ਕਹਿੰਦੇ ਹੇ ਹਜ਼ਰਤ, ਹੇ ਦਸਤਗੀਰ, ਇੱਕ ਕੁਫਰ ਭਾਰੀ ਝੂਠ ਜਿਹੜਾ ਹੈ ਆਪ ਜੀ ਸੁਣੋ ਮੇਤੋਂ ਹੁਣ। ਹਿੰਦ ਫਕੀਰ ਵਹਿਰ ਹੈ ਬੈਸਾ। ਦੇਖੋ ਬਾਹਰ ਸ਼ਹਿਰ ਤੋਂ ਇੱਕ ਹਿੰਦੁਸਤਾਨ ਤੋਂ ਫਕੀਰ ਆਇਆ ਹੋਇਆ ਹੈ, ਇੱਕ ਸੰਤ ਜੋ ਦੇਖਣ ਨੂੰ, ਜੋ ਉਹਨਾਂ ਦੀ ਬੋਲੀ ਤੋਂ ਲੱਗਦਾ ਹੈ ਵੀ ਹਿੰਦੁਸਤਾਨ ਤੋਂ ਆਇਆ ਹੈ, ਜਿਹੜਾ ਹਨ ਭਾਰਤ ਤੋਂ ਆਇਆ ਹੈ। ਬਕਿਓ ਬਕਾਓ ਕੁਫਰ ਤਿਨ ਐਸਾ। ਉਹ ਉੱਥੇ ਬੈਠਾ ਝੂਠ ਬੋਲੀ ਜਾਂਦਾ ਹੈ, ਕੁਫਰ ਜਿਹੜਾ ਹੈ ਉਹ ਬੋਲੀ ਜਾਂਦਾ ਹੈ। ਬਕਿਓ ਬਕਾਊ ਆਪ ਵੀ ਬੋਲਦਾ ਹੈ, ਆਪਣੇ ਚੇਲਿਆਂ ਤੋਂ ਵੀ ਬੁਲਵਾਉਂਦਾ ਹੈ। ਉਹ ਉੱਥੇ ਬੈਠਾ ਕੁਫਰ ਐਸਾ ਬੋਲ ਰਿਹਾ ਹੈ, ਝੂਠ। 14 ਤਬਕ ਕੁਰਾਨ ਬਤਾਏ। ਦੇਖੋ ਕਹਿੰਦੇ ਵੀ ਕੁਰਾਨ ਦੇ ਵਿੱਚ ਲਿਖਿਆ ਹੋਇਆ ਹੈ ਕਿ 14 ਤਬਕ ਹਨ। 14 ਤਬਕ ਜਿਹੜੇ 14 ਤਬਕ ਜਿਹੜੇ ਹਨ ਇਹ ਕਿਵੇਂ ਹਨ? 7 ਆਕਾਸ਼ ਤੇ 7 ਪਤਾਲ, 7 + 7 ਬਣਦੇ ਹਨ 14। ਕਹਿਣਗੇ ਇਹ 14 ਹੀ ਤਬਕ ਹਨ, ਕਿਉਂਕਿ ਇਹ ਅੰਡਾਕਾਰ ਜਿਹੜੀ ਸ੍ਰਿਸ਼ਟੀ ਹੈ। ਹੁਣ ਦੇਖੋ ਇੱਕ ਵੱਡੀ ਸ੍ਰਿਸ਼ਟੀ ਹੈ, ਇੱਕ ਜਿਹੜੀ ਹੈ ਛੋਟੀ ਹੈ। ਛੋਟੀ ਸ੍ਰਿਸ਼ਟੀ ਨੂੰ ਜਿਨ੍ਹਾਂ ਨੇ ਦੇਖਿਆ ਉਹਨੂੰ ਅੰਡਾਕਾਰ ਸ੍ਰਿਸ਼ਟੀ ਕਹਿੰਦੇ ਹਨ। ਉਹ ਅੰਡਾਕਾਰ ਸ੍ਰਿਸ਼ਟੀ ਦੇ ਵਿੱਚ 7 ਆਕਾਸ਼ ਨੇ, 7 ਪਤਾਲ ਨੇ। ਸੋ ਇਸ ਪ੍ਰਕਾਰ ਕਰਕੇ ਇਹ ਤਾਂ ਇੱਕ ਹਿੱਸਾ ਹੀ ਹੈ ਉਸ ਯੂਨੀਵਰਸ ਦਾ, ਪਰ ਉਹ ਯੂਨੀਵਰਸ ਤੇ ਤਾਂ ਪਰੇ ਪਰੇ ਬਹੁਤ ਕੁਝ ਹੈ। ਕਿਉਂਕਿ ਇਹ ਸਾਖੀ ਵੀ ਜਿਹੜੀ ਹੈ ਪਰਬਲ ਆਉਂਦੀ ਹੈ
ਕਿ ਮੁਹੰਮਦ ਇੱਕ ਦਿਨ ਬੈਠਾ ਹੋਇਆ, ਕਹਿੰਦੇ ਉੱਥੇ ਊਠ ਆਉਣ ਲੱਗੇ, ਊਠਾਂ ਦੇ ਉੱਤੇ ਜਿਹੜੇ ਟਰੰਕ ਚੜਾਏ ਹੋਏ ਸਨ, ਤੇ ਉਹ ਊਠ ਰਸਤਾ ਜਿਹੜਾ ਹੈ ਮੁਹੰਮਦ ਦੇ ਰਸਤੇ ਨੂੰ ਕੱਟ ਕੇ ਸਾਹਮਣੇ ਦੀ ਉਲੰਘਣ ਲੱਗੇ। ਉਹ ਲੰਘਦੇ ਜਿਹੜਾ ਹੈ ਉਹਦਾ ਅੰਤੇ ਨਾ ਆਵੇ। ਮੁਹੰਮਦ ਡੀਕਦਾ ਹੋਇਆ, ਕਹਿੰਦੇ ਸ਼ਾਮ ਰਾਤਾਂ ਵੀ ਪੈ ਗਈਆਂ। ਅਖੀਰ ਕਰ ਉਹਨੇ ਸੋਚਿਆ ਵੀ ਇਹ ਕੌਣ ਹਨ, ਕਿੱਥੋਂ ਆਉਂਦੇ ਹਨ, ਇਹ ਟਰੰਕ ਭਰੇ, ਹਰ ਇੱਕ ਊਠ ਦੇ ਉੱਤੇ 2 ਟਰੰਕ ਨੇ। ਸੋ ਉਹਨੇ ਕੀ ਕੀਤਾ, ਅੱਗੇ ਹੋ ਕੇ ਇੱਕ ਊਠ ਤੋਂ ਇੱਕ ਟਰੰਕ ਲਾ ਲਿਆ ਥੱਲੇ, ਵੀ ਦੇਖਣ ਤਾਂ ਸਹੀ ਵੀ ਟਰੰਕ ਵਿੱਚ ਕੀ ਹੈ। ਉਹਨੇ ਟਰੰਕ ਦੇਖਿਆ ਤਾਂ ਟਰੰਕ ਜਿਹੜਾ ਸੀ ਅੰਡਿਆਂ ਨਾਲ ਭਰਿਆ ਪਿਆ, ਤੇ ਉਹਦੇ ਵਿੱਚੋਂ ਇੱਕ ਅੰਡਾ ਕੱਢ ਕੇ ਉਹਨੇ ਤੋੜਿਆ ਤਾਂ ਉਹਨੂੰ ਇੱਕ ਵਿਸ਼ਨ ਮਿਲਿਆ ਕਿ ਉਹਦੇ ਵਿੱਚ 7 ਆਕਾਸ਼ ਨੇ ਤੇ 7 ਪਤਾਲ ਨੇ ਉਹ ਇੱਕ ਆਂਡੇ ਦੇ ਵਿੱਚ। ਪਰ ਉਹ ਆਂਡਿਆਂ ਦੇ ਟਰੰਕ ਭਰੇ ਹੋਏ 2-2 ਟਰੰਕ ਜਿਹੜੇ ਸਨ, ਹਰ ਇੱਕ ਊਠ ਦੇ ਉੱਤੇ ਚੜਾਏ ਹੋਏ, ਤੇ ਊਠਾਂ ਦਾ ਵੀ ਕੋਈ ਅੰਤ ਨਹੀਂ। ਤੋ ਇਸੇ ਪ੍ਰਕਾਰ ਕਰਕੇ ਇਹਨਾਂ ਦਾ ਜਿਹੜਾ ਐਸੀ ਸਾਖੀ ਪ੍ਰਚਲਿਤ ਹੈ ਕਿ 7 ਹੀ ਆਕਾਸ਼ ਤੇ 7 ਹੀ ਪਤਾਲ ਹਨ, ਇਸ ਕਰਕੇ 14 ਤਬਕਾਂ ਨੂੰ ਮੰਨਣ ਵਾਲੇ ਹਨ। ਇਤੇ ਹੀ ਤੁਮ ਆਪ ਸੁਨਾਏ, ਕਹਿਣਗੇ ਇੰਨੇ ਵੀ ਦਸਤਗੀਰ ਪੀਰ ਨੂੰ ਕਹਿੰਦਾ ਉਹਦਾ ਚੇਲਾ, ਤੁਸੀਂ ਵੀ ਤਾਂ ਦੱਸਦੇ ਹੋ ਵੀ 14 ਹੀ ਤਬਕ ਹਨ, 7 ਆਕਾਸ਼ ਤੇ 7 ਹੀ ਪਤਾਲ ਹਨ। ਇਸ ਨੇ ਲੱਖ ਆਕਾਸ਼ ਪਤਾਲੇ, ਪਰ ਇਹਨਾਂ ਨੇ ਤਾਂ ਕੁਰਾਨ ਤੋਂ ਉਲਟ, ਆਪਣੇ ਮੁਹੰਮਦ ਸਾਹਿਬ ਦੇ ਕਹੇ ਤੋਂ ਉਲਟ ਇਹਨਾਂ ਨੇ ਤਾਂ ਲੱਖਾਂ ਹੀ ਦੱਸ ਦਿੱਤੇ ਹਨ। ਬਹੁਰ ਨਾ ਓਰਕ ਥਕ ਰਹਿ ਭਾਲੇ, ਫੇਰ ਅੱਗੇ ਦੇਖੋ ਹੋਰ ਕੀ ਕਿਹਾ, ਓੜਕ ਭਾਲ ਥੱਕੇ। ਕਹਿਣਗੇ ਵੀ ਉਹ ਤੋਂ ਵੀ ਪਰੇ, ਉਹ ਤੋਂ ਵੀ ਕਈ ਗੁਣਾ ਜ਼ਿਆਦਾ, ਤੇ ਅੱਗੇ ਤੋਂ ਅੱਗੇ ਹਨ। ਸੁਣ ਕੇ ਅਚਰਜ ਮੁਝ ਮਨ ਆਵਾ, ਕਹਿਣਗੇ ਇਹ ਸੁਣ ਕੇ ਉਹ ਚੇਲਾ ਦਸਗੀਰ ਨੂੰ ਕਹਿੰਦਾ ਵੀ ਮੇਰੇ ਮਨ ਦੇ ਵਿੱਚ ਇਹ ਹੈਰਾਨਗੀ ਆਈ, ਸਹਿਓ ਨਾ ਜਾਏ ਜੋ ਤਾਹੇ ਸੁਨਾਵਾ, ਮੈਂ ਤਾਂ ਸਹਿਆ ਨਹੀਂ ਗਿਆ ਵੀ ਐਡਾ ਝੂਠ। ਹਾਂਜੀ, ਜੋ ਕੁਰਾਨ ਤੋਂ ਉਲਟ ਬੋਲ ਰਿਹਾ ਹੈ, ਵੀ ਸਾਡੇ ਵਾਸਤੇ ਤਾਂ ਕੁਰਾਨ ਹੀ ਸਭ ਕੁਝ ਹੈ, ਜੋ ਕੁਰਾਨ ਨੇ ਦੱਸਿਆ ਉਹੀ ਸੱਚ ਹੈ, ਪਰ ਇਹਨਾਂ ਨੇ ਜਿਹੜਾ ਇਹ ਕੁਫਰ ਝੂਠ ਬੋਲਿਆ, ਮੈਂ ਤੋਂ ਸਹਾਰਿਆ ਨਹੀਂ ਜਾਂਦਾ। ਦੇਖਿਓ ਖਿਲਾਫ ਕੁਰਾਨ ਦਰਮਿਆਨ, ਮੈਂ ਤਾਂ ਇਹ ਦੇਖ ਲਿਆ ਕਿ ਇਹ ਤਾਂ ਕੁਰਾਨ ਦੇ ਕਹੇ ਤੋਂ ਉਲਟ ਚੱਲਦੇ ਹਨ, ਉਲਟ ਬੋਲ ਰਹੇ ਹਨ। ਕੂਰੋ ਕਿਦੋਂ ਫਕੀਰ ਅਜਾਨ, ਕਹਿਣ ਲੱਗੇ ਇਹ ਕੂਰੋ, ਇਹ ਝੂਠਾ, ਜਾਂ ਜਿਹੜਾ ਅਜਾਨ, ਜਾਂ ਇਹਨੂੰ ਪਤਾ ਹੀ ਨਹੀਂ ਇਹ ਕੀ ਬੋਲ ਰਿਹਾ ਇਹ ਫਕੀਰ ਨੂੰ। ਇੱਕ ਤੋਂ ਇਹ 3 ਕਹਿਓ ਅਚੰਬਾ, ਇੱਕ ਤਾਂ ਗੱਲ ਇਹ ਇਹਨਾਂ ਨੇ ਕੀਤੀ ਉੱਥੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਵਾਲੀ, ਪਹਿਲੀ ਤਾਂ ਗੱਲ ਇਹਨਾਂ ਨੇ ਇਹ ਕੀਤੀ। ਕਹਿੰਦੇ ਦੂਸਰ ਕੀਨ ਰਾਗ ਪ੍ਰਾਰੰਭਾ, ਫਿਰ ਇਹਨਾਂ ਨੇ ਜਿਹੜਾ ਇੱਕ ਹੋਰ ਪਾਪ ਕੀਤਾ ਵੱਡਾ, ਇਹਨਾਂ ਨੇ ਰਾਗ ਸ਼ੁਰੂ ਕਰ ਲਏ, ਰਾਗਾਂ ਦੇ ਵਿੱਚ ਇਹ ਕੁਝ ਗਾਉਣ ਲੱਗੇ। ਤੁਮਨੇ ਸਗਰੇ ਦੇਸ ਮਝਾਰੀ, ਦੇਖੋ ਦਸਤਗੀਰ ਨੂੰ ਕਹਿੰਦਾ ਉਹਦਾ ਚੇਲਾ, ਤੂੰ ਤਾਂ ਸਾਰੇ ਮੁਲਕ ਦੇ ਵਿੱਚ ਇਹ ਜਿਹੜੀ ਪਾਬੰਦੀ ਲਾਈ ਹੋਈ ਹੈ ਕਿ ਕੋਈ ਵੀ ਕੀਰਤਨ ਜਾਂ ਕੋਈ ਵੀ ਰਾਗ ਕੋਈ ਨਹੀਂ ਪੜ ਸਕਦਾ, ਰਾਗਾਂ ਤੇ ਪਾਬੰਦੀ ਲਾਈ ਹੋਈ ਹੈ, ਸਟ੍ਰਿਕਟਲੀ ਪ੍ਰੋਹਿਬਿਟਡ ਹੈ ਵੀ ਕੋਈ ਵੀ ਜਿਹੜਾ ਹੈ ਮਿਊਜ਼ਿਕ ਜਾਂ ਰਾਗ ਨਹੀਂ ਕਰ ਸਕਦਾ। ਸੋ ਇਹ ਜਿਹੜਾ ਤੁਸੀਂ ਬੰਦ ਕੀਤਾ ਹੋਇਆ ਹੈ, ਕਿਉਂਕਿ ਮੁਸਲਮਾਨ ਇਹ ਗੱਲ ਨੂੰ ਮੰਨਦੇ ਹਨ ਕਿ ਰਾਗਾਂ ਦੇ ਵਿੱਚੋਂ ਵਿਸ਼ੇ ਵਿਕਾਰ ਪੈਦਾ ਹੁੰਦੇ ਹਨ, ਇਸ ਕਰਕੇ ਜਿਹੜੇ ਕਿ ਬਹੁਤੇ ਜ਼ਿਆਦੇ ਆਪਣੇ ਧਰਮ ਵਿੱਚ ਪੱਕੇ ਹੁੰਦੇ ਨੇ, ਇਹ ਰਾਗਾਂ ਨੂੰ ਹੀ ਬੈਨ ਕਰ ਦਿੰਦੇ, ਪ੍ਰੋਹਿਬਿਟ ਕਰ ਦਿੰਦੇ ਹਨ। ਕਰਨ ਸਰੋਧ ਕੀਨ ਹਟਕਾਰੀ, ਕਹਿਣ ਲਗੇ ਕਰਨ ਸਰੋਧ ਕੀਨ ਹਟਕਾਰੀ, ਕਹਿਣ ਲਗੇ ਦੇਖੋ ਹੁਣ ਤੁਸੀਂ ਇਉਂ ਕਰੋ, ਉਸ ਚੇਲਾ ਕਹਿੰਦਾ ਦਸਤਗੀਰ ਨੂੰ, ਕਰਨ ਸਰੋਧ, ਕਹਿਣ ਲਗੇ ਇਹਨਾਂ ਨੂੰ ਕੀਰਤਨ ਕਰਨ ਤੋਂ ਤੁਸੀਂ ਹਟਾ ਦਿਓ, ਹੁਣ ਇਹਨਾਂ ਨੂੰ ਹਟਾ ਦਿਓ, ਤੁਸੀਂ ਕਰਨ ਨਾ ਦਿਓ। ਜੇ ਸਮੀਪ ਹੋਏ ਆਇਸ ਭੰਗਾ, ਤੇ ਜਿਹੜੇ ਇੰਸਟਰੂਮੈਂਟ ਲੈ ਕੇ ਇਹ ਰਾਗ ਪੜ੍ਹਦੇ ਹਨ, ਤੇ ਉਹਨਾਂ ਦਾ ਜਿਹੜਾ ਹੈ, ਉਹਨਾਂ ਦਾ ਜਿਹੜਾ ਸਰੋਧ ਜਾਂ ਸਰੋਧ ਕਹਿ ਲਈਏ, ਉਹਨਾਂ ਦਾ ਇੰਸਟਰੂਮੈਂਟ ਜਿਹੜਾ ਹੈ ਰਬਾਬ ਵਰਗਾ ਹੈ, ਵੀ ਰਬਾਬ ਵਧੀ ਸ਼ਕਲ ਵਾਲਾ ਹੈ। ਸੋ ਇਸ ਕਰਕੇ ਕਰਨ ਸਰੋਧ ਕੀਨ ਹਟਕਾਰੀ, ਇਹਨਾਂ ਨੂੰ ਰਬਾਬ ਵਜਾਉਣ ਤੋਂ ਹਟਾ ਦਿਓ ਤੁਸੀਂ। ਜੇ ਸਮੀਪ ਹੋਏ ਆਇਸ ਭੰਗਾ, ਜੇ ਤੁਹਾਡੇ ਨੇੜੇ ਹੀ ਤੁਹਾਡੇ ਜਿਹੜੇ ਹਨ ਇੰਸਟਰਕਸ਼ਨ ਤੋਂ ਉਲਟ ਕੰਮ ਚੱਲਣ ਲੱਗੇ, ਜੇ ਤੁਹਾਡੇ ਅੱਖਾਂ ਦੇ ਸਾਹਮਣੇ ਤੁਹਾਡੀ ਜਿਹੜੀ ਹੈ ਬਣਾਇਆ ਹੋਇਆ ਕਾਨੂੰਨ ਕੋਈ ਤੋੜੇ, ਹੈ ਦੂਰ ਸੋ ਕਰੈ ਸੰਗਾ, ਫੇਰ ਤਾਂ ਦੂਰ ਹੋ ਕੇ ਬੰਦੇ ਪਤਾ ਨਹੀਂ ਕੀ ਕਰਨਗੇ। ਜੇ ਤੁਹਾਡੇ ਨੇੜੇ ਹੀ ਐਸਾ ਕੁਝ ਹੋ ਰਿਹਾ, ਤੁਸੀਂ ਜਿਹੜਾ ਹੈ ਇਹ ਪਾਬੰਦੀ ਲਾਈ ਤੇ ਉਹ ਤੁਹਾਡੇ ਸਾਹਮਣੇ ਇਹ ਕਰ ਰਿਹਾ ਹੈ, ਜੇ ਤੁਸੀਂ ਨਾ ਹਟਾਇਆ ਤਾਂ ਦੂਰ ਬੈਠਾ ਬੰਦਾ ਫਿਰ ਕੀ ਕਰੇਗਾ। ਦਿਨ ਪ੍ਰਤ ਤੇਜ ਹੋਏ ਲੱਗ ਜਾਈ, ਦਿਨ ਪ੍ਰਤ, ਕਹਿਣਗੇ ਦਿਨ ਪ੍ਰਤ, ਦਿਨ ਪਰ ਦਿਨ, ਜੋ ਦਿਨ ਬੀਤਣਗੇ ਇਹਨਾਂ ਦਾ ਜਿਹੜਾ ਹਨ ਤੇਜ ਵਧੇਗਾ ਤੇ ਤੁਹਾਡਾ ਘਟ ਜਾਣਾ ਹੈ। ਜੇ ਨਾ ਤੇ ਦਾਰਕ ਦੇਹੋ ਤਿਸਤਾਈ, ਹਾਂ, ਕਹਿਣਗੇ ਇਸ ਕਰਕੇ ਇਹਨਾਂ ਨੂੰ ਜਿਹੜਾ ਹੈ ਤੁਸੀਂ ਇਹ ਪ੍ਰਬੰਧ ਕਰੋ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ, ਇਹਨਾਂ ਨੂੰ ਹਟਾਇਆ ਜਾਵੇ, ਇਹਨਾਂ ਨੂੰ ਲੋਕਾਂ ਵਿੱਚ ਇਹਨਾਂ ਦੀ ਸਜ਼ਾ
ਜਿਹੜਾ ਹਨ ਪਬਲਿਕ ਲਈ ਦਿੱਤੀ ਜਾਵੇ, ਤਾਂ ਕਰਕੇ ਸਾਰੇ ਲੋਕ ਦੇਖਣ ਵੀ ਇਹ ਜਿਹੜਾ ਰਾਗ ਪੜਨ ਦੀ ਕਿੱਡੀ ਵੱਡੀ ਸਜ਼ਾ ਮਿਲਦੀ ਹੈ, ਤਾਂ ਕਰਕੇ ਲੋਕ ਡਰਨ। ਦੇਖੋ ਪਨਿਸ਼ਮੈਂਟ ਜਿਹੜਾ ਹੁੰਦਾ ਹੈ ਆਮ ਕਰਕੇ ਜਿਹੜਾ ਹਨ ਪਬਲਿਕਲੀ ਕਿਉਂ ਦਿੱਤਾ ਜਾਂਦਾ ਹੈ, ਕਿਉਂਕਿ ਇੱਕ ਬੰਦੇ ਦੀ ਗਲਤੀ ਨੂੰ ਦਿਖਾਉਣ ਵਾਸਤੇ, ਦੂਜਿਆਂ ਨੂੰ ਡਰਾਉਣ ਵਾਸਤੇ ਇਹ ਕੀਤਾ ਜਾਂਦਾ ਹੈ। ਤੇ ਇਸ ਪ੍ਰਕਾਰ ਕਰਕੇ ਲੋਕਾਂ ਨੇ ਜਿਹੜਾ ਹੈ ਐਸੀ ਰੀਤ ਵੀ ਬਣਾਈ ਕਿ ਲੋਕਾਂ ਨੂੰ ਹੀ ਵਰਤਿਆ ਜਾਂਦਾ ਹੈ ਉਸ ਪਨਿਸ਼ਮੈਂਟ ਨੂੰ ਦੇਣ ਵਾਸਤੇ, ਤਾਂ ਕਰਕੇ ਕੋਈ ਕੰਪਲੇਨ ਨਾ ਕਰ ਸਕੇ ਕਿ ਇਹ ਅਨਿਆਏ ਹੋ ਗਿਆ। ਕੋਈ ਨਹੀਂ ਬੋਲ ਸਕਦਾ, ਕਿਉਂਕਿ ਕਹਿੰਦੇ ਵੀ ਤੂੰ ਵੀ ਤਾਂ ਪੱਥਰ ਮਾਰੇ ਸੀ। ਸਾਰਿਆਂ ਤੋਂ ਉਹ ਸਜ਼ਾ ਦਵਾ ਕੇ ਸਾਰਿਆਂ ਨੂੰ ਆਪਣੇ ਵਿੱਚ ਮਿਲਾ ਲੈਂਦੇ ਨੇ, ਤੇ ਉੱਥੇ ਫਿਰ ਕੋਈ ਬੋਲ ਨਹੀਂ ਸਕਦਾ ਵੀ ਇਹ ਗਲਤ ਹੋਇਆ ਜਾਂ ਇਹ ਹੋਇਆ। ਇਸ ਪ੍ਰਕਾਰ ਕਰਕੇ ਇਹ ਸਾਰੀਆਂ ਪਾਲਿਸੀਆਂ ਜਿਹੜੀਆਂ ਹਨ ਮੋਨੋਪਲਾਈਜ਼ ਕਰਨ ਦੀਆਂ, ਦੂਜਿਆਂ ਦੇ ਉੱਤੇ ਕਬਜ਼ਾ ਕਰਨ ਦੀਆਂ, ਰਾਜ ਕਰਨ ਦੀਆਂ ਹਨ ਸਾਰੀਆਂ। ਇਸ ਫਕੀਰ ਨੇ ਕੁਫਰ ਉਚਾਰਾ, ਕਹਿਣਗੇ ਇਸ ਫਕੀਰ ਨੇ ਕੁਫਰ ਉਚਾਰਿਆ, ਝੂਠ ਬੋਲਿਆ, ਤੇ ਨਾਲੇ ਇਹਨਾਂ ਨੇ ਕੀਰਤਨ ਕੀਤਾ, ਰਾਗ ਜਿਹੜਾ ਪੜਿਆ। ਲਾਇਕ ਹੈ ਸਜਾਏ ਇਹੋ ਭਾਰਾ, ਇਸ ਕਰਕੇ ਇਹ ਲਾਇਕ ਹਨ ਸਜ਼ਾ ਦੇ, ਇਹਨਾਂ ਨੂੰ ਪਨਿਸ਼ਮੈਂਟ ਦੇਣਾ ਚਾਹੀਦਾ ਹੈ। ਜੋ ਇਸਕੋ ਬਰਜਹੁ ਨਹਿ ਅਬਹੀ, ਜੇ ਤੁਸੀਂ ਇਹਨੂੰ ਇਸ ਵਕਤ ਹੁਣ ਤੁਸੀਂ ਨਹੀਂ ਰੋਕੋਗੇ, ਮੁਸਲਮਾਨ ਕਾਫਰ ਹੋਏ ਸਭ ਹੀ, ਤੇ ਫੇਰ ਤਾਂ ਮੁਸਲਮਾਨਾਂ ਨੇ ਹੌਲੀ ਹੌਲੀ ਹੋ ਕੇ ਸਾਰਿਆਂ ਨੇ ਕਾਫਰ ਬਣ ਜਾਣਾ ਹੈ। ਤੁਹਾਡੀ ਕੀ ਚੱਲੇਗੀ? ਲੋਕ ਕਹਿੰਦੇ ਉਹਨੂੰ ਨਹੀਂ ਤੂੰ ਹਟਾਇਆ, ਹੁਣ ਸਾਨੂੰ ਕਿਉਂ ਹਟਾਉਣਾ? ਹਾਂ, ਜੇ ਉਹਨੂੰ ਤੂੰ ਜਿਹੜਾ ਆਗਿਆ ਕੀਤੀ ਵੀ ਤੂੰ ਗਾ ਸਕਦਾ, ਫਿਰ ਅਸੀਂ ਕਿਉਂ ਨਹੀਂ ਗਾ ਸਕਦੇ? ਕਹਿੰਦੇ ਇਸ ਪ੍ਰਕਾਰ ਕਰਕੇ ਮੁਸਲਮਾਨ ਤਾਂ ਸਾਰੇ ਕਾਫਰੇ ਬਣ ਜਾਣਗੇ। ਦਸਤਗੀਰ ਸੁਣ ਕੇ ਅਸਚੇਰਾ, ਦਸਤਗੀਰ ਨੇ ਜਦੋਂ ਆਪਣੇ ਚੇਲੇ ਤੋਂ ਐਸਾ ਸੁਣਿਆ, ਮਨ ਮੈਂ ਕੀਨੋ ਕ੍ਰੋਧ ਕਨੇਰਾ, ਉਹਨੇ ਆਪਣੇ ਮਨ 'ਚ ਬੜਾ ਕ੍ਰੋਧ ਕੀਤਾ, ਗੁੱਸਾ ਚੜ ਗਿਆ ਜੀ ਉਸਨੂੰ ਬਹੁਤ ਜ਼ਿਆਦਾ ਦਸਤਗੀਰ ਨੂੰ। ਆਇਸ ਸਗਰੇ ਨਗਰ ਪਠਾਈ, ਉਹਨੇ ਕੀ ਕੀਤਾ, ਆਪਣਾ ਹੁਕਮ ਜਿਹੜਾ ਸੀ ਸਾਰੀ ਨਗਰੀ ਨੂੰ ਦੇ ਦਿੱਤਾ। ਸਾਰੀ ਨਗਰੀ ਦੇ ਵਿੱਚ ਉਹਨੇ ਢੰਡੋਰਾ ਫਿਰਾ ਦਿੱਤਾ, ਤੇ ਸਾਰੀ ਨਗਰੀ ਦੇ ਲੋਕਾਂ ਨੂੰ ਉਹਨਾਂ ਨੇ ਇਹ ਕਿਹਾ, ਸੰਗ ਸਾਰ ਤਿਸ ਕਰੀਏ ਜਾਈ, ਕਹਿਣਗੇ ਸੰਗ ਸਾਰ, ਕਹਿੰਦੇ ਵੱਟੇ ਮਾਰ ਮਾਰ ਕੇ ਉਹਨਾਂ ਨੂੰ ਮਾਰ ਦਿਓ, ਜਾ ਕੇ ਮਾਰੋ ਵੱਟੇ। ਹਰ ਇੱਕ ਬੰਦਾ ਇੱਕ ਇੱਕ ਵੱਟਾ, ਇੱਕ ਇੱਕ ਪੱਥਰ ਆਪਣੇ ਹੱਥ ਵਿੱਚ ਲੈ ਜਾਵੇ, ਤੇ ਜਿੱਥੇ ਇਹ ਹਿੰਦ ਦਾ ਪੀਰ ਬੈਠਾ ਹੈ, ਗੁਰੂ ਨਾਨਕ ਸਾਹਿਬ ਜੀ ਬੈਠੇ ਹਨ, ਉਹਨਾਂ ਨੂੰ ਪੱਥਰ ਮਾਰ ਮਾਰ ਕੇ ਮਾਰ ਦਿਓ ਸਾਰੇ। ਕਹਿੰਦੇ ਇੱਕ ਇੱਕ ਪੱਥਰ ਚੁੱਕ ਕੇ ਲੈ ਜਾਓ, ਇਹ ਤੁਹਾਨੂੰ ਹੁਕਮ ਹੈ ਸਾਡਾ। ਸਭ ਚਲ ਜਾਵੋ ਨਾ ਲੇਹੋ ਲਾਭ ਹੋ ਦੇਰਾ, ਕਹਿਣਗੇ ਸਭ ਚੱਲ ਜਾਓ, ਸਾਰੇ ਹੁਣ ਚਲੇ ਜਾਓ, ਦੇਰ ਨਾ ਲਾਇਓ, ਹੁਣ ਛੇਤੀ ਪਹੁੰਚੋ ਉੱਥੇ, ਮਾਰੋ ਜਾ ਕੇ ਉਹਨਾਂ ਦੇ ਜਿਹੜੇ ਪੱਥਰ। ਹੁਕਮ ਭੰਗ ਕੀਨੋ ਤਿਨ ਮੇਰਾ, ਕਹਿਣਗੇ ਕਿਉਂਕਿ ਉਹਨਾਂ ਦੀ ਸਜ਼ਾ ਇਹ ਕਿਉਂ ਉਹਨਾਂ ਨੂੰ ਦੇਣੀ ਹੈ, ਉਹਨਾਂ ਦਾ ਜਿਹੜਾ ਹੈ ਗੁਨਾਹ ਕੀ ਹੈ ਕਿ ਉਹਨਾਂ ਨੇ ਸਾਡਾ ਹੁਕਮ ਤੋੜਿਆ ਹੈ। ਉਹ ਸਾਡੇ ਹੁਕਮ 'ਚ ਨਹੀਂ ਰਹੇ। ਅਸੀਂ ਕਿਹਾ ਸੀ ਕੋਈ ਰਾਗ ਨਹੀਂ ਪੜ੍ਹ ਸਕਦਾ, ਇਹਨਾਂ ਨੇ ਰਾਗ ਪੜ੍ਹਿਆ ਆ ਕੇ ਸਾਡੇ ਮੁਲਕ ਦੇ ਵਿੱਚ। ਇਹ ਵੱਡੀ ਜਿਹੜੀ ਅਵਗਿਆ ਕੀਤੀ, ਗਲਤੀ ਕੀਤੀ ਹੈ, ਇਹ ਸਜ਼ਾ ਦੇ ਲਾਇਕ ਹਨ। ਇਸ ਕਰਕੇ ਜਾ ਕੇ ਇਹਨਾਂ ਤੇ ਪੱਥਰ ਮਾਰੋ। ਵੈ ਹਦੂਰ ਜਿਨ ਕੀਨ ਟਠਾਈ, ਕਹਿਣਗੇ ਦੇਖੋ ਇਹ ਢੀਠਤਾ ਜਿਹੜੀ ਹੈ ਇਹਨਾਂ ਨੇ ਸਾਡੇ ਸਾਹਮਣੇ ਕੀਤੀ, ਜਿਹੜੇ ਕੰਮ ਤੋਂ ਅਸੀਂ ਹਟਾਇਆ ਉਹੀ ਕੰਮ ਸਾਡੇ ਸਾਹਮਣੇ ਆ ਕੇ ਕੀਤਾ। ਦੂਰ ਭਏ ਤੇ ਕਸ ਡਰ ਪਾਈ, ਤੇ ਦੂਰ ਹੋਣ ਤੋਂ ਤਾਂ ਇਹਨਾਂ ਨੇ ਕੀ ਡਰਨਾ ਸੀ ਸਾਤੋਂ, ਸਾਡੇ ਨੇੜੇ ਵੀ ਹੋ ਕੇ ਸਾਤੋਂ ਨਹੀਂ ਡਰੇ। ਇਹ ਬਗਦਾਦ ਜੋ ਥਾਨ ਮਹਾਨਾ, ਦੇਖੋ ਇਹ ਬਗਦਾਦ ਹੈ ਸ਼ਹਿਰ, ਇਹ ਬਗਦਾਦ ਜਿਹੜਾ ਵੱਡਾ ਸ਼ਹਿਰ ਜਿੱਥੇ ਸਾਡੀ ਚਲਦੀ ਹੈ। ਤੁਰਕਾਨੇ ਕੋ ਵੱਡੋ ਟਿਕਾਣਾ, ਤੇ ਇਹ ਤੁਰਕਾਨੇ ਇਹ ਮੁਸਲਮਾਨਾਂ ਦਾ ਵੱਡਾ ਟਿਕਾਣਾ ਹੈ, ਵੱਡਾ ਗੜ ਹੈ, ਸੈਂਟਰ ਹੈ ਇਹ ਮੁਸਲਮਾਨਾਂ ਵਾਸਤੇ। ਜੇਕਰ ਇਹ ਅਵਗਿਆ ਹੋਈ, ਜੇ ਇੱਥੇ ਮੁਸਲਮਾਨੀ ਧਰਮ ਦੇ ਉਲਟ ਗੱਲਾਂ ਕੀਤੀਆਂ ਗਈਆਂ, ਅਵਗਿਆ ਹੋਈ, ਕੁਰਾਨ ਤੋਂ ਉਲਟ ਜਿਹੜੀਆਂ ਹਨ ਜਿਹੜੀ ਗੱਲ ਕੀਤੀ ਜਾਵੇ, ਤਾਂ ਇਹ ਬਗਦਾਦ ਸ਼ਹਿਰ 'ਚ ਹੀ ਐਸਾ ਹੋਣ ਲੱਗ ਜੇ। ਉਹਨੇ ਮੇਰੇ ਯਾਦ ਰੱਖਿਆ ਨਾ ਕੋਈ, ਫੇਰ ਮਰਿਆਦਾ ਨੂੰ ਕੌਣ ਰੱਖੇਗਾ? ਇਹ ਮੁਸਲਮਾਨੀ ਧਰਮ ਦੀ ਮਰਿਆਦਾ ਫੇਰ ਕਿਸੇ ਨੇ ਨਹੀਂ ਰੱਖਣੀ। ਦਸਤਗੀਰ ਕੀ ਆਏ ਸਪਾਏ, ਉਸ ਵੇਲੇ ਦਸਤਗੀਰ ਪੀਰ ਦੀ ਆਗਿਆ ਨੂੰ ਪਾ ਕੇ ਬਾਲਕ ਬੁੱਢੇ ਤਰੁਣ ਧਾਏ, ਦੇਖੋ ਬਾਲਕ ਛੋਟੇ ਜਿਹੜਾ ਬੱਚੇ ਹਨ, ਬੁੱਢੇ ਜਿਹੜੇ ਬੁੱਢੇ ਹਨ, ਤੇ ਤਰਨ ਜਿਹੜੇ ਨੌਜਵਾਨ ਹਨ, ਉਹ ਸਾਰੇ ਤੁਰ ਪਏ ਜੀ, ਮੂੰਹ ਚੱਕ ਕੇ ਤੁਰ ਪਏ ਵੀ ਸਾਨੂੰ ਹੁਣ ਦਸਤਗੀਰ ਨੇ ਹੁਕਮ ਕਰਤਾ, ਅਸੀਂ ਜਾ ਕੇ ਉੱਥੇ ਹੁਣ ਕੀ ਕਰਨਾ ਹੈ। ਇੱਕ ਇੱਕ ਪਾਹਨ ਸਭ ਕਰ ਲੀਨਾ, ਜਾਂਦਿਆਂ ਜਾਂਦਿਆਂ ਸਾਰਿਆਂ ਨੇ ਇੱਕ ਇੱਕ ਵੱਟਾ, ਇੱਕ ਇੱਕ ਪੱਥਰ ਆਪਣੇ ਹੱਥ ਵਿੱਚ ਲੈ ਲਿਆ। ਜੋ ਜਵਾਨ ਸੀ ਉਹਨਾਂ ਨੇ ਵੱਡੇ ਵੱਡੇ ਪੱਥਰ ਚੱਕ ਲਏ, ਤੇ ਜਿਹੜੇ ਬੁੱਢੇ ਸਨ ਉਹਨਾਂ ਨੇ ਥੋੜੇ ਛੋਟੇ, ਬਾਲਕਾਂ ਨੇ ਵੀ ਚੁੱਕ ਲਏ ਜਿੰਨੇ ਕਿ ਉਹਨਾਂ ਤੋਂ ਚੁੱਕ ਹੋਏ। ਚੱਲਣ ਲੱਗੇ ਵੱਡ ਰੌਰਾ ਕੀਨਾ, ਉਹ ਚੱਲਣ ਲੱਗੇ ਉਹ ਸਥਾਨ ਨੂੰ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਬੈਠੇ ਹਨ, ਉੱਥੇ ਜਾਂਦੇ ਹਨ। ਭਾਈ ਬਾਲਾ ਜੀ
ਇਹ ਸਾਖੀ ਦੱਸ ਰਹੇ ਹਨ। ਕਹਿੰਦੇ ਦੇਖੋ ਅਸੀਂ ਉੱਥੇ ਬੈਠੇ ਸਾਂ, ਸਾਡੇ ਵੱਲ ਤੁਰ ਕੇ ਆ ਰਹੇ ਹਨ ਸਾਰੇ। ਸ੍ਰੀ ਨਾਨਕ ਸੁਨ ਕਹਿ ਤਿਹ ਕਾਲਾ। ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਦੋਂ ਰੌਲਾ ਸੁਣਿਆ, ਲੋਕਾਂ ਦੀਆਂ ਪੈੜਾਂ ਸੁਣੀਆਂ ਤੇ ਗਰਦ ਉੱਡਣ ਲੱਗੀ ਆਕਾਸ਼ ਵਾਲੇ, ਸਾਰੀ ਨਗਰੀ ਬਗਦਾਦ ਦੀ ਇਕੱਠੀ ਹੋ ਕੇ ਆ ਰਹੀ ਹੈ ਪੱਥਰ ਚੱਕ ਕੇ। ਉੱਚੀ ਦੀਨੀ ਬਾਂਗ ਬਿਸਾਲਾ। ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਉੱਚੀ ਆਵਾਜ਼ ਵਿੱਚ ਬਾਂਗ ਦਿੱਤੀ, ਜਿਵੇਂ ਮੁਸਲਮਾਨ ਆਪਣੀ ਨਮਾਜ਼ ਵੇਲੇ ਬਾਂਗ ਦਿੰਦੇ ਹਨ, ਤੇ ਮਹਾਰਾਜ ਨੇ ਵੀ ਇੱਕ ਬਾਂਗ ਦਿੱਤੀ। ਨਿਰੰਕਾਰ ਸਤਿ ਸ੍ਰੀ ਅਕਾਲਾ। ਮਹਾਰਾਜ ਨੇ ਬਾਂਗ ਕਿਹੜੀ ਦਿੱਤੀ? ਨਿਰੰਕਾਰ ਸਤਿ ਸ੍ਰੀ ਅਕਾਲਾ। ਗੁਰਬਰ ਏਕੰਕਾਰ ਕਿਰਪਾਲਾ। ਗੁਰਬਰ ਏਕੰਕਾਰ ਕਿਰਪਾਲਾ। ਮਹਾਰਾਜ ਨੇ ਇਹ ਬਾਂਗ ਦਿੱਤੀ, ਨਿਰੰਕਾਰ ਸਤਿ ਸ੍ਰੀ ਅਕਾਲਾ, ਗੁਰਬਰ ਏਕੰਕਾਰ ਕਿਰਪਾਲਾ। ਬੜੀ ਉੱਚੀ ਆਵਾਜ਼ ਦੇ ਨਾਲ ਮਹਾਰਾਜ ਨੇ ਇਹ ਆਵਾਜ਼ ਦਿੱਤੀ। ਪਰ ਜਿਹੜਾ ਹੈ ਭਾਈ ਮਨੀ ਸਿੰਘ ਆਪਣੇ ਜਿਹੜੇ ਹਨ ਗਿਆਨ ਰਤਨਾਵਲੀ ਦੇ ਵਿੱਚ ਉਹੀ ਜਿਹੜੀ ਹੈ ਬਾਂਗ ਬਾਰੇ ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹੜੀ ਬਾਂਗ ਦਿੱਤੀ? ਗੁਰਬਰ ਅਕਾਲ ਸਤਿ ਸ੍ਰੀ ਅਕਾਲ, ਚਿੱਤ ਚਰਨ ਨਾਮ ਘਰ ਕਰ ਪ੍ਰਣਾਮ, ਗੁਰ ਪ੍ਰਭ ਕਿਰਪਾਲ ਜੋ ਸਰਬ ਜੀਵਾਲ। ਸੋ ਜਿਹੜਾ ਹੈ ਮਹਾਰਾਜ ਨੇ ਇਹ ਬਾਂਗ ਦਿੱਤੀ। ਸ਼ਹੀਦ ਭਾਈ ਮਨੀ ਸਿੰਘ ਜੀ ਕਹਿੰਦੇ ਸੁਣ ਕਰ ਬਾਂਗ ਸਰਬ ਨਰ ਨਾਰੀ। ਇਹ ਬਾਂਗ ਨੂੰ ਸੁਣ ਕਰਕੇ ਸਾਰੇ ਨਰ ਤੇ ਨਾਰੀਆਂ ਜਿਹੜੇ ਬੱਚੇ ਜਿਹੜੇ ਮਰਦ ਤੇ ਔਰਤਾਂ ਹਨ, ਸੁਨ ਮੁਨ ਹੋਏ ਇੱਕ ਵਾਰੀ। ਉਹ ਸਾਰੇ ਮੁਰਸ਼ਦ ਹੋ ਗਏ। ਜਿੱਥੋਂ ਆਉਂਦੇ ਸਨ ਉੱਥੇ ਡਿੱਗ ਪਏ, ਸਾਰੇ ਲੰਮੇ ਪੈ ਕੇ। ਕੋਈ ਅੱਗੇ ਨਾ ਆ ਸਕਿਆ। ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ, ਮੁਰਸ਼ਦ ਹੋ ਕੇ ਫੇਂਟ ਹੋ ਕੇ ਸਾਰੀ ਨਗਰੀ ਡਿੱਗ ਪਈ ਜੀ ਉੱਥੇ। ਜਬ ਹੈ ਬਿਲੋਕੀ ਅਜਮਤ ਪੀਨਾ। ਜਦੋਂ ਇਹ ਤਕੜੀ ਜਿਹੜੀ ਅਜਮਤ ਜਿਹੜਾ ਹਨ ਇਸ ਗੁਰੂ ਨਾਨਕ ਦੀ ਆਵਾਜ਼ ਦੇ ਨਾਲ ਸਾਰੀ ਨਗਰੀ ਮੁਰਸ਼ਦ ਹੋ ਗਈ, ਸਾਰੇ ਹੀ ਡਿੱਗ ਪਏ ਹਨ, ਤਾਂ ਇਹ ਜਦੋਂ ਤਕੜੀ ਅਜਮਤ ਸ਼ਕਤੀ ਦੇਖੀ ਦਸਤਗੀਰ ਨੇ, ਆਪ ਹੈ ਪੀਰ ਪਿਆਨੋ ਕੀਨਾ। ਫਿਰ ਪੀਰ ਦਸਤਗੀਰ ਆਪ ਚੱਲ ਕੇ ਆਇਆ। ਪਹਿਲਾਂ ਤਾਂ ਉਹਨੇ ਸਿਰ ਬੰਦੇ ਭੇਜੇ ਸਨ ਵੀ ਆਪੇ ਆਪ ਮਾਰ ਕੇ ਆ ਜਾਣਗੇ, ਚਲੋ ਕੰਮ ਮੁੱਕੇਗਾ। ਪਰ ਹੁਣ ਦਸਤਗੀਰ ਨੂੰ ਆਪਣਾ ਜਿਹੜਾ ਸਿੰਘਾਸਨ ਛੱਡ ਕੇ ਆਉਣਾ ਪਿਆ। ਉੱਠ ਕੇ ਆਇਆ ਕਿ ਇਹ ਤਾਂ ਬੜਾ ਪਾਵਰਫੁਲ ਬੰਦਾ ਹੈ ਜਿਹਨੇ ਮੇਰੀ ਸਾਰੀ ਨਗਰੀਓ ਮਾਰ ਦਿੱਤੀ। ਮਾਨਵ ਬ੍ਰਿੰਦ ਲਏ ਨਿਜ ਸੰਗਾ। ਉਹਨੇ ਆਪਣੇ ਚੇਲੇ ਜਿਹੜੇ ਬਹੁਤ ਸਾਰੇ ਆਪਣੇ ਲਾਣ ਲੈਣਾ ਕੀਤੇ ਦਸਤਗੀਰ ਨੇ। ਚੇਤਨ ਆਇਓ ਹਿਰਦੈ ਉਮੰਗਾ। ਦੇਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜਿੱਤਣ ਵਾਸਤੇ ਆ ਰਿਹਾ ਹੈ। ਇਹ ਉਹਦਾ ਖਿਆਲ ਹੈ ਕਿ ਮੈਂ ਸਤਿਗੁਰਾਂ ਨੂੰ ਅੱਜ ਜਿੱਤਣਾ ਹੈ। ਬੜਾ ਉਤਸ਼ਾਹ ਉਹਦੇ ਮਨ ਦੇ ਵਿੱਚ ਦਸਤਗੀਰ ਦੇ। ਨਿਜ ਅਜਮਤ ਜੜਤਾ ਸਭ ਕੇਰੀ। ਕਿਉਂਕਿ ਉਹਦੇ ਮਨ ਦੇ ਵਿੱਚ ਆਪਣੀ ਸ਼ਕਤੀ ਦਾ ਹੰਕਾਰ ਹੈ, ਆਪਣੀ ਸ਼ਕਤੀ ਦਾ ਉਹਨੂੰ ਬਹੁਤ ਹੰਕਾਰ ਹੈ। ਇਸ ਕਰਕੇ ਦੇਖੋ ਗੁਰੂ ਨਾਨਕ ਸਾਹਿਬ ਜੀ ਨੇ ਐਸਾ ਖੇਡ ਖੇਡਿਆ, ਉਹਨੂੰ ਥੋੜਾ ਜਿਹਾ ਜਿਹੜਾ ਹੈ ਉਹਨੂੰ ਦੇਣ ਵਾਸਤੇ ਕੌਨਫੀਡੈਂਸ। ਉਹਨੇ ਕੀ ਕੀਤਾ? ਜਦੋਂ ਉਹਨੇ ਦੇਖਿਆ ਕਿ ਸਾਰੇ ਹੀ ਮਰੇ ਪਏ ਹਨ, ਸਾਰੇ ਹੀ ਡਿੱਗੇ ਪਏ ਹਨ ਲੋਕ, ਦਸਤਗੀਰ ਹਰ ਦੀ ਬਿਨ ਦੇਰੀ। ਦੇਖੋ ਦਸਤਗੀਰ ਨੇ ਉਸ ਵੇਲੇ ਆਪਣੀ ਸ਼ਕਤੀ ਵਰਤ ਕੇ ਉਹ ਮੁਰਸ਼ਦ ਹੋਏ ਲੋਕਾਂ ਨੂੰ ਫਿਰ ਜਿਉਂਦੇ ਕਰਤਾ, ਫਿਰ ਖੜੇ ਕਰਤਾ ਸਾਰਿਆਂ ਨੂੰ। ਫਿਰ ਉਹਨਾਂ ਨੂੰ ਖੜਾ ਕਰਕੇ ਉਹਨਾਂ ਨੂੰ ਤੋੜ ਦਿੱਤਾ ਗੁਰੂ ਨਾਨਕ ਸਾਹਿਬ ਜੀ ਕੋਲ ਪੱਥਰ ਲੈ ਕੇ। ਗਰਭ ਚਲਾ ਜਹ ਸੁਮਤ ਨਿਕੇਤੂ। ਦੇਖੋ ਹੁਣ ਗੁਰੂ ਨਾਨਕ ਸਾਹਿਬ ਦੀ ਖੇਡ ਨਿਰਾਲੀ ਹੈ। ਦੇਖੋ ਇਹਨੂੰ ਹੰਕਾਰ ਦੇ ਉੱਤੇ ਹੋਰ ਹੰਕਾਰ ਦੇਣ ਵਾਸਤੇ ਸਤਿਗੁਰਾਂ ਨੇ ਇਹ ਖੇਡ ਖੇਡੀ। ਮਹਾਰਾਜ ਨੇ ਸਾਰਿਆਂ ਨੂੰ ਫੇਂਟ ਕਰਾਤਾ, ਸਾਰਿਆਂ ਨੂੰ ਜਿਹੜਾ ਹੈ ਬੇਹੋਸ਼ ਕਰਾ ਕੇ, ਤੇ ਫਿਰ ਇਹਨੂੰ ਮੌਕਾ ਦਿੱਤਾ ਤੇ ਤੂੰ ਜਿਉਂਦੇ ਕਰ ਲਾ। ਇਹਨੇ ਜਿਉਂਦੇ ਕਰ ਲਏ। ਇਹਦੇ ਵਿੱਚ ਹੋਰ ਜ਼ਿਆਦਾ ਹੰਕਾਰ ਹੋ ਗਿਆ, ਬਹੁਤ ਸਾਰਾ ਹੰਕਾਰ ਹੋਣ ਕਰਕੇ ਕਹਿੰਦੇ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਨ ਤੇਜ ਹਰ ਚਹਿ ਖਦਿਓ ਤੂੰ। ਉਹਦਾ ਜਿਹੜਾ ਹੈ ਦੇਖੋ ਹੁਣ ਦਸਤਗੀਰ ਦੀ ਹਾਲਾਤ ਨੂੰ ਕਵੀ ਸੰਤੋਖ ਸਿੰਘ ਜੀ ਇੱਥੇ ਬਿਆਨ ਕਰਦੇ ਨੇ। ਕਹਿੰਦਾ ਕਿਸ ਤਰ੍ਹਾਂ ਹੈ ਉਹ, ਜਿਵੇਂ ਇੱਕ ਟਿਟਾਣਾ ਜਿਹੜਾ ਹੁੰਦਾ ਹੈ, ਫਾਇਰ ਫਲਾਈ ਹੁੰਦਾ ਹੈ, ਬਰਾਬਰੀ ਕਰਨ ਚੱਲਿਆ ਹੈ ਸੂਰਜ ਦੀ। ਸਭ ਇੱਕ ਬਾਰ ਚੌ ਫੇਰੇ। ਜਦੋਂ ਕੀ ਹੋਇਆ, ਸਾਰਿਆਂ ਲੋਕਾਂ ਨੇ ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਘੇਰਾ ਪਾ ਲਿਆ ਚਾਰੇ ਪਾਸਿਆਂ ਤੋਂ। ਹਿਤ ਮਾਰਨ ਕੇ ਭੁਜਾ ਉਚੇਰੇ। ਉਹਨਾਂ ਨੇ ਕੀ ਕੀਤਾ? ਆਪਣਾ ਹੱਥ ਚੱਕਿਆ ਪੱਥਰ ਮਾਰਨ ਵਾਸਤੇ। ਪੱਥਰ ਤਾਂ ਪਹਿਲਾਂ ਹੀ ਹੱਥ ਵਿੱਚ ਫੜੇ ਹੋਏ ਸਨ, ਤੇ ਉਹਨਾਂ ਨੇ ਆਪਣਾ ਹੱਥ ਉੱਚਾ ਕੀਤਾ ਕਿ ਮਹਾਰਾਜ ਨੂੰ ਇਹ ਪੱਥਰ ਮਾਰੀਏ, ਜ਼ੋਰ ਦੀ ਵਗਾ ਕੇ ਮਾਰੀਏ। ਇੱਕ ਇੱਕ ਪਾਹਨ ਸਭ ਕਰ ਮਾਹੀ। ਸਾਰਿਆਂ ਦੇ ਹੱਥ ਵਿੱਚ ਇੱਕ ਇੱਕ ਪੱਥਰ ਹੈ, ਪਰ ਉੱਥੇ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆ ਗਏ ਸਨ। ਅਨਗਨ ਮਾਨਵ ਗਿਣਤੀ ਨਾਹੀ। ਦੇਖੋ ਉੱਥੇ ਗਿਣਤੀ ਜਿਹੜੀ ਹਜ਼ਾਰਾਂ ਦੀ ਨਹੀਂ, ਕਹਿੰਦੇ ਅਣਗਿਣ ਹੈ, ਗਿਣੇ ਨਹੀਂ ਜਾਂਦੇ ਕਿੰਨੇ ਕੁ ਲੋਕ ਹਨ। ਲਾਈਨਾਂ ਬੰਨੀ ਖੜੇ ਹਨ, ਉਹ ਘੇਰੇ ਦੇ ਵਿੱਚ ਵੀ ਕਈ ਲਾਈਨਾਂ ਦੇ ਵਿੱਚ ਹਨ, ਕਈ ਘੇਰੇ ਹਨ। ਸੋ ਇਸ ਪ੍ਰਕਾਰ ਕਰਕੇ ਗਿਣਤੀ ਨਹੀਂ ਆਉਂਦੀ। ਜਬ ਮਨ ਵਿਖੈ ਚਹਿਤ ਸਭ ਮਾਰਾ। ਤੇ ਜਦੋਂ ਉਹਨਾਂ ਦੇ ਮਨ ਵਿੱਚ
ਵਿੱਚ ਐਸੀ ਚਾਹਤ ਆਈ, ਐਸੀ ਇੱਛਾ ਜਾਗੀ ਕਿ ਹੁਣ ਅਸੀਂ ਇਹ ਪੱਥਰ ਮਾਰੀਏ ਇਸ ਕਾਫਰ ਨੂੰ। ਉਹਨਾਂ ਵਾਸਤੇ ਤਾਂ ਗੁਰੂ ਨਾਨਕ ਕਾਫਰ ਹਨ, ਉਹ ਮਹਾਰਾਜ ਨੂੰ ਮਾਰਨ ਵਾਸਤੇ ਜਿਹੜਾ ਹਨ ਤਿਆਰ ਹੋਏ। ਪਹਿਚਨ ਸ੍ਰੀ ਪ੍ਰਭ ਕੀਨ ਹੰਕਾਰਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਸਾਰਿਆਂ ਦੇ ਹੱਥ ਉੱਤੇ ਚੁੱਕੇ ਗਏ, ਉਹ ਮਾਰਨ ਵਾਸਤੇ ਤਿਆਰ ਹਨ, ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹੁੰਕਾਰਾ ਮਾਰਿਆ। ਇਸ ਤਰ੍ਹਾਂ ਮਹਾਰਾਜ ਨੇ ਕੀਤਾ, ਆਇਓ ਬਸ ਕਰਨ ਦੀ ਦੇਰ ਸੀ, ਕੀਤਾ ਬਸ ਕਰੇ ਹੰਕਾਰਾ ਜਾਂ ਮਾਰਿਆ। ਹੁੰਗਾਰਾ ਜਿਹੜਾ ਹੁੰਦਾ ਹੈ ਉਹ ਇੱਕ ਵਾਰੀ ਉਹ ਕੀਤਾ ਮਹਾਰਾਜ ਨੇ, ਬਸ ਐਂ ਕਰਤਾ ਬਸ। ਫੇਰ ਕੀ ਹੋਇਆ ਜੀ, ਹਾਂਡੀ ਰਹੀ ਉਚੇਰੀ ਬਾਹ ਹੈ। ਕਹਿਣ ਲੱਗੇ ਉਹ ਬਾਹਾਂ ਜਿਹੜੀਆਂ ਉੱਚੀਆਂ ਸੀ ਉੱਚੀਆਂ ਹੀ ਰਹਿ ਗਈਆਂ, ਉੱਥੇ ਹੀ ਜੈਮ ਹੋ ਗਈਆਂ। ਉਹਨਾਂ ਦੇ ਹੱਥ ਵਿੱਚ ਪੱਥਰ ਫੜੇ ਹੋਏ ਹਨ, ਤੇ ਉਹ ਜਿਹੜੇ ਕਿ ਪਿੱਛੇ ਨੂੰ ਮਾਰਨ ਕੇ ਉੱਥੇ ਖੜ ਗਏ, ਜਿਨ੍ਹਾਂ ਦੇ ਸਾਹਮਣੇ ਸੀ ਉੱਥੇ ਖੜ ਗਏ, ਜਿਹੜੇ ਮਾਰਨ ਨੂੰ ਆ ਰਹੇ ਸੀ ਉੱਥੇ ਖੜ ਗਏ, ਪਰ ਕਿਸੇ ਤੋਂ ਵੀ ਪੱਥਰ ਨਾ ਵੱਜਿਆ। ਸਾਰਿਆਂ ਦੀਆਂ ਬਾਹਾਂ ਜਿੱਥੇ ਕੋਈ ਚੱਕਣ ਲੱਗਿਆ ਸੀ ਉੱਥੇ ਖੜ ਗਈ। ਜਿਵੇਂ ਉਹਨਾਂ ਨੇ ਬਾਂਹ ਚੱਕੀ ਸੀ, ਜਿਸ ਵੇਲੇ ਮਹਾਰਾਜ ਨੇ ਹੰਕਾਰਾ ਮਾਰਿਆ ਉੱਥੇ ਹੀ ਖੜ ਗਈਆਂ, ਸਾਰੀਆਂ ਜੈਮ ਹੋ ਗਈਆਂ। ਉਤਰਹਿ ਤਰਨਾ ਉਤਾਰਿਓ ਚਾਹੈ। ਉਹ ਬੜੀ ਕੋਸ਼ਿਸ਼ ਕਰਦੇ ਨੇ ਵੀ ਅਸੀਂ ਬਾਂਹ ਆਪਣੀ ਥੱਲੇ ਤਾਰ ਲਈਏ, ਤਾਂ ਉਤਰਦੀ ਨਹੀਂ ਜੀ। ਬੜਾ ਜ਼ੋਰ ਲਾਉਂਦੇ ਨੇ, ਵਿਚਾਰੇ ਦੇ ਮੂੰਹ ਲਾਲ ਹੋ ਗਏ। ਕਈਆਂ ਦਾ ਤਾਂ ਮੇਰੇ ਖਿਆਲ ਜਿਹੜਾ ਵਿਸਰਜਨ ਵੀ ਹੋ ਗਿਆ ਹੋਣਾ ਹੈ ਟੱਟੀ ਪਿਸ਼ਾਬ ਦਾ। ਕਾਸਤ ਕੇ ਸਮਾਨ ਸੋ ਗਾਡੀ। ਤੇ ਕਹਿੰਦੇ ਕਸ਼ਟ ਸਮਾਨ, ਇੰਨਾ ਦੁੱਖ ਲੱਗ ਰਿਹਾ ਹੈ ਉਹਨਾਂ ਦੀਆਂ ਬਾਹਾਂ ਨੂੰ, ਉਹਨਾਂ ਦੇ ਸਰੀਰ ਨੂੰ, ਕਿਉਂਕਿ ਜ਼ੋਰ ਲਾ ਰਹੇ ਤੇ ਉਹ ਬਾਂਹ ਹਿੱਲ ਨਹੀਂ ਰਹੀ। ਉਹ ਤਾਂ ਜਿਵੇਂ ਜਿਹੜਾ ਹੈ ਜਿਵੇਂ ਲੱਕੜ ਹੁੰਦੀ ਹੈ, ਜੈਮ ਹੋ ਗਈ ਜੀ ਪੂਰੀ। ਸੋ ਇਸ ਪ੍ਰਕਾਰ ਕਰਕੇ ਉਹ ਜ਼ੋਰ ਬੜਾ ਲਾਉਂਦੇ ਨੇ। ਬਿਸਮ ਰਹੇ ਸਭ ਪੀਰਾ ਬਾਡੀ। ਹੁਣ ਸਾਰੇ ਬੜੇ ਹੈਰਾਨ ਵੀ ਨੇ ਤੇ ਸਰੀਰ ਵਿੱਚ ਪੀੜ ਵੀ ਵੱਧ ਰਹੀ ਹੈ, ਕਿਉਂਕਿ ਉਹ ਬਾਂਹ ਕਿਤੇ ਹਿੱਲ ਨਹੀਂ ਰਹੀ। ਦਸਤਗੀਰ ਆਪਣੀ ਤਹਿ ਕਾਲਾ। ਉਸ ਵੇਲੇ ਦਸਤਗੀਰ ਕਹਿੰਦਾ, ਉਹਨੂੰ ਹੰਕਾਰ ਤਾਂ ਪਹਿਲਾਂ ਹੀ ਡਬਲ ਹੋਇਆ ਪਿਆ ਸੀ, ਉਹ ਕਹਿੰਦਾ ਮੈਂ ਕਰਦਾ ਠੀਕ। ਉਹਨੇ ਬੜਾ ਜ਼ੋਰ ਲਾਇਆ ਉਹ ਬਾਹਾਂ ਥੱਲੇ ਲਿਆਉਣ ਵਾਸਤੇ। ਕਰਾਮਾਤ ਕਰ ਰਹਿਓ ਬਿਸਾਲਾ। ਉਹਨੇ ਬੜੀ ਕਰਾਮਾਤ ਵਰਤੀ, ਵੱਡੇ ਵੱਡੇ ਜਿੰਨ ਜਿਹੜੇ ਹਨ ਉਹਦੇ ਰੱਖੇ ਹੋਏ, ਜਾਂ ਹੋਰ ਕੋਈ ਕਾਲੀ ਸ਼ਕਤੀ ਸੀ ਜਿਹੜੀ, ਹਾਂਜੀ ਕਾਲਾ ਜਾਦੂ, ਸਭ ਕੁਝ ਵਰਤ ਕੇ ਦੇਖ ਲਿਆ ਦਸਤਗੀਰ ਨੇ, ਕੋਈ ਨਾ ਚੱਲਿਆ। ਕਛੂ ਨਾ ਲੱਗੀ ਰਹਿਓ ਪਚਹਾਰੀ। ਉਹ ਥੱਕ ਗਏ ਜੀ, ਦਸਤਗੀਰ ਵੀ ਥੱਕ ਗਿਆ, ਉਹਦੇ ਜਿੰਨ ਜੁਨ ਜਿਹੜੇ ਰੱਖੇ ਸਨ ਉਹ ਵੀ ਥੱਕ ਗਏ। ਸਾਰੇ ਜਿਹੜੇ ਜ਼ੋਰ ਲਾ ਲਾ ਕੇ ਥੱਕ ਗਏ, ਪਰ ਉਹ ਬਾਹਾਂ ਕਿਸੇ ਦੀ ਵੀ ਨਾ ਥੱਲੇ ਆਈ। ਮਨ ਜਾਣੇ ਆਪਣੇ ਤੇ ਭਾਰੀ। ਉਸ ਵੇਲੇ ਦਸਤਗੀਰ ਨੂੰ ਇੱਕ ਜਿਹੜੀ ਹੈ ਸੋਝੀ ਪਈ, ਸਮਝ ਪਈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੇਰੇ ਤੋਂ ਵੱਡੇ ਹਨ, ਇਹਨਾਂ ਦੀ ਅਵਸਥਾ ਮੇਰੇ ਤੋਂ ਵੱਡੀ ਹੈ, ਇਹਨਾਂ ਦੀ ਸ਼ਕਤੀ ਮੇਰੇ ਤੋਂ ਵੱਡੀ ਹੈ। ਜਿਉ ਉੱਡ ਅਲਪ ਸੋ ਕਰੈ ਮਜੇਜਾ। ਦੇਖੋ ਕਹਿਣ ਜਿਵੇਂ ਇੱਕ ਤੁੱਛ ਤਾਰਾ ਜਿਹੜਾ ਹੁੰਦਾ ਹੈ, ਇੱਕ ਛੋਟਾ ਜਿਹਾ ਸਤਾਜ ਜਿਹੜਾ ਹੁੰਦਾ ਹੈ, ਉਹ ਹੰਕਾਰ ਕਰੇ ਆਕਾਸ਼ ਵਿੱਚ, ਸਬਤਾ ਕੋ ਦਬਾਏ ਦਿਓ ਤੇਜਾ। ਉਹ ਚਾਹੁੰਦਾ ਹੋਵੇ ਕਿ ਮੈਂ ਸੂਰਜ ਨੂੰ ਜਾ ਕੇ ਢੱਕ ਲਵਾਂ। ਕਹਿੰਦੇ ਐਸਾ ਨਹੀਂ ਹੋ ਸਕਦਾ, ਕਿਉਂਕਿ ਤਾਰਾ ਹੀ ਛੋਟਾ, ਉਹ ਸੂਰਜ ਨੂੰ ਕਿਵੇਂ ਢਕੇਗਾ। ਇਸ ਕਰਕੇ ਉਹ ਦਬਾ ਨਹੀਂ ਸਕਦਾ ਸੂਰਜ ਦੇ ਤੇਜ ਨੂੰ, ਕਿਉਂਕਿ ਤਾਰੇ ਦਾ ਤੇਜ ਪ੍ਰਕਾਸ਼ ਜਿਹੜਾ ਥੋੜਾ ਹੁੰਦਾ ਹੈ, ਸੂਰਜ ਦਾ ਬਹੁਤ ਜ਼ਿਆਦਾ ਹੁੰਦਾ ਹੈ। ਇਸ ਕਰਕੇ ਉਹ ਬਰਾਬਰੀ ਨਹੀਂ ਕਰ ਸਕਦਾ। ਤਨਕ ਬਗੂਰਾ ਉਰ ਗਰਬਾਇਓ। ਜਿਵੇਂ ਕਹਿੰਦੇ ਛੋਟਾ ਜਿਹਾ ਜਿਹੜਾ ਹੈ ਵਾਰ ਵਰੋਲਾ, ਹਵਾ ਦਾ ਜਿਹੜਾ ਝੋਲਾ ਹੁੰਦਾ ਹੈ ਜਾਂ ਘੇਰਾ, ਜਿਹੜਾ ਹਵਾ ਦਾ ਛੋਟਾ ਜਿਹਾ ਜਿਹੜਾ ਟਵਿਸਟਰ ਹੋਵੇ। ਸਬਲ ਅੰਧੇਰੀ ਸਨਮੁਖ ਜਾਇਓ। ਹਾਂ, ਉਹ ਜਿਹੜਾ ਵੱਡੀ ਹਨੇਰੀ ਦੇ ਕੋਲ ਜਾ ਕੇ ਵਿਚਾਰਾ ਕੀ ਕਰੇਗਾ, ਉਹ ਤਾਂ ਵਿੱਚੇ ਮੁੱਕ ਜਾਣਾ ਹੈ। ਉਸ ਵੱਡੀ ਹਨੇਰੀ ਨੇ ਤਾਂ ਉਹਨੂੰ ਅਨਾਲੇ ਖਾ ਜਾਣਾ ਹੈ। ਤਿਉ ਕਰ ਗੁਣ ਹੈ ਨਾ ਜੀਤਿਓ ਜਾਏ। ਇਸ ਕਰਕੇ ਉਹ ਸੋਚਦਾ ਹੈ ਤੇ ਇਹ ਫੈਸਲਾ ਕੀਤਾ ਮਨ ਦੇ ਵਿੱਚ ਕਿ ਮੈਂ ਗੁਰੂ ਨੂੰ ਨਹੀਂ ਜਿੱਤ ਸਕਦਾ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਰਾਬਰੀ ਮੈਂ ਨਹੀਂ ਕਰ ਸਕਦਾ, ਕਿਉਂਕਿ ਗੁਰੂ ਮਹਾਰਾਜ ਬਹੁਤ ਹੀ ਤਾਕਤਵਰ ਹਨ, ਮੇਰੀ ਸ਼ਕਤੀ ਤਾਂ ਬਹੁਤ ਛੋਟੀ ਹੈ। ਅਬ ਬੋਲਣ ਮਹਿ ਦਿਓ ਹਰਾਈ। ਤੇ ਕਹਿੰਦੇ ਚਲੋ ਦਸਤਗੀਰ ਨੇ ਦੂਜਾ ਤਰੀਕਾ ਸੋਚਿਆ ਕਿ ਮਹਾਰਾਜ ਨਾਲ ਮੈਂ ਜਿਹੜੀ ਹਨ ਬੋਲ ਕੇ ਮੈਂ ਮਹਾਰਾਜ ਨੂੰ ਹਰਾ ਦੇਵਾਂ, ਮੈਂ ਆਪਣਾ ਗਿਆਨ ਵਰਤ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਨੀਵਾਂ ਦਿਖਾ ਦੇਵਾਂ। ਹੁਣ ਕਹਿੰਦਾ ਵੀ ਮੈਂ ਆਰਗੂਮੈਂਟ ਵਰਤ ਲਵਾਂ, ਆਰਗੂਮੈਂਟ ਦੇ ਵਿੱਚ ਜਾਂ ਡਿਸਕਸ਼ਨ ਦੇ ਵਿੱਚ ਮੈਂ ਸਤਿਗੁਰਾਂ ਨੂੰ ਹਰਾ ਦੇਵਾਂ, ਡਿਫੀਟ ਕਰ ਦੇਵਾਂ। ਅਸ ਵਿਚਾਰ ਕਹਿ ਗਇਓ ਸਮੀਪਾ। ਇਹ ਵਿਚਾਰ ਕਰਕੇ ਇਹ ਜਿਹੜਾ ਦਸਤਗੀਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਗਿਆ। ਬੈਠਿਓ ਜਹ ਬੇਦੀ ਕੁਲ ਦੀਪਾ। ਬੈਠ ਗਿਆ ਉੱਥੇ ਜਿੱਥੇ ਬੇਦੀ ਕੁਲ ਦੇ ਦੀਪ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ। ਕਹਿਤ ਪਇਓ ਤੂੰ ਕੁਫਰ ਅਲਾਵਾ। ਤੇ ਕਹਿਣ ਲੱਗਾ ਦਸਤਗੀਰ ਜਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਪਹਿਲੀ ਗੱਲ ਉਹਨੇ ਕੀ ਕੀਤੀ ਕਿ ਤੂੰ ਕੁਫਰ ਅਲਾਵਾ, ਤੂੰ ਝੂਠ ਕਿਉਂ ਬੋਲ ਰਿਹਾ ਹੈ, ਤੂੰ ਬੜਾ ਝੂਠ ਬੋਲਦਾ ਹਾਂ। ਉਹ ਹੈ ਤੂੰ ਕਹਤੇ ਚਲ ਆਵਾ। ਤੂੰ ਕੌਣ ਹੈ, ਤੂੰ ਕਿੱਥੋਂ ਆਇਆ ਹਾਂ। ਇਹ ਦੋ ਸਵਾਲ ਹੋਰ ਪੁੱਛ ਲਏ ਗੁਰੂ ਨਾਨਕ ਸਾਹਿਬ ਜੀ ਨੂੰ। ਕਰਾਮਾਤ ਕਰ ਵੱਡੀ ਦਿਖਾਈ। ਦੇਖੋ ਤੂੰ ਵੱਡੀ ਕਰਾਮਾਤ ਦਿਖਾਈ ਹੈ ਬਗਦਾਦ ਸ਼ਹਿਰ ਦੇ ਵਿੱਚ ਆ ਕੇ। ਲੱਖ ਪਤਾਲ ਨਭ ਖਬਰ ਸੁਣਾਈ। ਤੂੰ ਆ ਕੇ ਤੇ ਖਬਰ ਸੁਣਾ ਦਿੱਤੀ ਵੀ ਲੱਖਾਂ ਹੀ ਪਾਤਾਲ ਤੇ ਲੱਖਾਂ ਹੀ ਆਕਾਸ਼ ਹਨ। ਪੁੰਨ ਸਰੋਦ ਮਨ ਚੰਚਲ ਕਰੇ। ਫੇਰ ਤੂੰ ਆਪਣਾ ਜਿਹੜਾ ਰਬਾਬ ਵਜਾ ਕਰ
ਕਰਕੇ ਤੂੰ ਰਾਗ ਪੜ੍ਹਨੇ ਕੀਤੇ, ਗਾਉਣੇ ਕੀਤੇ ਹਨ। ਰਾਗ ਜਿਹੜੀ ਚੀਜ਼ ਹੈ ਕਹਿੰਦੇ ਇਹ ਤਾਂ ਮਨ ਨੂੰ ਚੰਚਲ ਕਰਦੀ ਹੈ, ਮਨ ਨੂੰ ਇੱਧਰ ਉੱਧਰ ਭਜਾਉਂਦੀ ਹੈ, ਵਿਸ਼ੇ ਵਿਕਾਰਾਂ ਵਿੱਚ ਪਾਉਂਦੀ ਹੈ। ਸੋ ਗਾਵਨ ਕੇ ਕਿਉਂ ਅਨਸਰਈ, ਕਿਉਂ ਤੂੰ ਅਨਸਾਰੀ ਹੋ ਕੇ, ਕਿਉਂ ਤੂੰ ਇਹ ਚੀਜ਼ ਨੂੰ ਕਬੂਲ ਕਰਕੇ ਤੂੰ ਗਾਇਆ ਹੈ? ਤੈਨੂੰ ਪਤਾ ਨਹੀਂ ਬਗਦਾਦ ਵਿੱਚ ਅਸੀਂ ਨਹੀਂ ਗਾ ਸਕਦੇ, ਪਾਬੰਦੀ ਹੈ। ਬੇਮਰਜ਼ਾਦ ਦਊ ਤੈ ਕੀਨਾ, ਦੇਖੋ ਇੱਕ ਗੱਲ ਬੇਮਰਿਆਦਾ ਨਹੀਂ ਤੂੰ ਕੀਤੀ, ਤੂੰ ਦੋ ਕੀਤੀਆਂ ਹਨ। ਪਹਿਲੀ ਗੱਲ ਕੁਰਾਨ ਤੋਂ ਉਲਟ ਤੂੰ ਕਿਹਾ ਕਿ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਹਨ। ਦੂਜੀ ਅਵਗਿਆ ਤੂੰ ਰਾਗ ਪੜਿਆ ਇੱਥੇ ਆ ਕੇ। ਜਾਂ ਤੇ ਹਮ ਦਰਵੇਸ਼ ਨਾ ਚੀਨਾ, ਦੇਖੋ ਜਾਂ ਤੇ ਹਮ ਦਰਵੇਸ਼ ਨਾ ਚੀਨਾ, ਅਸੀਂ ਤੈਨੂੰ ਦਰਵੇਸ਼ ਨਹੀਂ ਜਾਣਦੇ, ਤੂੰ ਫਕੀਰ ਨਹੀਂ ਹੋ ਸਕਦਾ ਜਿਹੜਾ ਕੁਰਾਨ ਤੋਂ ਉਲਟ ਚੱਲਦਾ ਹੈ, ਇਸ ਕਰਕੇ ਤੂੰ ਹੋ ਹੀ ਨਹੀਂ ਸਕਦਾ ਕੋਈ ਫਕੀਰ। ਇਨਕੇ ਉੱਤਰ ਆਪ ਉਚਾਰ ਹੋ, ਤੇ ਜੇ ਤੁਹਾਡੇ ਕੋਲ ਕੋਈ ਉੱਤਰ ਹੈ ਇਹ ਗੱਲ ਦਾ ਤਾਂ ਸਾਨੂੰ ਦੱਸ ਦਿਓ ਹੁਣ। ਨਾ ਤੁਰ ਦੇਸ ਤੇ ਵਹਿਰ ਸਿਧਾਰੋ, ਨਹੀਂ ਤਾਂ ਫਿਰ ਇੱਥੋਂ ਥਾਂ ਛੱਡ ਕੇ ਤੁਸੀਂ ਨਿਕਲ ਜਾਓ ਬਗਦਾਦ ਵਿੱਚੋਂ। ਬਗਦਾਦ ਵਿੱਚ ਤੁਹਾਡਾ ਕੋਈ ਅਸਥਾਨ ਨਹੀਂ, ਕੋਈ ਥਾਂ ਨਹੀਂ ਤੁਹਾਡੇ ਵਾਸਤੇ। ਗੰਜਨ ਗਰਭ ਗੁਰੂ ਗੁਣ ਖਾਨੀ, ਦੇਖੋ ਗੰਜਨ ਗਰਭ, ਗਰਭ ਨੂੰ ਤੋੜਨ ਵਾਲੇ, ਗੰਜਨ ਵਾਲੇ, ਕੱਟਣ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਗੁਨਾਹ ਦੀ ਖਾਨ ਹਨ। ਦਸਤਗੀਰ ਸੰਗ ਭਾਖੀ ਬਾਨੀ, ਉਸ ਵੇਲੇ ਦਸਤਗੀਰ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਕਿਹਾ, ਜਿਹੇ ਸਰੋਦ ਕੀ ਨਿੰਦ ਉਚਾਰੀ, ਜਿਹੜੇ ਸਰੋਦ, ਜਿਹੜੇ ਰਾਗ ਦੀ, ਜਿਹੜੇ ਇੰਸਟਰੂਮੈਂਟ ਦੀ, ਜਿਹਦੇ ਨਾਲ ਰਾਗ ਪੜਿਆ ਜਾਂਦਾ ਹੈ, ਤੂੰ ਉਹਦੀ ਜਿਹੜੀ ਨਿੰਦਿਆ ਕੀਤੀ ਹੈ ਹੁਣ। ਇਹ ਕੀ ਰੀਤ ਸੁਨੋ ਸੁਖਕਾਰੀ, ਉਸ ਦੀ ਰੀਤ ਕੰਨਾਂ ਨਾਲ ਸੁਣਨਾ ਕਰ। ਹੇ ਦਸਤਗੀਰ ਤੈਨੂੰ ਦੱਸਦੇ ਹਾਂ ਅਸੀਂ ਸਮਝਾ ਕੇ। ਸ੍ਰੀ ਕਰਤਾਰ ਸਿਫਤ ਮਹਿ ਗਾਵੈ, ਦੇਖੋ ਉਹ ਰਾਗ ਅਸੀਂ ਗਾਇਆ, ਪਰ ਗਾਇਆ ਹੈ ਉਹ ਮਾਇਆ ਦਾ ਪਤੀ ਜੋ ਕਰਤਾਰ ਪਰਮਾਤਮਾ, ਸਾਰੀ ਦੁਨੀਆ ਨੂੰ ਬਣਾਉਣ ਵਾਲਾ, ਸਾਰੀ ਕਾਇਨਾਤ ਦਾ ਜਿਹੜਾ ਹੈ ਕ੍ਰੀਏਟਰ ਹੈ, ਉਸ ਦੇ ਪਰਥਾਏ, ਉਸ ਦੀ ਉਸਤਤ ਵਿੱਚ ਅਸੀਂ ਗਾਇਆ ਹੈ, ਉਸ ਦੀ ਕਿਰਤ ਨੂੰ ਜਿਹੜਾ ਹਨ ਕੀਰਤਨ ਵਿੱਚ ਗਾਇਆ ਹੈ। ਬਸ ਜੈ ਹੈ ਮਨ ਬਹੁਰ ਕਮਾਵੈ, ਦੇਖੋ ਉਹ ਰਾਗਾਂ ਦੇ ਸਹੂਲਤ ਦੇ ਨਾਲ, ਰਾਗ ਪੜਨ ਦੇ ਨਾਲ, ਉਹ 뮤직 ਦੇ ਨਾਲ ਉਹ ਜਿਹੜਾ ਸੌਖਾ ਹੀ ਮਨ ਨੂੰ ਖਿੱਚ ਲੈਂਦਾ ਹੈ, ਮੈਸਮਰਾਈਜ਼ ਕਰ ਦਿੰਦਾ ਹੈ। ਜਦੋਂ ਮਨ ਖਿੱਚਿਆ ਜਾਂਦਾ ਹੈ ਤਾਂ ਹੀ ਤਾਂ ਉਹ ਗੁਰੂ ਦਾ, ਪਰਮੇਸ਼ਰ ਦਾ ਜਸ ਰੂਪੀ ਜਿਹੜੀ ਬਾਣੀ ਹੈ ਤਾਂ ਹਿਰਦੇ ਵਿੱਚ ਵਸਦੀ ਹੈ ਨਾ, ਤਾਂ ਉਹ ਚੇਤੇ ਆਉਂਦੀ ਹੈ, ਤਾਂ ਅੰਦਰ ਬਹਿੰਦੀ ਹੈ। ਹੁਣ ਜੇ ਬੱਚਾ ਵੀ ਕਈ ਵਾਰੀ ਆਪਣਾ ਸੁਣਾਈ ਦਿੰਦਾ ਵੀ ਕੀਰਤਨ ਕਰਦੇ ਫਿਰਨੇ, ਉਹ ਕੀਰਤਨ ਕਿਉਂ ਕਰਦੇ? ਕਿਉਂਕਿ ਉਹਨਾਂ ਨੂੰ 뮤직 ਚੰਗੀ ਲੱਗਦੀ ਹੈ, 뮤직 ਕਰਕੇ ਉਹਨਾਂ ਦਾ ਆਪਣੇ ਆਪ ਮਨ ਜੁੜ ਜਾਂਦਾ ਹੈ, ਜੁੜ ਕੇ ਫਿਰ ਉਹ ਬਾਣੀ ਨੂੰ ਗਾਉਂਦੇ ਨੇ। ਸੋ ਇਸ ਪ੍ਰਕਾਰ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਬਾਣੀ ਨੂੰ ਕੋਈ ਸੁਣੇਗਾ ਨਹੀਂ ਤਾਂ ਉਹਦੇ ਮਨ 'ਚ ਕਿਵੇਂ ਵਸੇਗੀ? ਰਾਗ ਨੇ ਤਾਂ ਇਹ ਕੰਮ ਕਰਨਾ ਹੈ ਤੇ ਫਿਰ ਬਾਣੀ ਨੇ ਤਾਂ ਹਿਰਦੇ ਵਿੱਚ ਵਸਣਾ ਹੈ। ਇਸ ਪ੍ਰਕਾਰ ਕਰਕੇ ਹੀ ਰਾਗਾਂ ਵਿੱਚ ਗਾਈ ਹੈ। ਸੁਨਹਿ ਰਾਗ ਰਸ ਲੇਵਨ ਕਾਰਨ, ਦੇਖੋ ਲੋਕ ਜਿਹੜੇ ਹਨ ਬੜੇ ਮਨਮੁਖ ਹਨ, ਉਹਨਾਂ ਦੇ ਜਾਂ ਮਨ ਪਰਮੇਸ਼ਰ ਦੇ ਜਸ ਵਿੱਚ ਲੱਗਦੇ ਕੋਈ ਨਹੀਂ ਗੇ, ਪਰ ਜਦੋਂ ਰਾਗ ਨੂੰ ਸੁਣਦੇ ਹਨ ਆਪਣੇ ਆਪ ਹੀ ਉਹ ਖਿੱਚੇ ਜਾਂਦੇ ਹਨ, ਉਹ ਆਪਣੇ ਆਪ ਹੀ ਜਿਹੜਾ ਹੈ ਉਹ ਜੁੜ ਜਾਂਦੇ ਹਨ ਕੀਰਤਨ ਦੇ ਨਾਲ। ਤੇ ਨਾਲੋਂ ਨਾਲ ਜਦੋਂ ਉਹ ਪਰਮੇਸ਼ਰ ਦਾ ਜਸ ਸੁਣਨਗੇ ਤਾਂ ਉਹਨਾਂ ਦੇ ਹਿਰਦੇ ਵਿੱਚ ਵੀ ਵਸੇਗਾ ਤੇ ਉਹਨਾਂ ਦੀ ਜ਼ੁਬਾਨ ਤੇ ਵੀ ਆਏਗਾ ਉਹ ਕੀਰਤਨ। ਇਸ ਪ੍ਰਕਾਰ ਕਰਕੇ ਰਾਗਾਂ ਵਿੱਚ ਕੀਤਾ ਜਾਂਦਾ ਹੈ। ਹੋਇ ਤਿਸ ਮਹਿ ਹਰ ਨਾਮ ਉਚਾਰਨ, ਦੇਖੋ ਉਹ ਜਿਹੜਾ ਹੈ ਪਰਮੇਸ਼ਰ ਦੇ ਜਸ ਵਿੱਚ ਹੀ ਪਰਮਾਤਮਾ ਦਾ ਨਾਮ ਦਾ ਉਚਾਰਨ ਹੈ, ਨਾਮ ਦਾ ਜਿਹੜਾ ਹੈ ਪਰਮੇਸ਼ਰ ਦੀ ਯਾਦ ਵਸੀ ਹੋਈ ਹੈ, ਪਰਮਾਤਮਾ ਦਾ ਜਿਹੜਾ ਜਸ ਵਸਿਆ ਹੋਇਆ ਹੈ ਤੇ ਪਰਮਾਤਮਾ ਆਪ ਖੁਦ ਆਪਣੇ ਨਾਮ ਦੇ ਵਿੱਚ ਹਾਜ਼ਰ ਨਾਜ਼ਰ ਹਨ। ਤੇ ਇਹ ਜਿਹੜਾ ਹੈ ਕਹਿੰਦੇ ਇਸ ਪ੍ਰਕਾਰ ਕਰਕੇ ਸਤਿਗੁਰਾਂ ਨੇ ਦੱਸਿਆ ਤੇ ਜਿਹੜਾ ਹਨ ਭਾਈ ਗੁਰਦਾਸ ਨੇ ਆਪਣੇ ਵਾਰਾਂ ਵਿੱਚ ਦੱਸਿਆ। ਕਹਿੰਦੇ ਦੇਖੋ ਨਾ ਇਹ ਜਿਹੜਾ ਰਾਗ ਜਿਹੜਾ ਹੈ ਕਹਿੰਦੇ ਇੱਕ ਭਾਂਡਾ ਹੈ, ਇੱਕ ਬਰਤਨ ਹੈ। ਸੋ ਇਹ ਰਾਗ ਇੱਕ ਬਰਤਨ ਦੀ ਨਿਆਈ ਇੱਕ ਬੋਲ ਹੈ। ਕਹਿੰਦੇ ਹੁਣ ਦੇਖੋ ਰਾਗ ਇੱਕ ਬੋਲ ਹੈ, ਉਹਦੇ ਵਿੱਚ ਚਾਹੇ ਕੋਈ ਜ਼ਹਿਰ ਪਾ ਕੇ ਪੀ ਲਵੇ ਤਾਂ ਉਹ ਮਰ ਜਾਏਗਾ, ਜੇ ਉਹੀ ਬੋਲ ਦੇ ਵਿੱਚ ਅੰਮ੍ਰਿਤ ਪਾਇਆ ਜਾਵੇ ਤਾਂ ਉਹਨੂੰ ਮੁਕਤੀ ਮਿਲ ਜਾਂਦੀ ਹੈ। ਇਸੇ ਪ੍ਰਕਾਰ ਕਰਕੇ ਇਹ ਗੱਲ ਨੂੰ ਸਮਝਣ ਵਾਸਤੇ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦਸਤਗੀਰ ਨੂੰ ਸਮਝਾਇਆ ਕਿ ਜੇ ਕੋਈ ਬੋਲ ਦੇ ਵਿੱਚ ਜ਼ਹਿਰ ਪਾ ਕੇ ਪੀਂਦਾ ਹੈ ਤਾਂ ਦੋਸ਼ ਕਿਹਦਾ ਹੈ? ਉਹ ਪੋਇਜ਼ਨ ਦਾ ਹੈ ਜਾਂ ਉਹ ਬੋਲ ਦਾ ਹੈ? ਤੇ ਇਸ ਪ੍ਰਕਾਰ ਕਰਕੇ ਉਹੀ ਬੋਲ 'ਚ ਕੋਈ ਅੰਮ੍ਰਿਤ ਵੀ ਪੀ ਸਕਦਾ ਹੈ। ਸੋ ਰਾਗਾਂ ਦੇ ਵਿੱਚ ਕੋਈ ਗਲਤੀ ਨਹੀਂ, ਪਰ ਉਹ ਜਿਹੜੀ ਚੀਜ਼ ਨੂੰ ਲੈ ਕੇ ਉਹਨੂੰ ਗਾਇਆ ਜਾਂਦਾ ਉਹ ਗਲਤ ਹੋ ਸਕਦਾ ਹੈ, ਉਹਦੇ ਕੰਟੈਂਟ ਵਿੱਚ ਗਲਤੀ ਹੋ ਸਕਦੀ ਹੈ, ਪਰ ਬੋਲ ਦੇ ਵਿੱਚ ਤਾਂ ਕੋਈ ਦੋਸ਼ ਨਹੀਂ ਨਾ, ਬੋਲ ਤਾਂ ਉਹੀ ਹੈ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਜੇ ਅਗਰ ਬੋਲ ਜਿਹੜਾ ਹੈ ਜੇ ਪੋਇਜ਼ਨ ਛੱਡਣੀ ਹੈ, ਇਹਦਾ ਮਤਲਬ ਇਹ ਤਾਂ ਨਹੀਂ ਵੀ ਬੋਲ ਵੀ ਛੱਡ ਦਿਓ, ਉਹ ਕੌਲਾ ਵੀ ਛੱਡ ਦਿਓ ਪਰੇ।
ਜੇ ਕੋਲਾ ਛੱਡ ਦਾਂਗੇ ਤਾਂ ਅੰਮ੍ਰਿਤ ਵੀ ਨਹੀਂ ਪੀ ਸਕਦੇ, ਉਹੀ ਕੋਲੇ ਵਿੱਚ ਤਾਂ ਅੰਮ੍ਰਿਤ ਪੀਣਾ ਸੀ। ਸੋ ਇਸ ਪ੍ਰਕਾਰ ਕਰਕੇ ਸਤਿਗੁਰਾਂ ਨੇ ਸਮਝਾਇਆ ਕਿ ਇੱਕ ਪੱਖ ਤੋਂ ਨਹੀਂ ਗੱਲ ਦੇਖਣੀ ਚਾਹੀਦੀ, ਹੋਲਿਸਟਿਕ ਮੈਨਰ ਉਹ ਚੀਜ਼ ਨੂੰ ਸਮਝਣਾ ਚਾਹੀਦਾ ਹਰ ਇੱਕ ਪਰਸਪੈਕਟਿਵ ਤੋਂ। ਦੋ ਬੰਦੇ ਜਿਹੜੇ ਨੇ ਕਈ ਵਾਰੀ ਜਿਹੜਾ ਹਨ ਨੈਰੋ ਮਾਈਂਡਡ ਹੋਣ ਕਰਕੇ ਇੱਕ ਚੀਜ਼ ਨੂੰ ਇੱਕ ਤਰ੍ਹਾਂ ਦੇਖਦੇ ਹਨ, ਉਹ ਦੂਸਰੇ ਵੱਲ ਨਹੀਂ ਦੇਖਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹੀ ਦ੍ਰਿਸ਼ਟੀ ਹੁਣ ਦਸਤਗੀਰ ਨੂੰ ਸਮਝਾ ਰਹੇ ਹਨ। ਹਿਰਦੇ ਹੁਲਸਾਵਹਿ ਜਗਿਆਸੀ, ਕਹਿੰਦੇ ਹਿਰਦੇ ਹੁਲਸਾਵਹਿ, ਕਹਿੰਦੇ ਰਾਗ ਨੂੰ ਸੁਣ ਕੇ, ਰਾਗਾਂ ਦੇ ਵਿੱਚ ਜੋ ਪਰਮਾਤਮਾ ਦੀ ਜਿਹੜੀ ਉਸਤਤ ਗਾਈ ਜਾਂਦੀ ਹੈ ਉਹ ਆਟੋਮੈਟਿਕਲੀ ਜਿਹੜਾ ਕੰਨਾਂ ਨੂੰ ਚੰਗਾ ਲੱਗਦਾ ਹੈ, ਬਾਣੀ ਦੇ ਪ੍ਰਭਾਵ ਨਾਲ ਉਹਨਾਂ ਦੇ ਹਿਰਦੇ ਵੀ ਖਿੜ ਜਾਂਦੇ ਹਨ। ਚਾਹੇ ਸੰਗ ਸ੍ਰੀ ਪ੍ਰਭ ਅਬਿਨਾਸੀ, ਫਿਰ ਹੌਲੀ ਹੌਲੀ ਕਰਦਿਆਂ ਕਰਦਿਆਂ ਉਹਨਾਂ ਦਾ ਮਨ ਪਰਮਾਤਮਾ ਨਾਲ ਜੁੜ ਜਾਂਦਾ ਹੈ। ਅਬਿਨਾਸੀ ਜੋ ਨਾਸ ਤੋਂ ਪਰੇ ਹੈ ਪਰਮਾਤਮਾ ਖੁਦਾ। ਕਲ ਮਹਿ ਹੋਤ ਉਪਾਏ ਨਾ ਔਰੇ, ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਕੀਰਤਨ ਹੀ ਇੱਕ ਵਸੀਲਾ ਹੈ, ਜਿਹੜਾ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ। ਸੋ ਦੇਖੋ ਕਲਯੁਗ ਦੇ ਵਿੱਚ ਕੀਰਤਨ ਹੀ ਪ੍ਰਧਾਨ ਹੈ। ਕੀਰਤਨ ਦੀ ਪ੍ਰਧਾਨਤਾ ਇਸ ਕਰਕੇ ਹੈ ਕਿਉਂਕਿ ਕੀਰਤਨ ਹੀ ਇੱਕ ਵਸੀਲਾ ਹੈ, ਇੱਕ ਰਸਤਾ ਪਰਮਾਤਮਾ ਦਾ ਜਸ ਗਾਉਣ ਵਾਸਤੇ। ਕੀਰਤ ਕਰਿਓ ਤਰਹਿ ਕਰੋਰੇ, ਦੇਖੋ ਇਹ ਕੀਰਤਨ ਕਰਕੇ ਹੀ ਲੱਖਾਂ ਨਹੀਂ ਕਰੋੜਾਂ ਹੀ ਤਰ ਜਾਣਗੇ ਸੰਸਾਰ ਤੋਂ। ਕਿੰਨੇ ਹੀ ਤਰ ਜਾਣਗੇ ਇਸ ਸੰਸਾਰ ਤੋਂ ਕੀਰਤਨ ਕਰਕੇ। ਤੇ ਕੀਰਤਨ ਵੀ ਇੰਨਾ ਸੁਖਾਲਾ ਤਰੀਕੇ ਦੇ ਨਾਲ ਜੋ ਮਨ ਨੂੰ ਪਸੰਦ ਆ ਜਾਂਦਾ ਹੈ, ਮਨ ਜੁੜ ਜਾਂਦਾ ਆਪਣੇ ਆਪ, ਕੰਨਾਂ ਨੂੰ ਉਹ ਆਵਾਜ਼ ਮਿੱਠੀ ਲੱਗਦੀ ਹੈ। ਇਸ ਪ੍ਰਕਾਰ ਕਰਕੇ ਕਹਿੰਦੇ ਜਿਵੇਂ ਕੌੜੀ ਦਵਾਈ ਨੂੰ ਵੀ ਲੋਕ ਮਿੱਠਾ ਪਾ ਕੇ ਵਿੱਚ ਪੀ ਲੈਂਦੇ ਹਨ, ਕਹਿੰਦੇ ਇਸੇ ਪ੍ਰਕਾਰ ਕਰਕੇ ਜਿਹੜੇ ਕੌੜੇ ਰੂਪ ਦੁੱਖ ਹਨ ਨਾ, ਉਹਦੇ ਵਿੱਚ ਉਹ ਸੰਸਾਰ ਦੇ ਵਿੱਚ ਮਿਠਾਸ ਰੂਪੀ ਕੀਰਤਨ ਜਦੋਂ ਆ ਜਾਂਦਾ ਹੈ ਨਾ, ਫਿਰ ਦੁੱਖ ਵੀ ਛੋਟੇ ਲੱਗਣ ਲੱਗ ਜਾਂਦੇ ਹਨ। ਕਿਆ ਤੇ ਰਾਗ ਰੀਤ ਹਮ ਕੀਨੀ, ਇਸ ਕਰਕੇ ਇਹ ਰਾਗ ਦੀ ਰੀਤੀ ਅਸੀਂ ਬਣਾਈ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਰਸ ਨਿਤ ਸਿਫਤ ਜਾਏ ਮਤ ਭੀਨੀ, ਦੇਖੋ ਰਸ ਵੀ ਆਉਂਦਾ ਹੈ ਤੇ ਸਿਫਤ ਵੀ ਜਿਹੜੀ ਹਨ ਗਾਈ ਜਾਂਦੀ ਹੈ ਪਰਮਾਤਮਾ ਦੀ। ਕਹਿਓ ਜੋ ਤੁਮ ਚੰਚਲ ਮਤ ਕਰਹੀ, ਜੋ ਤੂੰ ਕਹਿ ਰਿਹਾ ਹਾਂ ਕਿ ਇਹ ਮਨ ਨੂੰ ਚੰਚਲ ਕਰਨ ਵਾਲੀ ਹੈ। ਵਿਸੈ ਵਿਖੇ ਮਨ ਕੋ ਸੰਚਰਹੀ, ਹਾਂ ਇਹ ਤਾਂ ਵੀ ਜਿਹੜੀ ਇਹ ਜਿਹੜਾ ਚੰਚਲ ਕਿਉਂ ਹੈ, ਕਿਉਂਕਿ ਵਿਸ਼ੇ ਵਿਕਾਰਾਂ ਵਿੱਚ ਰਾਗ ਬੰਦੇ ਨੂੰ ਖਿੱਚ ਕੇ ਲੈ ਕੇ ਜਾਂਦਾ ਹੈ। ਸੋ ਤੋ ਕਾਮ ਚੇਸਟਾ ਮਾਹੀ, ਸੋ ਤੋ ਕਹਿਣਗੇ ਇਹ ਤਾਂ ਕਾਮ ਚੇਸ਼ਟਾ ਹੈ। ਜਿਹੜੀ ਕਾਮ ਦੀ ਚੇਸ਼ਟਾ ਵਾਲੀ ਜਿਹੜੇ ਸ਼ਬਦ ਹੋਣ, ਜਿਹੜੀ ਕਵਿਤਾ ਕਾਮ ਨੂੰ ਜਿਹੜਾ ਹਨ ਪੈਦਾ ਕਰਨ ਵਾਲੀ ਹੋਵੇ, ਜ਼ਹਿਰ ਦੇ ਵੱਤ ਉਹ ਜ਼ਹਿਰ ਹੈ। ਉਹਦੇ ਨਾਲ ਤਾਂ ਬਿਲਕੁਲ ਹੀ ਬੰਦੇ ਨਰਕਾਂ ਨੂੰ ਜਾਣਗੇ ਜਿਹੜੇ ਪੁੱਠੇ ਸਿੱਧੇ ਗਾਣੇ ਗਾਉਂਦੇ ਫਿਰਦੇ ਹਨ, ਜਿਹੜੇ ਕਾਮ ਨੂੰ ਉਠਾਉਣ ਵਾਲੇ ਹਨ। ਕਰਹਿ ਸਰੋਦ ਜੇ ਨਰਕ ਸਿਧਾਹੀ, ਦੇਖੋ ਜਿਹੜਾ ਐਸਾ ਕੋਈ ਸਰੋਦ ਐਸੇ ਕੋਈ ਰਾਗਾਂ ਦੇ ਵਿੱਚ ਵਿਸ਼ੇ ਵਿਕਾਰਾਂ ਵਾਲੀ ਬਾਣੀ ਪਾ ਕੇ ਗਾਉਂਦੇ ਹਨ, ਉਹਨੂੰ ਯਾਦ ਕਰਦੇ ਹਨ, ਦਿਨ ਰਾਤ ਉਹੀ ਲੱਗੇ ਰਹਿੰਦੇ ਹਨ। ਇਸੇ ਪ੍ਰਕਾਰ ਕਰਕੇ ਜਿਨ੍ਹਾਂ ਨੇ ਕੰਨਾਂ ਦੇ ਵਿੱਚ ਈਅਰਫੋਨਸ ਪਾ ਕੇ ਹਰ ਵੇਲੇ ਹੀ ਜਿਹੜੇ ਹਨ ਗੀਤ ਸੁਣੀ ਜਾਂਦੇ ਹਨ, ਬਾਲੀਵੁੱਡ ਹਾਲੀਵੁੱਡ ਜਾਂ ਹੋਰ ਜਿੰਨੇ ਵੀ ਬੂਟ ਹਨ ਸਾਰਿਆਂ ਦੇ ਜਿਹੜੇ ਸੁਣੀ ਜਾਂਦੇ ਹਨ, ਉਹਨਾਂ ਨੇ ਤਾਂ ਕਹਿੰਦੇ ਨਰਕਾਂ ਨੂੰ ਹੀ ਜਾਣਾ ਹੈ ਨਾ। ਉਹੀ ਗੱਲਾਂ ਮੁੜ ਮੁੜ ਕੇ ਸੁਣੀ ਜਾਂਦੇ ਆ, ਪੁੱਠੀਆਂ ਸਿੱਧੀਆਂ ਜਿਹੜੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਵਿੱਚੋਂ ਵਿਸ਼ੇ ਵਿਕਾਰਾਂ ਦੀ ਮੈਲ ਹੁੰਦੀ ਹੈ, ਤਾਂ ਉਹ ਦੂਸਰੇ ਪਾਸੇ ਉਹ ਤਾਂ ਨਰਕਾਂ ਨੂੰ ਲਿਜਾਣ ਵਾਲੀ ਵੀ ਗੱਲ ਠੀਕ ਹੈ। ਪਰ ਇਹ ਨਹੀਂ ਵੀ ਉਹ ਰਾਗ ਭੈੜੇ ਹਨ, ਉਹ ਸ਼ਬਦ ਜਿਹੜੇ ਵਰਤੇ ਜਾਂਦੇ ਹਨ ਰਾਗਾਂ ਨੂੰ ਗਾਉਣ ਵਾਸਤੇ ਉਹ ਭੈੜੇ ਹਨ। ਅਬ ਦੂਸਰ ਉੱਤਰ ਸੁਨ ਕਾਨੇ, ਕਹਿਣਗੇ ਹੁਣ ਦੂਸਰਾ ਵੀ ਉੱਤਰ ਸੁਣ ਲਾ। ਹੁਣ ਤੇਰੀ ਦੂਜਾ ਜਿਹੜਾ ਤੇਰਾ ਸਵਾਲ ਸੀ ਲੱਖਾਂ ਜਿਹੜਾ ਪਾਤਾਲ ਲੱਖ ਆਗਾਸਾਂ ਆਗਾਸ ਵਾਲਾ ਹੈ। 14 ਤਬਕ ਕੁਰਾਨ ਬਖਾਨੇ, ਦੇਖੋ ਇਹ 14 ਤਬਕ ਤਾਂ ਕੁਰਾਨ ਨੇ ਦੱਸੇ ਹਨ। ਤਿਸ ਕੋ ਕਰਨਹਾਰ ਹੈ ਜੋ, ਪਰ ਇਹਨੂੰ ਕਰਨ ਵਾਲਾ ਪਰਮਾਤਮਾ ਜਿਨੇ ਇਹ ਸਾਰੀ ਕਾਇਨਾਤ ਨੂੰ ਬਣਾਇਆ ਹੈ, ਸਾਰੇ ਗੈਲੈਕਸੀ ਯੂਨੀਵਰਸ ਨੂੰ ਬਣਾਇਆ ਹੈ, ਤਾਂ ਕਿ 14 ਕੀ ਸੁਧ ਹੋ। ਦੇਖੋ ਜਿਨੇ ਇਹ ਜਿਹੜੀ ਹਨ ਕੁਰਾਨ ਨੂੰ ਲਿਖਿਆ ਹੈ, ਜਿਨੇ ਇਹ ਕੁਰਾਨ ਨੂੰ ਉਤਾਰਿਆ ਹੈ ਮੁਹੰਮਦ ਸਾਹਿਬ ਨੇ, ਕਹਿੰਦੇ ਉਹਨਾਂ ਨੇ 14 ਹੀ ਦੇਖੇ ਹਨ। ਇਸ ਕਰਕੇ ਉਹਨਾਂ ਨੇ 14 ਹੀ ਲਿਖ ਦਿੱਤੇ ਹਨ ਵੀ 14 ਹਨ। ਲੱਖਨ ਕੀ ਸੁਧ ਜਿਨ ਕੋ ਹੋਏ, ਪਰ ਜਿਨ੍ਹਾਂ ਨੂੰ ਲੱਖਾਂ ਪਾਤਾਲ ਤੇ ਆਗਾਸ ਦਿਸਦੇ ਹਨ, ਜਿਨ੍ਹਾਂ ਨੇ ਦੇਖੇ ਹਨ, 33 ਭਣੇ ਨਾ ਝੂਠ ਬਗੋਏ, ਉਹਨਾਂ ਨੇ ਤਾਂ ਉਨੇ ਹੀ ਦੱਸਣੇ ਹਨ ਨਾ, ਉਹਨਾਂ ਨੇ ਥੋੜੋ ਝੂਠ ਬੋਲਣਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਤਾਂ ਲੱਖਾਂ ਹੀ ਦੇਖੇ ਹਨ, ਇਸ ਕਰਕੇ ਮੈਂ ਲੱਖਾਂ ਦੱਸ ਰਿਹਾ ਹਾਂ। ਪਰ ਜਿਨ੍ਹਾਂ ਨੇ 7 ਦੇਖੇ ਹਨ ਜਾਂ 14 ਤਬਕ ਦੇਖੇ ਹਨ, ਉਹਨਾਂ ਨੇ 14 ਹੀ ਦੱਸਣੇ ਹਨ। ਕਹਿੰਦੇ ਜਿਨ੍ਹਾਂ ਨੇ ਲੱਖਾਂ ਦੇਖੇ ਉਹਨਾਂ ਨੇ ਲੱਖਾਂ ਹੀ ਦੱਸਣੇ ਹਨ, ਤੇ ਇਸ ਕਰਕੇ ਮੈਂ ਝੂਠ ਨਹੀਂ ਬੋਲਿਆ ਇੱਥੇ। ਲੱਖਨ ਪਰੈ ਨਾ ਔਰਕ ਕੋਈ, ਕਹਿਣ ਲੱਗੇ ਫਿਰ ਲੱਖਾਂ ਤੋਂ ਵੀ ਪਰੇ ਹੈ, ਉਸ ਦਾ ਵੀ ਅੰਤ ਨਹੀਂ ਪਾਇਆ ਜਾਂਦਾ। ਔੜਕ
ਜਿਹੜਾ ਹਨ ਭਾਲ ਥਕੇ, ਭਾਲਦਿਆਂ ਲੋਕ ਥੱਕ ਜਾਂਦੇ ਹਨ, ਉਹ ਨਹੀਂ ਮੁੱਕਦੇ। ਬੇਸੁਮਾਰ ਸਾਹਿਬ ਹੈ ਸੋਈ। ਦੇਖੋ ਪਰਮਾਤਮਾ ਨੂੰ ਤੁਸੀਂ 14 ਤਬਕਾਂ ਵਿੱਚ ਬੰਦ ਨਹੀਂ ਕਰ ਸਕਦੇ। ਤੁਸੀਂ ਨਹੀਂ ਕਹਿ ਸਕਦੇ ਵੀ ਪਰਮਾਤਮਾ ਦੀ ਕ੍ਰੀਏਸ਼ਨ 14 ਤਬਕਾਂ ਤੱਕ ਹੀ ਹੈ, ਵੀ ਉਹਨੇ ਸਿਰਫ 7 ਬਣਾਏ ਆ ਪਤਾਲ ਤੇ 7 ਆਕਾਸ਼, ਇਹ ਨਹੀਂ ਕਹਿ ਸਕਦੇ, ਕਿਉਂਕਿ ਬੇਸ਼ੁਮਾਰ ਹੈ। ਬੇਸ਼ੁਮਾਰ ਦਾ ਮਤਲਬ ਹੁੰਦਾ ਜਿਹਦਾ ਅੰਤ ਨਾ ਪਾਇਆ ਜਾਵੇ। ਪਰਮਾਤਮਾ ਦਾ ਵੀ ਅੰਤ ਨਹੀਂ, ਉਸਦੀ ਕ੍ਰੀਏਸ਼ਨ ਦਾ ਵੀ ਕੋਈ ਅੰਤ ਨਹੀਂ। ਪਰਮਾਤਮਾ ਸਾਹਿਬ ਮਾਲਕ ਐਸਾ ਹੈ। ਦਸਤਗੀਰ ਸੁਨ ਸਾਚ ਨਾ ਮਾਨੀ। ਇਹ ਦਸਤਗੀਰ ਨੇ ਸੱਚ ਜਿਹੜੇ ਹਨ ਗੱਲ ਸੱਚੀ ਨਹੀਂ ਮੰਨੀ, ਇਹ ਕਨਵਿੰਸ ਨਹੀਂ ਹੋਇਆ। ਕਹਿੰਦਾ ਮੇਰੀ ਕੁਰਾਨ 'ਚ ਤਾਂ ਐਸਾ ਲਿਖਿਆ, ਇਹ ਤਾਂ ਹੋ ਹੀ ਨਹੀਂ ਸਕਦਾ। ਕਹਿੰਦਾ ਉਹ ਨਾ ਮੰਨਿਆ। ਹੇਤ ਬਿਲੋਕਨ ਬੋਲਿਓ ਬਾਣੀ। ਉਸ ਵੇਲੇ ਦੇਖੋ ਇਹਨੇ ਕਿਹੋ ਜਿਹੀ ਤਰਕ ਕੱਢੀ ਦਸਤਗੀਰ ਨੇ। ਕਹਿੰਦੇ ਹੇਤ ਬਿਲੋਕਣ, ਕਹਿੰਦਾ ਦੇਖਣ ਵਾਸਤੇ ਦਸਤਗੀਰ ਨੇ ਇਹ ਕਿਹਾ। ਕਹੇ ਪ੍ਰਤੀਤ ਨਾ ਆਵਹਿ ਮੋਹ ਕੋ। ਦਸਤਗੀਰ ਕਹਿੰਦਾ ਵੀ ਤੁਹਾਡੇ ਬਚਨਾਂ ਤੇ ਮੈਨੂੰ ਪ੍ਰਤੀਤ ਨਹੀਂ ਆਈ, ਮੈਂ ਤੁਹਾਡੇ ਬਚਨਾਂ ਨਾਲ ਕਨਵਿੰਸ ਨਹੀਂ ਹੋਇਆ ਵੀ ਲੱਖਾਂ ਹੀ ਪਤਾ ਤੇ ਲੱਖਾਂ ਹੀ ਆਕਾਸ਼ ਹਨ। ਇਹੋ ਦਿਖਾਏ ਜੇ ਹੈ ਸੁਧ ਤੋ। ਹਾਂ, ਕਹਿਣਗੇ ਜੇ ਤੁਹਾਡੇ ਕੋਲ ਸੁੱਧ ਹੈ ਲੱਖਾਂ ਦੀ ਤਾਂ ਦਿਖਾ ਦਿਓ, ਦਿਖਾਓ ਮੈਨੂੰ ਹੁਣ ਕਿੱਥੇ ਹਨ ਉਹ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲ ਕਿੱਥੇ ਹਨ, ਮੈਨੂੰ ਅੱਖਾਂ ਨਾਲ ਦਿਖਾਓ, ਮੈਂ ਦੇਖਣਾ ਚਾਹੁੰਦਾ ਹਾਂ। ਸੁਤ ਮੇਰੇ ਕੋ ਸੰਗ ਲਿਜਾਵ ਹੋ। ਕਹਿੰਦੇ ਮੈਂ ਤਾਂ ਬੁੱਢਾ ਹੋ ਗਿਆ। ਦਸਤਗੀਰ ਕਹਿੰਦਾ ਮੇਰੇ ਪੁੱਤਰ ਨੂੰ ਲੈ ਜਾਓ, ਤੁਸੀਂ ਮੇਰੇ ਪੁੱਤਰ ਨੂੰ ਜਾ ਕੇ ਦਿਖਾਓ। ਉਹ ਦਸਤਗੀਰ ਨੇ ਗੱਲ ਕਿਉਂ ਕਹੀ, ਉਹਨੂੰ ਤਾਂ ਇਉਂ ਲੱਗਿਆ ਵੀ ਪਤਾ ਨਹੀਂ ਕਿੰਨੇ ਸਾਲ ਲੱਗ ਜਾਣੇ ਹਨ ਆਕਾਸ਼ ਤੇ ਪਤਾਲ ਦੇਖਦਿਆਂ ਹੋਇਆਂ, ਪਤਾ ਨਹੀਂ ਕਿੰਨਾ ਕੁ ਚਿਰ ਲੱਗੇਗਾ, ਕਿਉਂਕਿ 1-2 ਦੁਨੀਆ ਨੂੰ ਦੇਖਣ ਦਾ ਵੀ ਦੇਖੋ ਸਾਰੀ ਉਮਰ ਲੰਘ ਜਾਂਦੀ ਹੈ। ਕਹਿੰਦੇ ਲੱਖਾਂ ਹੀ ਜੇ ਦੇਖਣੇ ਹੋਣ ਤਾਂ ਕਿੰਨਾ ਚਿਰ ਲੱਗ ਜਾਣਾ ਹੈ। ਇਸ ਪ੍ਰਕਾਰ ਕਰਕੇ ਕਹਿੰਦਾ ਵੀ ਮੈਂ ਤਾਂ ਬੁੱਢਾ ਹੋ ਗਿਆ। ਉਹਨੂੰ ਇਹ ਵੀ ਫਿਕਰ ਸੀ ਕਿਤੇ ਰਸਤੇ 'ਚ ਨਾ ਮਰ ਜਾਵਾਂ ਮੈਂ, ਤੋ ਇਉਂ ਕਰਕੇ ਕਹਿੰਦਾ ਮੇਰੇ ਮੁੰਡੇ ਨੂੰ ਲੈ ਜਾਓ, ਮੇਰਾ ਆ ਲੜਕਾ ਬੈਠਾ ਹੈ, ਇਹ ਯੰਗ ਹੈ ਹਜੇ, ਇਹਨੂੰ ਲੈ ਜਾਓ ਨਾਲ, ਇਹਨੂੰ ਜਾ ਕੇ ਦਿਖਾਓ ਤੁਸੀਂ ਸਾਰੇ। ਜਿਤੇ ਪਹੁੰਚ ਹੈ ਤਿਤੇ ਦਿਖਾਵ। ਕਹਿੰਦੇ ਜਿੰਨੀ ਕੁ ਪਹੁੰਚ ਹੈ ਉਹਨੇ ਦਿਖਾ ਦਿਓ ਇਹਨੂੰ, ਮੈਨੂੰ ਦਿਖਾਓ ਕਿੰਨੇ ਕਹਣ। ਸੁਣ ਕਹਤੇ ਹੈ ਛਿਨ ਸ੍ਰੀ ਜਗਨਨਾਥ। ਇਹ ਸੁਣ ਕਰਕੇ ਉਸ ਛਿਨ ਉਸ ਸਮੇਂ ਇੰਸਟੈਂਟਲੀ ਜਗਤ ਦੇ ਨਾਥ ਜਗਤ ਦੇ ਸਵਾਮੀ ਗੁਰੂ ਨਾਨਕ ਸਾਹਿਬ ਜੀ ਨੇ ਤੇ ਕੋ ਗਹਿਓ ਹਾਥ ਮਹਿ ਹਾਥਾ। ਮਹਾਰਾਜ ਨੇ ਉਸਦੇ ਲੜਕੇ ਦਸਤਗੀਰ ਦੇ ਲੜਕਾ ਜਿਹੜਾ ਉਹਦਾ ਸਨ ਸੀਗਾ, ਉਹਦਾ ਹੱਥ ਮਹਾਰਾਜ ਨੇ ਆਪਣੇ ਹੱਥ ਨਾਲ ਪਕੜ ਲਿਆ, ਫੜ ਲਿਆ। ਕਹਿਓ ਕਿ ਲੋਚਨ ਮੁੰਦ ਹੋ ਦੋਏ। ਤੇ ਕਿਹਾ ਉਸਦੇ ਪੁੱਤਰ ਨੂੰ, ਦਸਤਗੀਰ ਦੇ ਪੁੱਤਰ ਨੂੰ, ਅੱਖਾਂ ਬੰਦ ਕਰ ਲਾ, ਹੁਣ ਤੂੰ ਆਪਣੀ ਫਲਾਈਟ ਵਾਸਤੇ ਤਿਆਰ ਹੋ ਜਾ, ਆਪਾਂ ਡਿਪਾਰਚਰ ਹੋਰ ਕਰਨ ਲੱਗੇ ਹਨ, ਆਪਾਂ ਚੱਲੇ ਹਾਂ ਹੁਣ ਆਕਾਸ਼ ਤੇ ਪਤਾਲ ਦੇਖਣ ਵਾਸਤੇ, ਤੈਨੂੰ ਯਾਤਰਾ ਨੂੰ ਲੈ ਕੇ ਚੱਲੇ ਹਾਂ। ਉਹਦਾ ਹੱਥ ਫੜ ਲਿਆ ਤੇ ਕਹਿੰਦੇ ਅੱਖਾਂ ਬੰਦ ਕਰ ਹੁਣ, ਚਾਹੋ ਜੋ ਦੇਖ ਲਿਓ ਅਬ ਸੋਈ। ਕਹਿਣਗੇ ਜੋ ਤੂੰ ਚਾਹੁੰਦਾ ਚੱਲ ਦੇਖ ਕੇ ਆ ਜਾ, ਹੁਣ ਤੈਨੂੰ ਦਿਖਾ ਲਿਆਉਂਦੇ ਹਾਂ ਸਾਰੇ। ਮੁੰਦਰਿਤ ਨੈਣ ਕੀਏ ਤਿਨ ਜਬ ਹੀ। ਜਦੋਂ ਉਹਨੇ ਆਪਾਂ ਅੱਖਾਂ ਜਿਹੜਾ ਹਨ, ਜਦੋਂ ਉਸਦੇ ਪੁੱਤਰ ਦਸਤਗੀਰ ਦੇ ਪੁੱਤਰ ਨੇ ਅੱਖਾਂ ਬੰਦ ਕੀਤੀਆਂ, ਪਰ ਆਕਾਸ਼ ਦਿਖਾਇਓ ਤਬ ਹੀ। ਅਪਰ ਕਹਿਣਗੇ ਬਹੁਤ ਸਾਰੇ ਆਕਾਸ਼ ਉਹਨੂੰ ਦਿਖਾਉਣਾ ਕੀਤੇ ਉੱਤੇ ਵੱਲ ਜਾ ਕੇ। ਤੱਕ ਦਿਵਸ ਤੇ ਬੀਚ ਬਿਹਾਰੇ। ਬਹੁਤ ਦਿਨ ਬੀਤ ਗਏ ਉਸ ਨੂੰ ਦਿਖਾਉਂਦਿਆਂ ਹੋਇਆਂ। ਤੋ ਇਸ ਪ੍ਰਕਾਰ ਕਰਕੇ ਜਿਹੜਾ ਹੈ ਉਹਨੂੰ ਦਿਖਾਇਆ ਜਾ ਕੇ ਵੀ ਜਿਹੜਾ ਹੈ ਦੇਖ ਕਿੰਨੇ ਹੀ ਆਕਾਸ਼ ਹਨ, ਕਿੰਨੇ ਹੀ ਆਕਾਸ਼ ਹਨ, ਉਹਨੂੰ ਦਿਖਾਉਣਾ ਕੀਤਾ। ਇਹ ਸਾਰਾ ਹੀ ਜਿਹੜਾ ਹੈ ਬਿਰਤਾਂਤ ਜਿਹੜਾ ਹੈ ਭਾਈ ਗੁਰਦਾਸ ਜੀ ਨੇ ਆਪਣੇ 36ਵੀਂ ਪੌੜੀ ਦੇ ਵਿੱਚ, ਪੌੜੀ 36 ਦੇ ਵਿੱਚ, ਵਾਰ ਪਹਿਲੀ ਦੇ ਵਿੱਚ ਭਾਈ ਗੁਰਦਾਸ ਨੇ ਦੱਸਿਆ ਕਿ ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ, ਪਾਤਾਲਾ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ। ਕਹਿੰਦੇ ਕਿ ਖਬਰ ਸੁਣਾਤੀ। ਫੇਰ ਦੁਰਾਇਨ ਦਸਤਗੀਰ 80 ਪੀ ਵੇਖਾਂ ਜੋ ਤੋਹੇ ਭਾਈ। ਕਹਿੰਦਾ ਸਾਨੂੰ ਵੀ ਦਿਖਾ ਕਿੱਥੇ ਹੈ। ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਹਵਾ ਵਿੱਚ ਉੱਡ ਗਏ। ਲੱਖ ਆਕਾਸ਼ ਪਤਾਲ ਲੱਖ, ਅੱਖ ਫੁਰੰਕ ਵਿੱਚ ਸਭ ਦਿਖਲਾਈ। ਦੇਖੋ ਇੱਕ ਅੱਖ ਦੇ ਫੁਰਨੇ ਦੇ ਵਿੱਚ ਸਾਰੀ ਦਿਖਾ ਦਿੱਤੀ। ਪਰ ਕਚਕੋਲ ਪ੍ਰਸਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ। ਤੇ ਕਹਿੰਦੇ ਇਹ ਹੁਣ ਸਾਖੀ ਵਿੱਚ ਆਪਾਂ ਸੁਣਾਂਗੇ ਬਾਅਦ ਵਿੱਚ, ਜ਼ਾਹਰ ਕਲਾ ਨਾ ਛਪੈ ਛਪਾਈ। ਸੋ ਇਹ ਜਿਹੜੀ 36ਵੀਂ ਪੌੜੀ ਦੇ ਵਿੱਚ
ਭਾਈ ਗੁਰਦਾਸ ਨੇ ਇਹ ਸਾਰਾ ਦੱਸਿਆ ਹੈ। ਹੁਣ ਉਸ ਦੀ ਸਾਖੀ ਸੁਣੋ ਜਿਹੜੀ ਡਿਟੇਲ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਦੱਸੀ ਹੈ। ਪਹਰ ਔਰ ਨਭ ਮਾਹੇ ਪਧਾਰੇ, ਹੋਰ ਦੇ ਹੋਰ ਆਕਾਸ਼ ਦੇ ਆਕਾਸ਼, ਲੇਅਰ ਬਾਈ ਲੇਅਰ, ਹੋਰ ਆਕਾਸ਼ਾਂ ਦੇ ਵਿੱਚ ਆਕਾਸ਼, ਆਕਾਸ਼ਾਂ ਤੇ ਉੱਤੇ ਹੋਰ ਆਕਾਸ਼, ਇਸ ਤਰ੍ਹਾਂ ਜਿਹੜਾ ਹੈ ਜਾਂਦੇ ਰਹੇ। ਹਰ ਇੱਕ ਆਕਾਸ਼ ਦੇ ਵਿੱਚ ਇੱਕ ਦੁਨੀਆ ਹੈ, ਹਰ ਇੱਕ ਜਿਹੜਾ ਹਨ ਤਰ੍ਹਾਂ ਤਰ੍ਹਾਂ ਦੀਆਂ ਉੱਥੇ ਦੁਨੀਆ ਹਨ ਜੋ ਇੱਕ ਦੂਜੇ ਨਾਲ ਮਿਲਾਪ ਨਹੀਂ ਕਰਦੀ, ਜੋ ਸੇਮ ਨਹੀਂ ਹੁੰਦੀ, ਬਿਲਕੁਲ ਡਿਫਰੈਂਟ ਹੁੰਦੀ ਹੈ। ਇਹ ਸਾਰੀਆਂ ਦੇਖਦੇ ਜਾਂਦੇ ਹਨ। ਇੱਕੋ ਦੇਖ ਕਿਤਕ ਦਿਨ ਮਾਹੀ, ਕੁਝ ਕੁ ਦਿਨ ਲੱਗੇ ਉਹ ਸਾਰੇ ਹੀ ਆਕਾਸ਼ ਦੇਖਣ ਦੇ ਵਿੱਚ। ਆਨ ਆਕਾਸ਼ ਪਿਖਾ ਪੁਨ ਜਾਹੀ, ਆਨ ਆਕਾਸ਼, ਫਿਰ ਉੱਤੇ ਜਾ ਕੇ ਹੋਰ ਦੇ ਹੋਰ ਆਕਾਸ਼, ਹੋਰ ਦੇ ਹੋਰ ਆਕਾਸ਼, ਕੋਈ ਲਿਮਿਟ ਨਹੀਂ ਆਉਂਦਾ ਸੀ, ਕੋਈ ਐਂਡ ਨਹੀਂ ਆਉਂਦਾ ਸੀ। ਇਸ ਬਿਦ ਸੋ ਬਹੁ ਬਰਖ ਬਿਤਾਏ, ਉਹ ਜਿਹੜਾ ਹੈ ਪੀਰ ਦਾ ਜਿਹੜਾ ਲੜਕਾ ਸੀ ਨਾ, ਨਾਲ ਗਿਆ ਬੇਟਾ, ਉਹਨੂੰ ਇਹ ਲੱਗਿਆ ਪਤਾ ਨਹੀਂ ਕਿੰਨੇ ਕੁ ਸਾਲ ਹੋ ਗਏ ਸਾਨੂੰ ਇਹ ਹਵਾਈ ਵਿੱਚ ਜਾਂਦਿਆਂ ਹੋਇਆਂ, ਇਹ ਪਤਾਲਾਂ ਜਿਹੜੇ ਹਨ, ਇਹ ਜਿਹੜੇ ਆਕਾਸ਼ ਦੇਖਦਿਆਂ ਹੋਇਆਂ ਕਿੰਨੇ ਸਾਨੂੰ ਸਾਲ ਹੋ ਗਏ। ਉਹਨੂੰ ਇਉਂ ਲੱਗਿਆ ਕਿਉਂਕਿ ਰਾਤ ਦਿਨ ਰਾਤ ਦਿਨ, ਦਿਨ ਰਾਤ ਦਿਨ ਰਾਤ ਹੁੰਦਿਆਂ ਹੋਇਆਂ ਉਹਨੂੰ ਜਿਹੜਾ ਲੱਗਿਆ ਪਤਾ ਨਹੀਂ ਕਿੰਨੇ ਸਾਲ ਬੀਤ ਗਏ ਹਨ, ਕਿਉਂਕਿ ਹਰ ਇੱਕ ਦੁਨੀਆ ਇਸ ਦੁਨੀਆ ਨਾਲੋਂ ਵੀ ਵੱਡੀ ਹੈ ਜਿਹੜੀ ਦੁਨੀਆ 'ਚ ਆਪਾਂ ਰਹਿੰਦੇ ਹਾਂ। ਕਿੱਡੀ ਵੱਡੀ ਹੈ, ਕਿੰਨਾ ਚਿਰ ਲੱਗਦਾ ਹੈ। ਹਾਂਜੀ, ਸੋ ਇਉਂ ਕਰਕੇ ਕਰਦਿਆਂ ਕਰਦਿਆਂ ਉਹਨੂੰ ਲੱਗਿਆ ਕਈ ਸਾਲ ਬੀਤ ਗਏ ਹਨ। ਲੱਖ ਆਕਾਸ਼ ਤਾਹੇ ਦਿਖਰਾਏ, ਉਹਨੂੰ ਲੱਖਾਂ ਹੀ ਆਕਾਸ਼ ਦਿਖਾ ਦਿੱਤੇ ਗੁਰੂ ਸਾਹਿਬ ਜੀ ਨੇ। ਬਹਰੋ ਗਏ ਪਤਾਲਨ ਮਾਹੀ, ਮਹਾਰਾਜ ਫਿਰ ਉਹਨੂੰ ਪਤਾਲ ਵਿੱਚ ਲੈ ਕੇ ਗਏ, ਅੰਡਰਵਰਲਡ, ਸੋ ਥੱਲੇ ਨੂੰ ਜਾਣਾ ਕੀਤਾ। ਕਹਿੰਦੇ ਤੈਨੂੰ ਪਤਾਲ ਵੀ ਦਿਖਾਉਂਦੇ ਹਾਂ। ਪ੍ਰਿਥਮੀ ਇੱਕ ਦਿਖਾਵਾ ਤਾਹੀ, ਪਹਿਲਾਂ ਇੱਕ ਪਤਾਲ ਦਿਖਾਇਆ, ਕਿਤਕ ਦਿਨ ਨੇ ਲਓ ਫਿਰ ਕਰ ਸਾਰੇ, ਫਿਰ ਸਾਰੇ ਹੀ ਕੁਝ ਕੁ ਦਿਨਾਂ ਦੇ ਵਿੱਚ ਪਤਾਲ ਜਿਹੜੇ ਹਨ ਥੱਲੇ ਤੋਂ ਥੱਲੇ, ਇੱਕ ਪਤਾਲ ਦੇ ਥੱਲੇ ਹੋਰ ਇੱਕ ਪਤਾਲ, ਹੋ ਤੋਂ ਥੱਲੇ ਹੋਰ ਇੱਕ ਪਤਾਲ, ਪਤਾਲ ਹੁੰਦਾ ਹੈ ਲੇਅਰ। ਸੋ ਅੰਦਰ ਦੇ ਲੇਅਰ ਦਾ ਲੇਅਰ ਬਾਏ ਲੇਅਰ, ਥੱਲੇ ਦੀ ਥੱਲੇ, ਥੱਲੇ ਦੀ ਥੱਲੇ, ਉਹ ਜਾਈ ਗਏ ਜੀ, ਜਾਈ ਗਏ। ਉਹ ਜਿਹੜਾ ਹਨ ਪਤਾਲਾਂ ਦੇ ਵਿੱਚ ਦੁਨੀਆ ਵਸੀਆਂ ਹੋਈਆਂ ਨੇ, ਉਹਦਾ ਵੀ ਕੋਈ ਅੰਤ ਨਹੀਂ ਆ ਰਿਹਾ। ਬਹਰੋ ਦੁੱਤੇ ਪਤਾਲ ਪਧਾਰੇ, ਫਿਰ ਦੂਜਾ ਪਤਾਲ ਵਿੱਚ ਗਏ ਜੀ। ਸੋਨੇ ਕੀ ਬਿਦ ਦੀਨ ਦਿਖਾਏ, ਸਾਰੇ ਤਰ੍ਹਾਂ ਉਹਨੂੰ ਚੰਗੀ ਤਰ੍ਹਾਂ ਦਿਖਾਇਆ ਜਿਹੜਾ ਹਨ ਪੀਰ ਦੇ ਬੇਟੇ ਨੂੰ, ਦਸਤਗੀਰ ਦੇ ਬੇਟੇ ਨੂੰ। ਹੁਣ ਤੀਜੇ ਮਹਿ ਗੇ ਜਗ ਸਾਈ, ਫਿਰ ਤੀਜੇ ਵਿੱਚ ਚਲੇ ਗਏ ਪਤਾਲ ਵਿੱਚ। ਇਸ ਬਿਦ ਸੋ ਜੇ ਲੱਖ ਪਤਾਲਾ, ਲੱਖਾਂ ਹੀ ਪਤਾਲ ਉਹਨੂੰ ਦਿਖਾ ਦਿੱਤੇ ਜੀ, ਲੇਅਰ ਬਾਈ ਲੇਅਰ ਕਰਕੇ ਥੱਲੇ ਨੂੰ ਜਾਂਦਿਆਂ 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 ਉਹ ਪਤਾ ਹੀ ਨਾ ਲੱਗੇ ਕਿੱਧਰ ਨੂੰ ਜਾ ਰਹੇ ਹਾਂ। ਸਰਬ ਦਿਖਾਏ ਤਾਹੇ ਕਿਰਪਾਲਾ, ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਲੱਖਾਂ ਹੀ ਪਾਤਾਲ ਵੀ ਦਿਖਾ ਦਿੱਤੇ। ਹੁਣ ਬਹੁਤ ਬਰਖ ਲਗ ਕਾਲ ਬਿਤਾਇਓ, ਬਹੁਤ ਸਾਲ ਬੀਤ ਗਏ। ਪਹਿਲਾਂ ਤਾਂ ਕਈ ਜਿਹੜਾ ਬਹੁਤ ਸਾਲ ਆਕਾਸ਼ ਦੇਖਦਿਆਂ ਬੀਤ ਗਏ, ਹੁਣ ਪਤਾਲ ਦੇਖਦਿਆਂ ਵੀ ਬੀਤ ਗਏ। ਵਿਚਰਤ ਪੀਰ ਤਾਤ ਅਕੁਲਾਇਓ, ਸੋ ਇਹ ਪੀਰ ਦਾ ਪੁੱਤਰ ਜਿਹੜਾ ਬੇਟਾ ਸੀ ਇਹ ਅਕੁਲਾ ਗਿਆ, ਅੱਕ ਗਿਆ ਜੀ। ਹੁਣ ਕਹਿੰਦਾ ਇਹ ਤਾਂ ਮੁੱਕਦੇ ਹੀ ਨਹੀਂ। ਕਹਿੰਦਾ ਕਿੰਨੇ ਆਪਾਂ ਦੇਖੀ ਜਾਏ, ਮਸਾਂ ਆਕਾਸ਼ਾਂ ਤੋਂ ਛੁੱਟ ਕੇ ਆਏ, ਉੱਥੇ ਵੀ ਅੱਗੇ ਹੋਰ ਸੀ ਜਿਹੜੇ ਨਹੀਂ ਦੇਖੇ, ਆਪਾਂ ਛੱਡ ਕੇ ਆਏ। ਹੁਣ ਪਤਾਲਾਂ ਵਿੱਚ ਆ ਗਏ, ਪਤਾਲ ਵੀ ਨਹੀਂ ਮੁੱਕਦੇ। ਹੁਣ ਇਹ ਤਾਂ ਅੱਕ ਗਿਆ ਜੀ ਵਿਚਾਰਾ, ਇਹ ਤਾਂ ਜਿਹੜਾ ਹਟ ਗਿਆ ਜੀ, ਇਹ ਤਾਂ ਕਹਿੰਦਾ ਮੈਂ ਤਾਂ ਹੋ ਗਿਆ ਜੀ, ਇਹ ਕਹਿੰਦਾ ਸੀ ਐਨੀਮੋ, ਹੋ ਗਿਆ ਜੀ ਮੇਰਾ ਕੰਮ। ਹੱਥ ਬੰਦ ਕੇ ਗੁਰੂ ਅਗਾਰੀ, ਹੱਥ ਬੰਨ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਇਹ ਜਿਹੜਾ ਦਸਤਗੀਰ ਦਾ ਬੇਟਾ ਸੀ ਕਹਿਣ ਲੱਗਾ, ਹੋਏ ਅਧੀਨ ਬਹੁ ਬਿਨਾ ਉਚਾਰੀ, ਬਹੁਤ ਅਧੀਨ ਹੋ ਕੇ ਬਹੁਤ ਨਿਮਰਤਾ ਵਿੱਚ ਸਤਿਗੁਰਾਂ ਦੇ ਅੱਗੇ ਤਰਲੇ ਕੱਢਣ ਲੱਗਿਆ, ਪ੍ਰਾਰਥਨਾ ਕੀਤੀ। ਅੰਤ ਨਾ ਆਵਤ ਗੈਨ ਪਤਾਲਾ, ਮਹਾਰਾਜ ਅੰਤ ਨਹੀਂ ਆਉਂਦਾ, ਨਾ ਆਕਾਸ਼ਾਂ ਦਾ ਆਉਂਦਾ ਹੈ, ਨਾ ਪਤਾਲਾਂ ਦਾ ਹੀ ਆਉਂਦਾ ਹੈ। ਵਿਚਰਤ ਬੀਤ ਗਇਓ ਚਿਰਕਾਲਾ, ਮਹਾਰਾਜ ਇਹਨਾਂ ਵਿੱਚ ਵਿਚਰਦਿਆਂ ਹੋਇਆਂ ਪਤਾ ਨਹੀਂ ਬਹੁਤ ਸਾਲ ਬੀਤ ਗਏ। ਮੈਨੂੰ ਤਾਂ ਇਉਂ ਲੱਗਦਾ ਸੈਂਚਰੀਜ਼ ਬੀਤ ਗਏ ਹਨ। ਹਾਂਜੀ, ਪਤਾ ਨਹੀਂ ਕਿੰਨਾ ਚਿਰ ਬੀਤ ਗਿਆ, ਇਹਦਾ ਕੋਈ ਜਿਹੜਾ ਹੈ ਹੱਦ ਨਹੀਂ ਆਉਂਦਾ। ਕਿੰਨੇ ਕੁ ਬੀਤ ਗਏ ਪਾਤਸ਼ਾਹ, ਮੈਂ ਤਾਂ ਅਕਾਊਂਟ ਹੀ ਨਹੀਂ ਰੱਖ ਸਕਿਆ। ਚਲੋ ਆਪਣੇ ਅਬ ਸਥਾਨਾ, ਮਹਾਰਾਜ ਚਲੋ ਹੁਣ ਵਾਪਸ ਚਲੀਏ ਉਹ ਦੁਨੀਆ ਨੂੰ, ਬਗਦਾਦ ਨੂੰ ਵਾਪਸ ਚਲੀਏ ਹੁਣ। ਤੁਮ ਖੁਦਾਏ ਹੋ ਲਖੋ ਨਾ ਆਨਾ, ਉਹਦਾ ਬੇਟਾ ਜਿਹੜਾ ਸੀ ਦਸਤਗੀਰ ਦਾ ਇੰਨੀ ਸ਼ਰਧਾ ਵਿੱਚ ਆਇਆ, ਕਹਿੰਦਾ ਪਾਤਸ਼ਾਹ ਤੁਮ ਖੁਦਾਏ, ਮੈਂ ਤਾਂ ਤੁਹਾਨੂੰ ਖੁਦਾ ਜਾਣ ਲਿਆ ਹੈ, ਤੁਸੀਂ ਆਪ ਖੁਦਾ ਰੱਬ ਹੋ। ਲਖੋ ਨਾ ਆਨਾ, ਮੈਂ ਤੈਨੂੰ ਹੋਰ ਕੁਝ ਨਹੀਂ ਜਾਣਿਆ, ਤੁਸੀਂ ਆਪ ਖੁਦਾ ਹੀ ਹੋ, ਕਿਉਂਕਿ ਖੁਦਾ ਵਿੱਚ ਹੀ ਇੰਨੀ ਸਮਰੱਥਾ ਹੋ ਸਕਦੀ ਹੈ। ਸੁਣ ਕੇ ਸ੍ਰੀ ਗੁਰ ਗਿਰਾ ਉਚਾਰੀ, ਇਹ ਸੁਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ, ਜੇ ਕਿਛ ਚਾਹੋ ਹੋਏ ਰਿਦ ਮਝਾਰੀ, ਕਹਿਣਗੇ ਜੇ ਕੁਝ ਚਾਹੋ, ਹੋਰ ਕੋਈ ਇੱਛਾ ਹੈ ਦੇਖਣ ਦੀ? ਦਸਤਗੀਰ ਪੁੱਤਰ ਨੂੰ ਪੁੱਛਦੇ, ਹੋਰ ਕੁਝ ਦੇਖਣਾ ਹੈ, ਹੋਰ ਕੋਈ ਇੱਛਾ ਬਾਕੀ ਹੈ ਤੇਰੀ? ਦੇਖੋ ਔਰ ਆਕਾਸ਼ ਪਤਾਲਾ, ਜੇ ਦੇਖਣਾ ਤੈਨੂੰ ਹੋਰ ਦਿਖਾ ਦਿੰਦੇ ਆ, ਹੋਰ ਆਕਾਸ਼ ਹਨ ਜਿਹੜੇ ਹਨ, ਹੋਰ ਪਤਾਲ ਕਿੰਨੇ ਬਾਕੀ ਰਹਿ ਗਏ ਹਨ, ਕਹਿੰਦੇ ਉਹ ਵੀ ਤੈਨੂੰ ਦਿਖਾ ਦਿੰਦੇ ਹਾਂ। ਅੰਤ ਨਹੀਂ ਕਛ ਰਹੇ ਵਿਸਾਲਾ, ਇਹ ਤਾਂ ਵਿਸਾਲ ਹੈ, ਕਹਿੰਦੇ ਇਹਨਾਂ ਦਾ ਅੰਤ ਨਹੀਂ ਕੋਈ ਆਉਣਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਤਾਂ ਬੇਸ਼ੁਮਾਰ ਬਹੁਤ ਵੱਡੇ ਹਨ, ਬਹੁਤ ਅੱਗੇ ਤੋਂ ਅੱਗੇ ਹਨ। ਜੇਕਰ ਅਕੁਲਾਵਾ ਚਿਤ ਤੋਰਾ, ਜੇ ਤੂੰ ਅੱਕ ਗਿਆ ਹਾਂ, ਤੇਰਾ ਚਿੱਤ ਭਰ ਗਿਆ ਹੈ ਵੀ ਬਸ ਹੋਰ ਨਹੀਂ ਦੇਖਣੇ, ਚਲਿਓ ਚਹਤ ਹੈ ਆਪਣੇ ਠੌਰਾ, ਜੇ ਚਾਹੁੰਦਾ ਹਾਂ ਤੂੰ
ਆਪਣੇ ਥਾਂ ਵਾਪਸ ਜਾਣ ਵਾਸਤੇ ਬਗਦਾਦ ਨੂੰ। ਤਵ ਪਿਤ ਨਿਸ਼ਚਾ ਆਵਹਿ ਜੈਸੇ। ਹੁਣ ਕਹਿੰਦੇ ਤੇਰੇ ਪਿਤਾ ਨੂੰ ਨਿਸ਼ਚਾ ਕਿਵੇਂ ਆਵੇਗਾ ਵੀ ਤੂੰ ਸੱਚਮੁੱਚ ਆਕਾਸ਼ ਤੇ ਪਾਤਾਲ ਦੇਖ ਕੇ ਆਇਆ ਹਾਂ। ਕਿਉਂਕਿ ਦੇਖੋ ਨਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੰਪੂਰਨ ਹਨ। ਮਹਾਰਾਜ ਜੀ ਜਾਣਦੇ ਸਨ ਜੇ ਕੋਈ ਨਿਸ਼ਾਨੀ ਨਾ ਲੈ ਕੇ ਜਾਈਏ ਥੱਲੇ, ਕਹਿੰਦੇ ਫੇਰ ਕਹਿੰਦੇ ਤੇਰਾ ਪਿਤਾ ਦਸਤਗੀਰ ਕਵੇਗਾ ਵੀ ਮੈਂ ਤੈਨੂੰ ਜਿਹੜਾ ਹਿਪਨੋਟਾਈਜ਼ ਕਰਕੇ ਮੈਂ ਤੈਨੂੰ ਹੋਰ ਦਾ ਹੋਰੇ ਦਿਖਾਤਾ। ਮਤਲਬ ਤੈਨੂੰ ਲੱਗਿਆ ਤੂੰ ਦੇਖਿਆ, ਪਰ ਤੂੰ ਦੇਖਿਆ ਨਹੀਂ ਹੋਣਾ, ਤੇਰੀ ਗੱਲ ਉੱਥੇ ਜਾ ਕੇ ਕਿਸੇ ਨੇ ਨਹੀਂ ਮੰਨਣੀ। ਸੋ ਇਸ ਪ੍ਰਕਾਰ ਕਰਕੇ ਸਤਿਗੁਰੂ ਜੀ ਜਾਣਦੇ ਸਨ ਇਹ ਗੱਲ ਵੀ ਲੋਕਾਂ ਨੇ ਤਾਂ ਡਿਨਾਈ ਕਰ ਦੇਣਾ, ਮੈਂ ਕਿਹੜੇ ਦੇਖਿਆ, ਇਹਨੇ ਦੇਖਿਆ ਬੇਟੇ, ਇਹ ਝੂਠ ਬੋਲਦਾ ਹੈ, ਇਹਨੂੰ ਤੁਸੀਂ ਹਿਪਨੋਟਾਈਜ਼ ਕਰ ਲਿਆ, ਜਾਂ ਇਹਨੂੰ ਤੁਸੀਂ ਇਹਨੂੰ ਭਰਮਾ ਕੇ ਤੁਸੀਂ ਇਹ ਗੱਲਾਂ ਇਹਦੇ ਮਨ 'ਚ ਨੂੰ ਦਿਖਾ ਦਿੱਤੀਆਂ। ਜਿਵੇਂ ਅੱਜ ਕੱਲ੍ਹ ਲੋਕ ਕਹਿੰਦੇ ਹਨ ਜੀ ਮੱਕਾ ਨਹੀਂ ਘੁੰਮਿਆ, ਬੰਦਾ ਇਹਦੇ ਮਨ ਘੁਮਾ ਦਿੱਤੇ। ਹਾਂਜੀ ਦੇਖੋ ਅੱਜ ਦੇ ਸਿੱਖ ਵੀ ਇਹ ਗੱਲਾਂ ਕਰਦੇ ਨੇ, ਤੇ ਉਹ ਮੁਸਲਮਾਨ ਵਿਚਾਰਾ ਉਹ ਦਸਤਗੀਰ ਦਾ ਬੇਟਾ ਕਹਿੰਦਾ ਹੈ ਹੇ ਗੁਰੂ ਨਾਨਕ ਮੈਂ ਤੈਨੂੰ ਖੁਦਾ ਜਾਣਿਆ ਹੈ, ਤੂੰ ਤਾਂ ਰੱਬ ਹੈ, ਹੋਰ ਨਹੀਂ ਕੋਈ। ਆਪਣੇ ਸਿੱਖ ਅੱਜ ਕਹਿੰਦੇ ਆ ਗੁਰੂ ਨਾਨਕ ਰੱਬ ਨਹੀਂ ਹੈ। ਦੇਖੋ ਕਿੱਡੀ ਭੈੜੀ ਗੱਲ ਹੈ। ਹਾਂਜੀ ਇਹ ਕੋਈ ਸਿੱਖ ਅਖਾਉਣ ਦੇ ਲਾਇਕ ਹਨ ਇਹ ਜਿਹੇ ਬੰਦੇ ਜਿਹੜੇ ਕਹਿੰਦੇ ਗੁਰੂ ਨਾਨਕ ਰੱਬ ਨਹੀਂ ਹੈਗਾ, ਪਰਮਾਤਮਾ ਨਹੀਂ ਹੈਗਾ। ਉਹ ਤਾਂ ਸਿੱਖ ਅਖਾਉਣ ਦੇ ਲਾਇਕ ਵੀ ਨਹੀਂ ਹੈ ਜਿਨ੍ਹਾਂ ਨੇ ਆਪਣੇ ਗੁਰੂ ਦੀ ਵਡਿਆਈ ਨੂੰ ਛੋਟਾ ਕਰਦੇ ਨੇ, ਬਣੀ ਬਣਾਈ ਵਡਿਆਈ ਨੂੰ ਛੋਟੀ ਕਰਨ ਵਿੱਚ ਜ਼ੋਰ ਲਾਉਂਦੇ ਨੇ, ਲੇਖ ਲਿਖਦੇ ਨੇ, ਲੋਕਾਂ ਵਿੱਚ ਜਾ ਕੇ ਪ੍ਰਚਾਰ ਕਰਦੇ ਨੇ। ਦੇਖੋ ਗੁਰੂ ਨਾਨਕ ਆਮ ਇਨਸਾਨ ਨੇ। ਦੇਖੋ ਜਿਹੜਾ ਜ਼ੋਰ ਉਹਨਾਂ ਨੇ ਕਿੱਥੇ ਲਾਇਆ। ਉਹ ਚੰਗੇ ਨੇ ਮੁਸਲਮਾਨ, ਉਹ ਚੰਗੇ ਨੇ ਹਿੰਦੂ ਜਿਹੜੇ ਆਪਣੇ ਪ੍ਰੋਫਿਟਸ ਨੂੰ ਵੀ ਰੱਬ ਬਣਾਉਂਦੇ ਨੇ, ਰੱਬ ਵਰਗਾ ਜਾਣਦੇ ਨੇ। ਦੇਖੋ ਉਹ ਚੰਗੇ ਹਨ ਆਪਣੇ ਨਾਲੋਂ, ਆਪਣਾ ਰੱਬ ਹੁੰਦਿਆਂ ਹੋਇਆਂ ਵੀ ਆਪਾਂ ਨੂੰ ਛੋਟਾ ਕਰਦੇ ਹਾਂ। ਕਾਰਜ ਕਰੋ ਆਪ ਤਬ ਤੈਸੇ। ਕਹਿਣ ਲੱਗੇ ਹੁਣ ਆਪਾਂ ਉਹ ਕਾਰਜ ਕਰੀਏ ਜਿਹਦੇ ਕਰਕੇ ਤੇਰੇ ਪਿਤਾ ਨੂੰ ਇਹ ਵਿਸ਼ਵਾਸ ਹੋ ਜਾਵੇ ਕਿ ਸੱਚਮੁੱਚ ਤੂੰ ਪਾਤਾਲ ਤੇ ਲੱਖ ਆਗਾਸ ਦੇਖੇ ਹਨ। ਸੰਗਤ ਮਹਿ ਪੰਚਾਮਿਤ ਹੋਈ। ਤੇ ਮਹਾਰਾਜ ਹੁਣ ਇਸ ਇਸ ਦਾ ਬੇਟਾ ਜਿਹੜਾ ਹੈ ਨਾ ਦਸਤਗੀਰ ਦਾ, ਉੱਥੇ ਲੈ ਕੇ ਗਏ, ਖਾਸ ਕਰ ਜਿੱਥੇ ਸੰਗਤ ਜੁੜਦੀ ਹੈ। ਦੇਖੋ ਮਹਾਰਾਜ ਦੀ ਸੰਗਤ ਇਹ ਦੁਨੀਆ ਵਿੱਚ ਹੀ ਨਹੀਂ, ਆਕਾਸ਼ਾਂ ਵਿੱਚ ਵੀ ਹੈ, ਪਾਤਾਲਾਂ ਵਿੱਚ ਵੀ ਹੈ ਗੁਰੂ ਨਾਨਕ ਦੀ ਸੰਗਤ। ਕਹਿੰਦੇ ਉੱਥੇ ਲੈ ਕੇ ਗਏ ਜਿੱਥੇ ਸੰਗਤ ਜੁੜਦੀ ਹੈ। ਤੇ ਪੰਚਾਮ੍ਰਿਤ, ਜਿੱਥੇ ਕੜਾ ਪ੍ਰਸ਼ਾਦ ਬਣਦਾ ਹੈ, ਜਿੱਥੇ ਸੰਗਤ ਜੁੜਦੀ ਹੈ, ਜਿੱਥੇ ਕੜਾ ਪ੍ਰਸ਼ਾਦ ਬਣਾ ਕੇ ਉਹ ਅਰਦਾਸ ਕਰਦੇ ਨੇ ਗੁਰੂ ਨਾਨਕ ਦੇ ਚਰਨਾਂ ਤੇ ਲੈ ਕਰ ਚਲੀਏ ਸੋਈ। ਕਹਿਣ ਲੱਗੇ ਚਲੋ ਮੈਂ ਤੈਨੂੰ ਉੱਥੇ ਲੈ ਕੇ ਜਾਣਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿੱਥੇ ਸੰਗਤ ਜੁੜ ਕੇ ਕੜਾ ਪ੍ਰਸ਼ਾਦ ਬਣਾ ਕੇ ਅਰਦਾਸਾਂ ਕਰਦੇ ਨੇ, ਮੈਂ ਤੁਹਾਨੂੰ ਉੱਥੇ ਲੈ ਕੇ ਜਾਣਾ। ਹੁਣ ਬਸ ਕਹਿ ਗਏ ਜਹਾਂ ਸਤ ਸੰਗਤ। ਹੁਣ ਮਹਾਰਾਜ ਇਸ ਦਸਤਗੀਰ ਦੇ ਬੇਟੇ ਨੂੰ ਲੈ ਕੇ ਚਲੇ ਗਏ ਜਿੱਥੇ ਸਤ ਸੰਗਤ ਜੁੜਦੀ ਹੈ। ਬੈਠੇ ਸੰਤਨ ਕੀ ਸ਼ੁਭ ਪੰਗਤ। ਦੇਖੋ ਉੱਥੇ ਸੰਤਾਂ ਦੀ ਚੰਗੀ ਸ਼ੁਭ ਚੰਗੇ ਜਿਹੜੇ ਹਨ ਸੰਤਾਂ ਦੀ, ਉੱਥੇ ਬਿਲਕੁਲ ਇੱਕ ਸੰਗਤ ਰੂਪ ਵਿੱਚ ਜੁੜ ਕੇ ਉਹ ਨਾਮ ਜਪਦੇ ਹਨ ਸਾਰੇ। ਸ੍ਰੀ ਗੁਰ ਕੋ ਅਵਲੋਕਾ ਜਬ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਆਉਂਦਾ ਦੇਖਦੇ ਹਨ, ਉਹ ਸੰਗਤ ਦੇਖਦੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਆਏ ਹਨ। ਔਰ ਪਰ ਹਰਖ ਉੱਠੇ ਸਭ ਤਬ ਉਹ ਸਾਰੇ ਗੁਰੂ ਨਾਨਕ ਦੇ ਸਤਿਕਾਰ ਵਾਸਤੇ ਉੱਠਦੇ ਹਨ, ਬੈਠੇ ਹੋਏ ਉੱਠ ਕੇ ਹੱਥ ਜੋੜ ਕੇ ਬੜੀ ਖੁਸ਼ੀ ਦੇ ਨਾਲ ਸਤਿਗੁਰਾਂ ਦੇ ਸਤਿਕਾਰ ਕਰਦੇ ਹਨ। ਪਦ ਪੰਕਜ ਪਰ ਬੰਧਨ ਧਾਰੀ। ਤੇ ਮਹਾਰਾਜ ਦੇ ਚਰਨਾਂ ਤੇ ਆ ਕੇ ਮੱਥਾ ਵੀ ਟੇਕਦੇ ਹਨ ਸਾਰੇ ਵਾਰੀ ਕਰਕੇ। ਬੈਠਾਰੇ ਪੁਨ ਸਭਾ ਮਝਾਰੀ। ਮਹਾਰਾਜ ਫਿਰ ਮਹਾਰਾਜ ਨੂੰ ਉੱਚੇ ਥਾਂ ਤੇ ਬਿਠਾਉਂਦੇ ਹਨ ਸੰਗਤ ਦੇ ਵਿੱਚ, ਮਹਾਰਾਜ ਵਾਸਤੇ ਸਿੰਘਾਸਨ ਲਾ ਕੇ ਉੱਤੇ ਬਿਠਾਉਂਦੇ ਹਨ। ਦੀਪ ਬਾਰ ਆਰਤੀ ਉਤਾਰੇ। ਫਿਰ ਦੀਵੇ ਬਾਲ ਕੇ ਸਤਿਗੁਰਾਂ ਦੀ ਆਰਤੀ ਕਰਦੀ ਹੈ ਉਹ ਸੰਗਤ, ਉਹ ਸੰਤ ਜਿਹੜੇ ਸਾਰੇ ਹਨ, ਉਸ ਮਹਾਰਾਜ ਦੀ ਆਰਤੀ ਵੀ ਕਰਦੇ ਹਨ। ਪੂਜਨ ਕੀਨ ਪ੍ਰਸ਼ੰਸ ਉਚਾਰੇ। ਫਿਰ ਪੂਜਾ ਕਰਦੇ ਹਨ ਸਤਿਗੁਰਾਂ ਦੀ। ਫਿਰ ਮਹਾਰਾਜ ਦੀ ਮਹਾਰਾਜ ਦੀ ਉਸਤਤ ਵੀ ਕਰਦੇ ਹਨ। ਕਰ ਪੰਚਾਮ੍ਰਿਤ ਕੋ ਭਲ ਰੀਤੇ। ਫਿਰ ਕੜਾ ਪ੍ਰਸ਼ਾਦ ਤਿਆਰ ਕਰਕੇ ਲਿਆਉਂਦੇ ਹਨ ਦਰਬਾਰ ਦੇ ਵਿੱਚ। ਅਰਦਾਸ ਖਰੇ ਯੁਤ ਪ੍ਰੀਤੀ। ਫਿਰ ਖੜੇ ਹੋ ਕੇ ਅਰਦਾਸ ਕਰਦੇ ਹਨ ਤੇ ਬੇਨਤੀ ਕਰਦੇ ਹਨ ਸਤਿਗੁਰੂ ਜੀ ਇਹ ਕੜਾ ਪ੍ਰਸ਼ਾਦ ਦੇਗ ਨੂੰ ਭੋਗ ਲਾਓ ਤੁਸੀਂ। ਬਹਰੋ ਬਾਂਟ ਦੀਨ ਸਭ ਤਾਏ। ਫਿਰ ਉਸ ਪ੍ਰਸ਼ਾਦ ਨੂੰ ਸਾਰਿਆਂ ਵਿੱਚ ਵੰਡਦੇ ਹਨ ਥੋੜਾ ਕਰਕੇ। ਦੀਨ ਪੀਰ ਸੁਤ ਹਰਖ ਵਢਾਈ। ਤੇ ਇਹ ਪੀਰ ਦੇ ਬੇਟੇ ਨੇ ਵੀ ਉਹ ਕੜਾ ਪ੍ਰਸ਼ਾਦ ਆਪਣੇ ਹੱਥ ਵਿੱਚ ਲੈ ਲਿਆ। ਬਹੁਤ ਸੰਗਤ ਕੇ ਮਾਹੀ। ਇਸ ਪ੍ਰਕਾਰ ਕਰਕੇ ਬਹੁਤ ਹੀ ਸਾਰੀ ਸੰਗਤ ਵੀ ਇੱਕ ਥਾਂ ਤੇ ਨਹੀਂ, ਕਈ ਥਾਵਾਂ ਤੇ ਪਾਤਾਲਾਂ ਤੇ ਪਾਤਾਲ ਲੱਖ ਆਗਾਸ ਦੇ ਵਿੱਚ ਸਤਿਗੁਰਾਂ ਦੀ ਸੰਗਤ ਜੁੜੀ ਤੇ ਉੱਥੇ ਇਹ ਪੀਰ ਦਾ ਬੇਟਾ ਇਹ ਉੱਥੇ ਗਿਆ। ਹਰ ਇੱਕ ਸੰਗਤ ਵਿੱਚ ਜਾਂਦਾ ਹੈ ਤੇ ਹਰ ਇੱਕ ਸੰਗਤ ਕਿਣਕਾ ਇੱਕ ਡ੍ਰੌਪ ਜਿਹੜੀ ਹੈ ਕੜਾ ਪ੍ਰਸ਼ਾਦ ਦੀ ਇੱਕ ਕੌਲੀ ਵਿੱਚ ਪਾਈ ਜਾਂਦਾ, ਇਕੱਠੀ ਕਰੀ ਜਾਂਦਾ ਇੱਕ ਡ੍ਰੌਪ, ਕਿਉਂਕਿ ਉਹਨੂੰ ਪਤਾ ਲੈਣਾ ਸੀ ਮੈਂ ਕਿੰਨੇ ਕੁ ਦੇਖੇ ਹਨ। ਸੋ ਗਿਣਤੀ ਕਰਨ ਵਾਸਤੇ ਉਹਨੇ ਕੀ ਕੀਤਾ, ਇੱਕ ਕਿਣਕਾ ਲੈ ਕੇ ਆਪਣੀ ਕੌਲੀ ਵਿੱਚ ਪਾਈ ਜਾਂਦਾ ਹੈ। ਫਿਰੇ ਪ੍ਰਭੂ ਦਿਖਰਾਈ ਤਾਹੀ। ਮਹਾਰਾਜ ਨੇ ਕਿੰਨੇ ਹੀ ਸੰਗਤਾਂ ਦੇ ਵਿੱਚ ਕਿੰਨੇ ਸੰਤਾਂ ਮਹਾਪੁਰਸ਼ਾਂ ਦੇ ਉਹਨੂੰ ਦਰਸ਼ਨ ਕਰਾਏ ਜਿਹੜੇ ਵੱਖ ਪਾਤਾਲਾਂ ਤੇ ਆਕਾਸ਼ਾਂ
ਆਕਾਸ਼ਾਂ ਵਿੱਚ ਹਨ। ਜਬ ਕਚ ਕੌਲ ਪੂਰਤ ਹੈ ਲੀਨਾ। ਜਦੋਂ ਉਹ ਠੂਠਾ ਉਹ ਕੌਲ ਜਿਹੜਾ ਹੈ ਭਰ ਗਿਆ, ਇੱਕ ਇੱਕ ਕਿਣਕਾ ਕਰਕੇ ਪਾਉਂਦਾ ਸੀ ਤੇ ਉਹ ਭਰ ਗਿਆ ਜੀ ਸਾਰਾ। ਦੇਖੋ ਕਿੰਨੇ ਕੁ ਹੋਣਗੇ ਜਿਹੜੇ ਮਹਾਰਾਜ ਨੇ ਬਾਅਦ ਵਿੱਚ ਦਿਖਾਏ। ਇੰਨਾ ਲੱਖਾਂ ਦਿਖਾ ਕੇ ਬਾਅਦ ਵਿੱਚ ਜਿੰਨੇ ਦਿਖਾਏ ਉਹਨਾਂ ਨਾਲ ਵੀ ਕੌਲਾ ਭਰ ਗਿਆ। ਸ੍ਰੀ ਗੁਰ ਬਹਰ ਪਿਆਨੋ ਕੀਨਾ। ਫੇਰ ਮਹਾਰਾਜ ਨੇ ਪਿਆਨਾ ਕੀਤਾ ਵਾਪਸ ਆਉਣ ਦਾ। ਤਬ ਬਗਦਾਦ ਦੇਸ਼ ਮਹਿ ਆਏ। ਬਸ ਆਗੇ ਜੀ ਬਗਦਾਦ ਦੇਸ਼ ਵਿੱਚ ਜਿੱਥੇ ਪਹਿਲਾਂ ਬੈਠੇ ਸਨ, ਉਤੋਂ ਪੀਰ ਬੈਠਿਓ ਜਿਹੇ ਥਾਏ। ਉਹੀ ਥਾਂ ਤੇ ਪਹੁੰਚ ਗਏ ਜਿੱਥੇ ਹਜੇ ਵੀ ਦਸਤਗੀਰ ਪੀਰ ਬੈਠਾ ਹੈ। ਦੇਖੋ ਉਹ ਮੰਡਲਾਂ ਦੇ ਵਿੱਚ ਕਈ ਸਾਲ ਬੀਤ ਗਏ, ਕਈ ਸੈਂਚਰੀਆਂ ਬੀਤ ਗਈਆਂ, ਤੇ ਜਦੋਂ ਵਾਪਸ ਉੱਥੇ ਆਏ ਹਜੇ ਵੀ ਉਹ ਦਸਤਗੀਰ ਪੀਰ ਬੈਠਾ ਸੀ ਉੱਥੇ। ਉਹ ਲੋਕ ਵੀ ਜਿਹੜੇ ਹਨ ਪੱਥਰ ਚੱਕੀ ਆਏ ਸੀ ਉਹ ਵੀ ਬੈਠੇ ਸਨ ਉੱਥੇ। ਬੁੱਝਨ ਕੀਨ ਪੀਰ ਸੁਤ ਤਾਈ। ਉਸ ਵੇਲੇ ਬੁੱਝਨ ਕੀਨ ਪੀਰ ਕਹਿਣ ਲੱਗੇ, ਉਹ ਪੀਰ ਨੇ ਆਪਣੇ ਬੇਟੇ ਆਪਣੇ ਪੁੱਤਰ ਨੂੰ ਪੁੱਛਿਆ, ਲੱਖ ਪਤਾਲ ਨਭ ਦੇਖੇ ਜਾਏ। ਕਹਿਣ ਲੱਗੇ ਪੁੱਤਰ ਲੱਖ ਪਤਾਲ ਦੇਖ ਲੈ ਤੂੰ ਦੇਖ ਕੇ ਆ ਗਿਆ। ਲੱਖ ਆਕਾਸ਼ ਤੇ ਲੱਖ ਪਤਾਲ ਤੈਨੂੰ ਦਿਖਾਏ ਹਨ ਇਹਨਾਂ ਨੇ। ਕਹਿ ਫਕੀਰ ਨੇ ਝੂਠ ਕਿ ਅਲਾਏ। ਇਹ ਫਕੀਰ ਝੂਠੇ ਬੋਲੀ ਜਾਂਦਾ ਹੈ, ਸੱਚਮੁੱਚ ਹੈਗੇ ਸੀ ਕਿ ਨਹੀਂ ਹੈਗੇ। ਹਟ ਕੇ ਤੂਰਨ ਤੁਮ ਚਲ ਆਏ। ਉਹ ਕਹਿਣ ਲੱਗਾ, ਦਸਤਗੀਰ ਨੇ ਕਿਹਾ ਆਪਣੇ ਪੁੱਤਰ ਨੂੰ, ਤੂੰ ਤਾਂ ਥੋੜੇ ਚਿਰ ਬਾਅਦ ਆ ਗਿਆ ਹਾਂ, ਥੋੜਾ ਹੀ ਸਮਾਂ ਲੱਗਿਆ ਹੈ। ਕਹਿੰਦੇ ਇੰਨੇ ਚਿਰ ਚ ਤੂੰ ਕਿੰਨੇ ਕੁ ਦੇਖ ਲਏ ਹੋਣਗੇ। ਬਿਸਮਿਓ ਦਸਤਗੀਰ ਸੁਤ ਸੁਣ ਕੇ। ਇਹ ਜਿਹੜੀ ਗੱਲ ਸੁਣ ਕੇ ਆਪਣੇ ਪਿਤਾ ਤੋਂ ਉਸਦਾ ਪੁੱਤਰ ਦਸਤਗੀਰ ਦਾ ਉਹ ਹੈਰਾਨ ਹੋ ਗਿਆ। ਕਹਿੰਦਾ ਤੂੰ ਕਹਿ ਰਿਹਾ ਥੋੜਾ ਚਿਰ ਲੱਗਿਆ? ਹਾਂਜੀ। ਅਤ ਸੇ ਅਚਰਜ ਕੋ ਮਨ ਗੁਣ ਕੈ। ਉਹਨੇ ਅਤਸ਼ੈ ਬਹੁਤ ਅਚਰਜ ਹੋਇਆ, ਬਹੁਤ ਉਹ ਹੈਰਾਨ ਹੋਇਆ ਗੱਲ ਸੁਣ ਕੇ। ਆਪਣੇ ਮਨ ਵਿੱਚ ਵਿਚਾਰ ਕੀਤੀ ਦਸਤਗੀਰ ਪੁੱਤਰ ਨੇ। ਕਹਿਣ ਲੱਗਿਓ ਹੇ ਪਿਤਾ ਸੁਨੀਜੈ। ਹੈਰਾਨ ਹੋ ਕੇ ਕਹਿਣ ਲੱਗਾ, ਹੇ ਪਿਤਾ ਮੇਰੀ ਗੱਲ ਸੁਣ। ਆਪਣੇ ਪਿਤਾ ਦਸਤਗੀਰ ਨੂੰ ਕਹਿਣ ਲੱਗਾ, ਇਹੋ ਦਰਵੇਸ਼ ਖੁਦਾਏ ਲਖੀਜੈ। ਕਹਿਣ ਲੱਗੇ ਪਿਤਾ ਜੀ ਇਸ ਜਿਹੜਾ ਫਕੀਰ ਹੈ ਇਹਨੂੰ ਤਾਂ ਤੂੰ ਖੁਦਾ ਮੰਨ, ਇਹ ਤਾਂ ਰੱਬ ਹੈ, ਇਹ ਅੱਲਾ ਆਪ ਹੈ। ਤੁਮ ਤੋ ਕਹਿਓ ਕਿ ਤੂਰਨ ਆਏ। ਤੂੰ ਤਾਂ ਕਹਿੰਦਾ ਅਸੀਂ ਉਦੋਂ ਹੀ ਆ ਗਏ ਜਦੋਂ ਤੇ ਗਏ, ਬਹੁਤ ਛੇਤੀ ਵਾਪਸ ਆ ਗਏ। ਕਿਤੇ ਸਹਸ ਹਮ ਬਰਖ ਬਿਤਾਏ। ਕਹਿੰਦੇ ਮੈਂ ਤਾਂ ਉੱਥੇ ਹਜ਼ਾਰਾਂ ਸਾਲ ਮੇਰੇ ਬੀਤ ਗਏ। ਮੈਂ ਤਾਂ ਇੰਨੇ ਆਕਾਸ਼ ਦੇਖੇ, ਇੰਨੇ ਪਤਾਲ ਦੇਖੇ, ਮੇਰੇ ਤਾਂ ਕਹਿੰਦੇ ਉੱਥੇ ਹਜ਼ਾਰਾਂ ਸਾਲ ਬੀਤ ਗਏ ਸਨ। ਥਾਊਜ਼ੈਂਡਸ ਆਫ ਇਅਰਸ ਹੋ ਗਏ ਸਨ ਮੈਨੂੰ ਦੇਖਦੇ ਆ, ਕਿਉਂਕਿ ਮੈਂ ਰਾਤ ਦਿਨ ਦਾ ਹਿਸਾਬ ਕਰਦੇ, ਆਪਾਂ ਵੀ ਇਸ ਤਰ੍ਹਾਂ ਗਿਣਦੇ ਹਾਂ ਨਾ, ਰਾਤ ਦਿਨ। ਤੇ ਉਹ ਕਹਿੰਦਾ ਇੰਨੇ, ਕਹਿੰਦਾ ਮੇਰੇ ਹਿਸਾਬ ਨਾਲ ਤਾਂ ਥਾਊਜ਼ੈਂਡਸ ਹੋ ਗਏ ਜੀ, ਥਾਊਜ਼ੈਂਡਸ ਆਫ ਇਅਰਸ। ਹਾਂਜੀ। ਲੱਖ ਪਤਾਲ ਆਕਾਸ਼ ਦਿਖਾਏ। ਮੈਨੂੰ ਤਾਂ ਇਹਨਾਂ ਨੇ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲ ਦਿਖਾ ਦਿੱਤੇ। ਬਹਰੋ ਔਰਕ ਹੱਥ ਨਾ ਆਏ। ਫੇਰ ਵੀ ਅੰਤ ਨਹੀਂ ਆਉਂਦਾ ਸੀ, ਹਜੇ ਹੋਰ ਹੈਗੇ ਸੀ। ਮੈਂ ਮਸਾ ਤਰਲਾ ਕੱਢਿਆ, ਮੈਂ ਕਿਹਾ ਬਸ ਕਰੋ ਜੀ। ਗਇਓ ਹਾਰ ਅਵਲੋਕਿਓ ਜਬ। ਮੈਂ ਤਾਂ ਹਾਰ ਗਿਆ ਜੀ ਦੇਖ ਕੇ, ਮੈਂ ਤਾਂ ਅੱਕ ਗਿਆ ਸੀ ਜੀ ਦੇਖਦਾ। ਕਹਿ ਕਰ ਮੈਂ ਹਟ ਆਵਾ ਤਬ। ਮੈਂ ਤਾਂ ਇਹਨਾਂ ਦਾ ਤਰਲਾ ਕੱਢਿਆ ਵੀ ਵਾਪਸ ਚਲੀਏ, ਮੇਤੋਂ ਨਹੀਂ ਹੋਰ ਦੇਖੇ ਜਾਂਦੇ। ਜਹ ਕਹਿ ਸੰਗਤ ਇਨ ਕੀ ਦੇਖੀ। ਦੇਖੋ ਪਰ ਇੱਕ ਗੱਲ ਹੈ ਪਿਤਾ ਜੀ, ਮੈਂ ਦੇਖਿਆ ਇਹਨਾਂ ਦੀ ਸੰਗਤ ਹਰ ਇੱਕ ਪਤਾਲ, ਹਰ ਇੱਕ ਆਕਾਸ਼ ਵਿੱਚ ਹੈ। ਜਿੱਥੇ ਕਿਤੇ ਵੀ ਅਸੀਂ ਗਏ ਗੁਰੂ ਨਾਨਕ ਨੂੰ ਲੋਕ ਮੱਥਾ ਟੇਕਦੇ ਨੇ, ਇਹਨਾਂ ਦੀ ਪੂਜਾ ਆਰਤੀ ਉਤਾਰਦੇ ਨੇ, ਕੜਾ ਪ੍ਰਸ਼ਾਦ ਬਣਾਉਂਦੇ ਨੇ, ਇਹਨਾਂ ਵਾਸਤੇ ਅਰਦਾਸ ਕਰਦੇ ਹਨ ਇਹਨਾਂ ਅੱਗੇ। ਪਦ ਪੂਜੈ ਕਰ ਪ੍ਰੀਤ ਵਿਸੇਖੀ। ਇਹਨਾਂ ਦੇ ਚਰਨਾਂ ਦੀ ਪੂਜਾ ਹੋ ਰਹੀ ਹੈ ਸਾਰੇ ਪਾਸੇ। ਦਸਤਗੀਰ ਸੁਣ ਅਦਭੁਤ ਬਾਣੀ। ਇਹ ਜਿਹੜੇ ਅਦਭੁਤ ਹੈਰਾਨ ਕਰਨ ਵਾਲੀ ਗੱਲ ਦਸਤਗੀਰ ਨੇ ਜਦੋਂ ਸੁਣੀ, ਬਿਸਮ ਰਹਿਓ ਕਛ ਜਾਤ ਨਾ ਜਾਣੀ। ਬਹੁਤ ਹੈਰਾਨ ਹੋਇਆ। ਹੁਣ ਇਹਨੂੰ ਜਾਣਿਆ ਨਹੀਂ ਜਾਂਦਾ ਕਿਉਂਕਿ ਕੁਰਾਨ ਵਿੱਚ ਉਹਨਾਂ ਕੁ ਲਿਖਿਆ ਹੈ। ਹੁਣ ਇਹ ਬੜਾ ਹੈਰਾਨ ਹੋਇਆ ਵੀ ਇਹ ਗੱਲ ਕਿਵੇਂ ਹੋ ਗਈ ਹੁਣ। ਇਹ ਠਾ ਘਟਕਾ ਬੀਤੀ ਦੋ। ਉਹ ਕਹਿਣ ਲੱਗਾ, ਕਹਿੰਦਾ ਇੱਥੇ ਸਿਰਫ 2 ਘੜੀਆਂ ਬੀਤੀਆਂ ਸਨ, 48 ਮਿੰਟਸ ਇਹ ਧਰਤੀ ਦਾ ਟਾਈਮ ਸੀਗਾ, ਤੇ ਗੁਰੂ ਨਾਨਕ ਨੇ ਹਜ਼ਾਰਾਂ ਸਾਲ ਲਾ ਕੇ ਉਸਦੇ ਪੁੱਤਰ ਨੂੰ ਜਿਹੜੇ ਹਨ ਲੱਖਾਂ ਆਕਾਸ਼ ਵੀ ਦਿਖਾਤੇ, ਲੱਖਾਂ ਪਤਾਲ ਵੀ ਦਿਖਾਤੇ। ਪਰ ਉਹਨਾਂ ਟਾਈਮ ਜਿਹੜਾ ਸੀ ਉੱਥੇ ਥਾਊਜ਼ੈਂਡਸ ਆਫ ਇਅਰਸ ਸੀਗਾ, ਇੱਥੇ ਸਿਰਫ 48 ਮਿੰਟਸ ਹੋਏ ਸਨ ਇਹ ਧਰਤੀ ਤੇ। ਬੈਠੇ ਰਹੇ ਉੱਠੇ ਨਹਿ ਕੋ। ਕਹਿਣ ਲੱਗੇ ਦੇਖੋ 48 ਮਿੰਟਸ ਚ ਮੈਂ ਵੀ ਇੱਥੇ ਹੀ ਬੈਠਾ ਤੇ ਆਲੇ ਦੁਆਲੇ ਲੋਕ ਬਗਦਾਦ ਦੇ ਵੀ ਬੈਠੇ, ਕੋਈ ਨਾ ਉੱਠਿਆ। ਬਰਖ ਅਗਨ ਇਹ ਕਹਿਤ ਬਿਤਾਏ। ਕਹਿਣ ਲੱਗੇ ਇਹ ਕਹਿ ਰਿਹਾ ਵੀ ਅਣਗਿਣਤ, ਇਹਨਾਂ ਦਾ ਅੰਦਾਜ਼ਾ ਹੈ 1000 ਜ਼ਿਆਦੇ ਵੀ ਹੋ ਸਕਦੇ ਨੇ, ਕਾਊਂਟਲੈਸ ਹਨ ਜਿਹੜੇ ਇਅਰਸ ਵਾਸਤੇ ਉਸ ਦਾ ਬੇਟਾ ਉਹਨੂੰ ਦੱਸ ਰਿਹਾ ਕਿ ਮੈਂ ਜਾ ਕੇ ਆਕਾਸ਼ ਪਤਾਲ ਦੇਖੇ ਹਨ। ਦੇਖੋ ਇੱਥੇ ਜਿਹੜਾ ਹਨ ਸੰਸਾ ਬਿਲਕੁਲ ਨਹੀਂ ਕਰਨਾ, ਕਿਉਂਕਿ ਇਹ ਟਾਈਮ ਜਿਹੜਾ ਹੈ ਦੇਖੋ ਇਹ ਸਤਿਗੁਰਾਂ ਦੇ ਆਪਣੇ ਹੱਥ ਵਿੱਚ ਹੈ, ਤੇ ਡਿਫਰੈਂਟ ਡਾਈਮੈਂਸ਼ਨਸ ਦੇ ਵਿੱਚ ਟਾਈਮ ਡਿਫਰੈਂਟਲੀ ਚੱਲਦਾ ਹੈ। ਜਦੋਂ ਆਪਾਂ ਇੱਕ ਦੁਨੀਆ ਦੇ ਟਾਈਮ ਨਾਲ ਕੰਪੇਅਰ ਕਰੀਏ ਤਾਂ ਉਹ ਜਿਹੜਾ ਹੈ ਹੋਰ ਬਾਕੀ ਦੀਆਂ ਦੁਨੀਆ ਦੇ ਟਾਈਮ ਜਿਹੜੇ ਹੋਰ ਹਨ। ਸੋ ਇਸ ਪ੍ਰਕਾਰ ਕਰਕੇ ਦੇਖੋ ਗੁਰੂ ਮਹਾਰਾਜ ਦੀ ਆਪਣੀ ਲੀਲਾ ਹੈ। ਦੇਖੋ ਮਹਾਰਾਜ ਨੇ 48 ਮਿੰਟਸ ਦੇ ਵਿੱਚ ਉਸ ਦੇ ਪੁੱਤਰ ਨੂੰ ਥਾਊਜ਼ੈਂਡਸ ਆਫ ਇਅਰਸ ਦੀ ਯਾਤਰਾ ਕਰਾ ਦਿੱਤੀ। ਲੱਖ ਪਤਾਲ ਆਕਾਸ਼ ਦਿਖਾਏ। ਲੱਖਾਂ ਹੀ ਪਤਾਲ ਆਕਾਸ਼ ਦਿਖਾ ਦਿੱਤੇ। ਸਭ ਬਿਦ ਲਖ ਕੈ ਬਾਤ ਅਸੰਭਾ। ਕਹਿਣਗੇ ਸਾਰੇ ਪ੍ਰਕਾਰ ਦੀ ਜਿਹੜੀ ਇਹ ਗੱਲ ਅਸਚੰਭ ਜਿਹੜਾ ਅਸਟਰਜਾ ਵਾਲੀ ਗੱਲ ਦੇਖੀ ਕਿ ਹੈਰਾਨ ਕਰਨ ਵਾਲੀ ਔਸਮ ਹੈ।
ਜਿਹੜੇ ਹਨ ਸਮਝ ਨਹੀਂ ਪੈਂਦੀ। ਮਾਨ ਰਹਿਓ ਮਨ ਪੀਰ ਅਚੰਬਾ। ਤੇ ਅਚੰਬਾ ਹੋ ਗਿਆ, ਹੈਰਾਨ ਹੋ ਗਿਆ ਉਹ ਪੀਰ ਬਹੁਤ ਵਿਧੀਆਂ ਕਰਕੇ, ਇਹ ਸੋਚ ਰਿਹਾ ਇਹਦੀ ਸਮਝ ਨਹੀਂ ਪੈਂਦੀ। ਸੋ ਸਾਰੇ ਪ੍ਰਕਾਰ ਕਰਕੇ ਇਹ ਜਿਹੜਾ ਹੈ ਹੈਰਾਨ ਦਾ ਹੈਰਾਨੇ ਰਹਿ ਗਿਆ। ਹਿਰਦੈ ਵਿਚਾਰ ਕੀਨ ਚਿਰਤਾਏ। ਇਹਨੇ ਫਿਰ ਬੜੇ ਚਿਰ ਤੱਕ ਵਿਚਾਰ ਕੀਤੇ ਆਪਣੇ ਮਨ ਦੇ ਵਿੱਚ। ਸਭ ਪੀਰਨ ਮਹਿ ਮੋਰ ਬੜਾਈ। ਕਹਿਣ ਲੱਗੇ ਦੇਖੋ ਸਾਰੇ ਪੀਰਾਂ ਦੇ ਵਿੱਚ ਮੇਰੀ ਵਡਿਆਈ ਵੱਡੀ ਹੈ। ਸਾਰੇ ਲੋਕ ਮੈਨੂੰ ਵੱਡਾ ਪੀਰ ਕਹਿੰਦੇ, ਦਸਤਗੀਰ ਤੂੰ ਵੱਡਾ ਪੀਰ ਹੈ, ਮੇਰੇ ਤੋਂ ਵੱਡਾ ਪੀਰ ਦੁਨੀਆ ਵਿੱਚ ਨਹੀਂ ਹੈਗਾ। ਅਜਮਤ ਮਾਹੀ ਮੋਹੇ ਸਮਾਨਾ। ਤੇ ਮੇਰੇ ਵਿੱਚ ਜਿੰਨੀ ਸ਼ਕਤੀ ਹੈ ਕੋਈ ਵੀ ਪੀਰ ਵਿੱਚ ਉਨੀ ਸ਼ਕਤੀ ਨਹੀਂ ਹੈਗੀ। ਮੈਂ ਸਭ ਤੋਂ ਵੱਡਾ ਸ਼ਕਤੀਸ਼ਾਲੀ ਪੀਰ ਹਾਂ। ਜਗਤ ਵਿਖੇ ਕੋ ਪਿਖੋ ਨਾ ਆਨਾ। ਮੇਰੇ ਵਰਗਾ ਜਗਤ ਵਿੱਚ ਹੋਰ ਕੋਈ ਵੀ ਨਹੀਂ ਹੈਗਾ, ਦਸਤਗੀਰ ਪੀਰ ਕਹਿੰਦਾ। ਸਭ ਹੀ ਆਨ ਮਾਨ ਹੈ ਮੋਰੀ। ਦੇਖੋ ਸਾਰੀ ਦੁਨੀਆ ਦੇ ਲੋਕ ਆ ਕੇ ਮੇਰੀ ਗੱਲ ਮੰਨਦੇ ਹਨ, ਮੇਰੀ ਆਗਿਆ ਵਿੱਚ ਚੱਲਦੇ ਹਨ। ਦੇਸ ਨਿਵਾਏ ਪਗ ਕਰ ਜੋਰੀ। ਦੇਖੋ ਜਿਹੜਾ ਇੱਕ ਦੇਸ਼ ਨਹੀਂ ਕਈ ਦੇਸ਼ ਮੈਂ ਆਪਣੇ ਚਰਨਾਂ ਵਿੱਚ ਆਪਣੇ ਪੈਰਾਂ ਉੱਤੇ ਪਾ ਲਏ ਹਨ। ਮਮ ਅਜਮਤ ਲੇਸ ਨਾ ਇਸ ਆਗੈ। ਦੇਖੋ ਪਰ ਮੇਰੀ ਜਿੰਨੀ ਵੀ ਸ਼ਕਤੀ ਹੈ ਮੈਂ ਆਪਣੀ ਸ਼ਕਤੀ ਨੂੰ ਵੱਡੀ ਕਰਕੇ ਮੰਨਦਾ ਹਾਂ। ਦੁਨੀਆ ਮੈਨੂੰ ਵੱਡਾ ਮੰਨਦੀ ਹੈ ਪਰ ਮੇਰੀ ਸ਼ਕਤੀ ਇੱਕ ਲੇਸ਼ ਰੱਤੀ ਮਾਤਰ ਵੀ ਇਹਦੇ ਜਿੰਨੀ ਨਹੀਂ। ਇਹ ਤਾਂ ਸਮੁੰਦਰ ਨੇ, ਮੈਂ ਤਾਂ ਇੱਕ ਕਿਣਕਾ ਹਾਂ। ਜਿੰਨੀ ਕਿ ਸ਼ਕਤੀ ਮੇਰੇ ਵਿੱਚ ਹੈ ਇਹਦੇ ਬਰਾਬਰ ਇਹ ਤਾਂ ਸਮੁੰਦਰ ਹਨ। ਮੈਂ ਇੱਕ ਕਿਣਕਾ ਕੀ ਮਾਣ ਕਰਦਾ ਆਪਣੀਆਂ ਸ਼ਕਤੀਆਂ ਤੇ। ਮੇਰ ਨਿਕਟ ਜਿਉ ਰੰਚਕ ਲਾਗੇ। ਜਿਵੇਂ ਇੱਕ ਜਿਹੜੀ ਹੈ ਜਿਹੜਾ ਇੱਕ ਰੰਚਕ ਇੱਕ ਪਾਸਰ ਜਾਂ ਜਿਹੜਾ ਹੈ ਰੇਤੇ ਦਾ ਇੱਕ ਜਿਹੜਾ ਕਿਣਕਾ ਹੁੰਦਾ ਹੈ ਉਹ ਪਹਾੜ ਸੁਮੇਰ ਪਰਬਤ ਦੇ ਜਿਹੜੇ ਬਰਾਬਰ ਤੇ ਕਿਵੇਂ ਆ ਸਕਦਾ ਹੈ। ਜਿਹੜਾ ਹੈ ਛੋਟਾ ਹੈ ਉਹ ਜਿਹੜਾ ਹੈ ਉਹ ਤਾਂ ਬਰਾਬਰੀ ਕਿਵੇਂ ਕਰ ਸਕਦਾ ਹੈ। ਇਹੋ ਤੋਂ ਮਾਨੁਖ ਤਨ ਨਹਿ ਹੋਏ। ਇਹ ਤਾਂ ਮਨੁੱਖ ਤਨ ਵਾਲਾ ਨਹੀਂ, ਇਹ ਤਾਂ ਕੋਈ ਹੋਰ ਨਹੀਂ ਹੋ ਸਕਦਾ। ਹੈ ਖੁਦਾਏ ਧਰਿਓ ਤਨ ਸੋਏ। ਇਹ ਤਾਂ ਬਿਲਕੁਲ ਖੁਦਾ ਉਹ ਅੱਲਾ ਆਪ ਹੀ ਹੈ ਜੋ ਸਰੀਰ ਵਿੱਚ ਆਇਆ ਹੈ ਇਸ ਧਰਤੀ ਤੇ। ਇਸ ਕੀ ਸਰਬਰ ਹੋਏ ਨਾ ਕੋ। ਇਸ ਦੀ ਬਰਾਬਰੀ ਨਹੀਂ ਕਿਤੇ ਵੀ ਕੋਈ ਕਰ ਸਕਦਾ। ਗੁਰੂ ਨਾਨਕ ਸਾਹਿਬ ਬਾਰੇ ਐਸਾ ਇਹ ਕਹਿੰਦਾ ਹੈ ਦਸਤਗੀਰ ਹੋਣਾ। ਬੰਧਨ ਬਣੈ ਬੰਦ ਕਰ ਦੋ। ਕਹਿਣ ਲੱਗੇ ਇਹਨਾਂ ਨੂੰ ਤਾਂ ਮੱਥਾ ਟੇਕਣਾ ਹੀ ਬਣਦਾ ਹੈ। ਦੋਨੋਂ ਹੱਥ ਜੋੜ ਕੇ ਇਹਨਾਂ ਨੂੰ ਮੱਥਾ ਹੀ ਟੇਕਣਾ ਚਾਹੀਦਾ। ਹੁਣ ਹੱਥ ਕਿਉਂ ਬੰਨੇ ਜਾਂਦੇ ਨੇ? ਕਿਉਂਕਿ ਬੰਦਾ ਕਾਰਜ ਆਪਣੇ ਹੱਥਾਂ ਨਾਲ ਕਰਦਾ ਹੈ। ਜਦੋਂ ਹੱਥ ਬੰਨ ਲੈਂਦਾ ਨਾ ਉਹਦਾ ਮਤਲਬ ਇਹ ਹੁੰਦਾ ਹੈ ਮੇਰੇ ਹੱਥ ਬੰਨੇ ਗਏ, ਹੁਣ ਮੇਰੇ ਤੋਂ ਕੁਝ ਨਹੀਂ ਹੁੰਦਾ। ਇਸ ਕਰਕੇ ਉਹਨੂੰ ਮੱਥਾ ਗਿਰਾ ਹੈ, ਕਹਿੰਦਾ ਮੈਂ ਮੱਥਾ ਹੀ ਟੇਕ ਦਵਾਂ ਗੁਰੂ ਨਾਨਕ ਸਾਹਿਬ ਜੀ ਨੂੰ, ਹੁਣ ਨਹੀਂ ਮੇਰੇ ਤੋਂ ਕੁਝ ਹੋ ਸਕਦਾ। ਬਸ ਵਿਚਾਰ ਕਹਿ ਪਾਇਨ ਪਰਿਓ। ਇਸ ਪ੍ਰਕਾਰ ਦੀ ਵਿਚਾਰ ਕਰਕੇ ਆਪਣੇ ਮਨ ਦੇ ਵਿੱਚ ਦਸਤਗੀਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੈ ਗਿਆ। ਲੋਕ ਦੇਖਦੇ ਹਨ ਸਾਡਾ ਵੱਡਾ ਪੀਰ ਸ਼ਕਤੀਸ਼ਾਲੀ, ਅੱਜ ਉਹੀ ਪੀਰ ਗੁਰੂ ਨਾਨਕ ਦੇ ਚਰਨੀ ਪੈ ਗਿਆ। ਔਰ ਕੋ ਸਕਲ ਗਰਭ ਪਰ ਹਰਿਓ। ਉਹਨੇ ਆਪਣਾ ਹੰਕਾਰ ਸਾਰਾ ਛੱਡ ਦਿੱਤਾ ਆਪਣੇ ਮਨ ਦਾ। ਸਭ ਮੁਰੀਦ ਕੋ ਗਿਰਾ ਅਲਾਏ। ਫਿਰ ਸਾਰੇ ਮੁਰੀਦ ਆਪਣੇ ਫੋਲੋਅਰਸ ਨੂੰ ਚੇਲਿਆਂ ਨੂੰ ਇਹ ਕਹਿੰਦਾ ਹੈ ਦਸਤਗੀਰ ਪਗ ਲਗ ਲੇਹੋ ਖਤਾ ਬਖਸਾਏ। ਦੇਖੋ ਇਹ ਪੀਰ ਇਹ ਖੁਦਾ ਦੇ ਚਰਨੀ ਲੱਗ ਜੋ। ਅੱਜ ਜਿਹਨੂੰ ਪੱਥਰ ਚੁੱਕ ਕੇ ਲਿਆਈ ਸੀ ਨਾ ਮਾਰਨ ਵਾਸਤੇ, ਇਹ ਅਵਗਿਆ ਇਹ ਗਲਤੀ ਹੋ ਗਈ, ਆਪਣੇ ਤੋਂ ਬਹੁਤ ਵੱਡਾ ਪਾਪ ਹੋ ਗਿਆ। ਆਪਣੀ ਗਲਤੀ ਨੂੰ ਬਖਸ਼ਾ ਲਓ, ਮੁਆਫੀ ਲੈ ਲਓ ਇਹਨਾਂ ਤੋਂ। ਜਿਹੜਾ ਹਨ ਇਹ ਜਿਹੜੇ ਹਨ ਕਿਰਪਾ ਕਰਕੇ ਸਾਨੂੰ ਮਾਫ ਕਰ ਦੇਣ। ਇਸ ਕੋ ਮਾਨੁਖ ਤਨ ਨਹਿ ਜਾਣੋ। ਇਹਨੂੰ ਮਨੁੱਖ ਤਨ ਨਾ ਜਾਣਨਾ ਕਰੋ ਵੀ ਆਮ ਮਨੁੱਖੀ ਹੈ। ਅੱਲਾਹ ਖੁਦਾਏ ਸਰੂਪ ਪਹਿਚਾਨੋ। ਇਹ ਅੱਲਾ ਖੁਦਾ ਦਾ ਆਪਣਾ ਸਰੂਪ ਹੈ। ਇਹ ਆਪ ਹੀ ਅੱਲਾ ਸਾਡੇ ਕੋਲ ਆਇਆ ਅੱਜ। ਲੋਗਨ ਸੁਣਨੇ ਯੋਗ ਨਿਜ ਪੀਰਾ। ਉਸ ਵੇਲੇ ਜਦੋਂ ਲੋਕਾਂ ਨੇ ਆਪਣੇ ਪੀਰ ਦਸਤਗੀਰ ਦੀ ਇਹ ਆਗਿਆ ਸੁਣੀ, ਨਿਸ਼ਚੈ ਜਾਣਿਓ ਗੁਨੀ ਗਹੀਰਾ। ਉਹਨਾਂ ਨੇ ਜਾਣ ਲਿਆ ਵੀ ਗੁਨਾਹ ਦਾ ਸਮੁੰਦਰ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਪਾਇਨ ਆਏ ਉਤਾਇਲ ਪਰੇ। ਉਹ ਆ ਕਰਕੇ ਸਤਿਗੁਰਾਂ ਦੇ ਪੈਰੀਂ ਪੈ ਗਏ ਸਾਰੇ। ਨਾਨਾ ਬਿਦਨ ਉਪਾਇਨ ਧਰੇ। ਤਰ੍ਹਾਂ ਤਰ੍ਹਾਂ ਦੀਆਂ ਉਪਾਇਨ ਲਿਆ ਕੇ, ਭੇਟਾਵਾਂ ਲਿਆ ਕੇ, ਜਿੱਥੇ ਪੱਥਰ ਲੈ ਕੇ ਆਏ ਸੀ ਨਾ ਪਹਿਲਾਂ, ਹੁਣ ਉਪਾਇਨ ਲੈ ਕੇ ਆਏ, ਭੇਟਾ ਲੈ ਕੇ ਆਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਰੱਖਣ ਵਾਸਤੇ। ਉਤਰੇ ਅਦੋ ਭੁਜਾ ਸਭ ਹੀ ਕੇ। ਉਤਰੀ ਕਹਿਣ ਲੱਗੇ ਉਦੋਂ ਉਸ ਵੇਲੇ ਸਾਰਿਆਂ ਦੀ ਪੂਜਾ, ਸਾਰਿਆਂ ਦੀਆਂ ਬਾਹਾਂ ਥੱਲੇ ਆ ਗਈਆਂ। ਹੁਣ ਭਈ ਅਗਾਰੀ ਵਿਦ ਜੋਨੀ ਕੀ। ਹੁਣ ਪੈ ਅਗਾਰੀ ਕਹਿਣਗੇ ਪੈ ਗਏ ਸਤਿਗੁਰਾਂ ਦੇ ਚਰਨਾਂ ਵਿੱਚ ਲੰਮੇ। ਹੁਣ ਛਿਨ ਸਰਦਾ ਬਦੀ ਮਹਾਨਾ। ਤੇ ਉਸ ਛਿਨ ਉਹਨਾਂ ਦੇ ਹਿਰਦੇ ਵਿੱਚ ਬੜੀ ਸ਼ਰਧਾ ਵਧੀ ਜਦੋਂ ਮੱਥਾ ਗੁਰੂ ਨਾਨਕ ਦੇ ਚਰਨਾਂ ਨਾਲ ਲੱਗਿਆ। ਪੂਜਨ ਲੱਗਿਓ ਸਰਬ ਤੁਰਕਾਨਾ। ਸਾਰੇ ਹੀ ਤੁਰਕ ਬਗਦਾਦ ਦੇ ਉਸ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨੀ ਲਾਗੇ ਤੇ ਮਹਾਰਾਜ ਦੀ ਪੂਜਾ ਕਰਨ ਲੱਗ ਪਏ। ਪ੍ਰਭ ਸਭ ਕੋ ਦੀਨੋ ਉਪਦੇਸਾ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ। ਸਿਮਰੋ ਸਤਨਾਮ ਸਿਮਰੋ ਜਗਤੇਸਾ। ਇਹੀ ਉਪਦੇਸ਼ ਦਿੱਤਾ ਵੀ ਉਹ ਸੱਚਾ ਨਾਮ ਉਸ ਪਰਮੇਸ਼ਰ ਦਾ ਹਮੇਸ਼ਾ ਹੀ ਸਿਮਰਨ ਕਰੋ। ਉਹ ਪਰਮੇਸ਼ਰ ਜੋ ਜਗਤ ਦਾ ਸਵਾਮੀ
ਸੁਆਮੀ ਹੈ ਉਸੇ ਦਾ ਨਾਮ ਜਪਣਾ ਕਰੋ। ਪੱਖਬਾਦ ਕੋ ਭੂਲ ਨਾ ਕਰੀਏ। ਕਹਿਣਗੇ ਪੱਖਬਾਦ ਨਾ ਕਰੋ, ਇਹ ਨਾ ਕਹੋ ਕਿ ਹਿੰਦੂ ਮਾੜਾ ਤੇ ਅਸੀਂ ਚੰਗੇ ਹਾਂ। ਇਹ ਪੱਖਬਾਦ ਨਾ ਕਰੋ, ਕਿਸੇ ਵਿੱਚ ਵਖਰੀਮਾ ਨਾ ਦੇਖੋ, ਸਾਰਿਆਂ ਵਿੱਚ ਉਹ ਪਰਮਾਤਮਾ ਨੂੰ ਦੇਖੋ। ਉਹ ਪਰਮਾਤਮਾ ਨੂੰ ਨਾ ਦੇਖਣ ਦੀ ਭੁੱਲ ਨਾ ਕਰੋ। ਇੱਕ ਖੁਦਾਏ ਸਭ ਵਿਖੇ ਨੇ ਹਰੀਏ। ਕਿ ਇੱਕ ਹੀ ਖੁਦਾ, ਇੱਕ ਹੀ ਪਰਮਾਤਮਾ ਨੂੰ ਸਾਰਿਆਂ ਅੰਦਰ ਦੇਖੋ। ਸਾਰਿਆਂ ਦੇ ਵਿੱਚ ਉਹੀ ਪਰਮਾਤਮਾ ਹੈ, ਉਹਦੇ ਦਰ ਤੇ ਨਾ ਕੋਈ ਛੋਟਾ ਨਾ ਕੋਈ ਵੱਡਾ ਹੈ। ਹੋ ਜੇ ਡਿੱਡ ਅਸ ਬਿਦ ਅਭਿਆਸਾ। ਜੇ ਤੁਹਾਨੂੰ ਐਸਾ ਜਿਹੜਾ ਅਭਿਆਸ ਦ੍ਰਿੜ ਹੋ ਜਾਵੇ, ਪੱਕਾ ਹੋ ਜਾਵੇ, ਜੇ ਸਾਰੇ ਪਾਸੇ ਖੁਦਾ ਪਰਮਾਤਮਾ ਹੀ ਦਿਸਣ ਲੱਗ ਪਵੇ, ਪ੍ਰਾਪਤ ਹੋਏ ਮੁਕਤ ਸੁਖ ਰਾਸਾ। ਫੇਰ ਤੁਹਾਨੂੰ ਸੁੱਖਾਂ ਦੀ ਰਾਸ ਜੋ ਮੁਕਤੀ ਹੈ ਉਹ ਪ੍ਰਾਪਤ ਹੋਵੇਗੀ। ਮੁੜ ਕੇ ਨਹੀਂ ਜਨਮ ਲੈਣਾ ਪਵੇਗਾ ਸੰਸਾਰ ਤੇ ਆ ਕੇ, ਜਾਂ ਮੜੀਆਂ ਤੇ ਨਹੀਂ ਸੜਨਾ ਪਵੇਗਾ ਸਾਰੀ ਉਮਰ। ਕਿਤਕ ਦਿਵਸ ਗੁਰ ਤਹਾ ਗੁਜ਼ਾਰੇ। ਕੁਝ ਕੁ ਦਿਨ ਸਤਿਗੁਰਾਂ ਨੇ ਉੱਥੇ ਗੁਜ਼ਾਰਨਾ ਕੀਤੇ ਬਗਦਾਦ ਦੇ ਵਿੱਚ। ਤੇ ਉਪਦੇਸ਼ ਅਧਿਕ ਨਰ ਤਾਰੇ। ਮਹਾਰਾਜ ਨੇ ਉੱਥੇ ਬੜੇ ਹੀ ਜਿਹੜੇ ਨਰ ਤਾਰਨਾ ਕੀਤੇ, ਆਪਣਾ ਸੱਚਾ ਉਪਦੇਸ਼ ਦੇ ਕੇ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰਾ ਕੇ। ਬਹੁਰ ਗਵਨ ਕੀ ਕੀਨੀ ਤਿਆਰੀ। ਫੇਰ ਮਹਾਰਾਜ ਨੇ ਜਿਹੜਾ ਹਨ ਚੱਲਣ ਦੀ ਫਿਰ ਤਿਆਰੀ ਕੀਤੀ ਸਤਿਗੁਰਾਂ ਨੇ ਅੱਗੇ ਬਗਦਾਦ ਤੋਂ। ਨਮਸਕਾਰ ਤਿਹ ਚਰਨ ਹਮਾਰੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਐਸੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨ ਜੋ ਹੁਣ ਬਗਦਾਦ ਨੂੰ ਤਾਰ ਕੇ ਅੱਗੇ ਚੱਲੇ ਹਨ, ਉਹਨਾਂ ਚਰਨਾਂ ਦੇ ਉੱਤੇ ਮੇਰੀ ਨਮਸਕਾਰ ਹੈ। ਬਹੁਰ ਗਵਨ ਕੀ ਕੀਨੀ ਤਿਆਰੀ। ਨਮਸਕਾਰ ਤਿਹ ਚਰਨ ਹਮਾਰੇ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਬਗਦਾਦ ਕੋ ਪ੍ਰਸੰਗ ਵਰਣਨ ਨਾਮ 34ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।